शेरे पंजाब 600 AM ते निघा हार्दिक स्वागत है। मैं तुहाडा मेजबान हरजीत सिंह गिल। 9:09 होए ने। 23 अक्तूबर का दिन है, वरा 2020 का। 9 कत्तक नानक शे समत 552। निघा हार्दिक स्वागत है। हरजीत सिंह गिल शो दे विच पहले हिस्से दे विच पंजाब दे विच किसानां दा चल रहा संघर्ष, उस दे बारे गलबात होएगी। उस तो बाद पंजाब तो टांडे तो खास पत्रकार शामिल होणगे। जिहड़ी जुल्म की इंतहा हुई है उस धरत ते 6 सालां दी बालड़ी नूं दे नाल बलात्कार करके उसनूं साड़ दिता, उसनूं मार दिता है। दादा ते पोता गिरफ्तार कीते ने। इस दे गल दी तह तक जावांगे भी एग्जैक्टली होया की है, इशू की है, कित्थे गल चलेगी। पंजाब दी वो सभ्यता, पंजाब दे विच गुरुआं दी वो धरत, दादा ते पोता दोने एक घिनौने जुर्म दे विच जिहड़े ने वो गिरफ्तार कीते गए ने। इहदे ते बहुत रलमे मिलमिया हंगारा जिहड़ा बाहरों आ रहा भी होया की है, किवें हो सकदा, इस ते गलबात होएगी। आखिरी घंटे दे विच फिर पार्किंग दी गल, प्राइवेट पार्किंग आ जिहड़ी ਉਹ ਤੁਹਾਨੂੰ ਟਿਕਟਾਂ ਨਾਲ ਕੀ ਹੋ ਸਕਦਾ, ਤੁਹਾਡੇ ਰੈਕਡ ਤੇ ਕੀ ਜਾ ਸਕਦਾ, ਤੁਸੀਂ ਉਹਨੂੰ ਪੇ ਕਰਨਾ ਜਾਂ ਨਹੀਂ ਕਰਨਾ। ਲੋਕਲ ਪਾਰਕਿੰਗ ਦੇ ਇਸ਼ੂ ਜਿਹੜੇ ਟਰੱਕਰਸ ਦੇ ਨੇ ਉਹ ਬਹੁਤ ਵੱਡੇ ਨੇ ਸਰੀ ਦੇ ਵਿੱਚ। ਤੇ ਨਾਲ ਚੋਣਾਂ ਦੀ ਗੱਲ, ਕੁਛ ਗੀਤ ਸੰਗੀਤ ਤੁਹਾਡੇ ਸਨਮੁਖ ਹੋਏਗਾ। 604 204 0600 ਤੇ ਤੁਸੀਂ ਹਰਜੀਤ ਸਿੰਘ ਗਿੱਲ ਨਾਲ ਸ਼ੋਅ ਦੇ ਵਿੱਚ ਆਪਣੀ ਸ਼ਮੂਲੀਅਤ ਕਰਨੀ ਹੈ। 6042040600। ਗੁਰਾਂ ਦਾ ਦਰਸ ਵਡੇਰਾ ਹੈ, ਗੁਰਾਂ ਤੋਂ ਕਾਹਦਾ ਪਰਦਾ ਹੈ। ਕੁੜੀਆਂ ਕੇਸ ਬਾਉਂਦੀਆਂ ਨੇ, ਸੂਰਜ ਧੁੱਪਾਂ ਕਰਦਾ ਹੈ। ਕਿੰਨੀਆਂ ਸੋਹਣੀਆਂ ਕੰਘੀਆਂ ਨੇ, ਲੱਗਦਾ ਰੱਬ ਤੋਂ ਮੰਗੀਆਂ ਨੇ। ਇਹਨਾਂ ਦਾ ਦਾਜ ਵੀ ਕੱਤਣਾ ਹੈ, ਅਜੇ ਤਾਂ ਕੋਠਾ ਛੱਤਣਾ ਹੈ। ਇਹ ਦੁਨੀਆ ਦਮੜੇ ਚੱਬਦੀ ਹੈ ਤੇ ਪੈਸਾ ਘੋਲ ਕੇ ਪੀਂਦੀ ਹੈ। ਨਹੀਂ ਤੁਹਾਡੇ ਕਾਜ ਰਚਾਉਣੇ ਨੇ ਤੇ ਚੋਖੀ ਰਕਮ ਲੋੜੀਂਦੀ ਹੈ। ਇਹ ਫੱਗਣ ਦੇ ਗਲ ਪੱਤਿਆਂ ਦੇ ਹਾਰ ਹਮੇਲਾਂ ਵਰਗੀਆਂ ਨੇ, ਜਾਂ ਆਲੀਆਂ ਭੋਲੀਆਂ ਉਮਰਾਂ ਦੇ ਵਿਸਰੇ ਖੇਲਾਂ ਵਰਗੀਆਂ ਨੇ। ਇਹ ਧੂੜਾਂ ਬਾਬਰੀਆਂ ਹੋਈਆਂ ਕਿੱਥੇ ਕੁ ਜਾ ਕੇ ਬਹਿਣਾ ਹੈ। ਸੰਧੂਰੀ ਟਿੱਬਿਆਂ ਦਾ ਝਾਕਾ ਹਵਾ 'ਚ ਤਰਦਾ ਰਹਿਣਾ ਹੈ। ਇਹ ਕੁੜੀਆਂ ਕੰਸਾਂ ਪੂੰਝਦੀਆਂ ਤੇ ਸੁੱਚੇ ਸੋਹਜ ਦਾ ਚਸ਼ਮਾ ਨੇ। ਇਹਨਾਂ ਨੂੰ ਜੰਮਿਆ ਮਾਪਿਆਂ ਨੇ, ਇਹਨਾਂ ਨੂੰ ਮਾਰਿਆ ਰਸਮਾਂ ਨੇ। ਕਿ ਦਿਲ ਵਿੱਚ ਹੌਲ ਜਿਹਾ ਪੈਂਦਾ ਹੈ, ਬਾਪੂ ਚੁੱਪ ਚੁੱਪ ਰਹਿੰਦਾ ਹੈ। ਦੁਨੀ ਦੇ ਬਾਗ 'ਚ ਵਸੇ ਨੂੰ ਕੁੜੇ ਕੀ ਹੋ ਗਿਆ ਹੱਸਦੇ ਨੂੰ। ਕਿ ਮਹਿੰਦੀ ਚੜ੍ਹ ਜਾਵੇ ਸੂਹੀ, ਜ਼ਮੀਨਾਂ ਗਹਿਣੇ ਧਰਦਾ। ਕੁੜੀਆਂ ਕੇਸ ਵਾਹੁੰਦੀਆਂ ਨੇ, ਸੂਰਜ ਧੁੱਪਾਂ ਕਰਦਾ ਹੈ। ਇਹ ਸੂਹੀ ਪੱਗ ਦੇ ਚੰਨ ਨੂੰ ਜਦੋਂ ਖਾਬਾਂ ਵਿੱਚ ਸੇਕਦੀਆਂ ਤਾਂ ਮਾਂ ਦੇ ਵਿਆਹ ਵਾਲੇ ਲੀੜੇ ਉੱਥੋਂ ਪਾਪਾ ਵੇਖਦੀਆਂ। ਇਹਨਾਂ ਦੇ ਵੀਰਾ ਨਹੀਂ ਹੋਇਆ, ਸਿਰਾਂ ਤੇ ਚੀਰਾ ਨਹੀਂ ਹੋਇਆ। ਇਹ ਜਿਹੜੇ ਤਾਰੇ ਜਗਦੇ ਨੇ ਇਹਨਾਂ ਨੂੰ ਵੀਰੇ ਲੱਗਦੇ ਨੇ। ਇਹਨਾਂ ਦੇ ਪੈਰ ਭੰਭੀਰੀਆਂ ਨੇ, ਕੰਮੀ ਧੰਦੀ ਰੁੱਝੀਆਂ ਨੇ। ਖੁੱਲੀ ਗੰਢ ਦੇ ਵਰਗੀਆਂ ਨੇ, ਫਿਰ ਵੀ ਕਾਹਤੋਂ ਗੁੱਝੀਆਂ ਨੇ। ਇਹਨਾਂ ਨੇ ਖਾਧਾ ਪਚਦਾ ਹੈ, ਇਹ ਸੋਹਲੇ ਰੱਬ ਦੇ ਗਾਉਂਦੀਆਂ ਨੇ। ਇਹ ਰਾਹ ਦੇ ਕੱਖਾਂ ਕੰਡਿਆਂ ਨੂੰ ਸਿਰ ਦਾ ਤਾਜ ਬਣਾਉਂਦੀਆਂ ਨੇ। ਜੋ ਸਾਖਰਤਾ ਦੀਆਂ ਲਹਿਰਾਂ ਨੇ ਇਹਨਾਂ ਦੇ ਘਰ ਵਿੱਚ ਵੜੀਆਂ ਨਹੀਂ। ਇਹਨਾਂ ਨੇ ਵਰਕੇ ਪਲਟੇ ਨਹੀਂ, ਹੱਥਾਂ ਵਿੱਚ ਕਲਮਾਂ ਫੜੀਆਂ ਨਹੀਂ। ਇਹਨਾਂ ਨੇ ਚੁੱਲ੍ਹੇ ਡਾਉਣੇ ਨੇ, ਇਹਨਾਂ ਦੇ ਘਰ ਵਸਾਉਣੇ ਨੇ। ਇਹ ਗੁੱਡੀਆਂ ਆਪ ਤਾਂ ਪੜ੍ਹੀਆਂ ਨਹੀਂ, ਇਹਨਾਂ ਨੇ ਪੁੱਤ ਪੜ੍ਹਾਉਣੇ ਨੇ। ਦਿਲਾਂ ਦੇ ਦਰਦ ਪਛਾਣਦੀਆਂ ਧੀਆਂ ਬਿਨਾਂ ਕਿੱਥੇ ਸਰਦਾ ਹੈ। ਕੁੜੀਆਂ ਕੇਸ ਬਹਾਉਂਦੀਆਂ ਨੇ ਤੇ ਸੂਰਜ ਧੁੱਪਾਂ ਕਰਦਾ ਹੈ। ਕੁੜੀਆਂ ਕੇਸ ਬਹਾਉਂਦੀਆਂ ਨੇ ਤੇ ਸੂਰਜ ਧੁੱਪਾਂ ਕਰਦਾ ਹੈ। ਇਹੋ ਜਿਹੀ ਧਰਤ ਤੇ ਜਿੱਥੇ ਬਰਾਬਰਤਾ ਦੀ ਗੱਲ, ਜਿੱਥੇ ਸਤੀ ਨੂੰ ਦੀ ਪ੍ਰਥਾ ਨੂੰ ਤੋੜ ਕੇ ਸਿਰ ਦਿੱਤਾ, ਜਿੱਥੇ ਮਾੜਾ ਕਹਿਣਾ ਕਿਉਂ, ਇਹਨਾਂ ਨੂੰ ਇਹ ਰਾਜੇ ਜੰਮਦੀਆਂ ਨੇ, ਕੁੱਖਾਂ ਸੋਵਰਨ ਨੇ, ਉਸ ਧਰਤ ਤੇ ਇਹੋ ਜਿਹਾ ਜ਼ੁਲਮ ਹੋ ਰਿਹਾ। ਸਮਝ ਨਹੀਂ ਆਉਂਦੀ ਕੀ ਹੋ ਗਿਆ ਉਸ ਪੰਜਾਬ ਨੂੰ, ਕੀ ਹੋਵੇਗਾ ਉਸ ਪੰਜਾਬ ਨੂੰ। ਪੰਜਾਬ ਨੂੰ ਚੱਲਦੇ ਆ। ਨਵਕਿਰਨ ਸਿੰਘ ਪੱਤੀ ਮੇਰੇ ਨਾਲ ਨੇ, ਪੰਜਾਬ ਦੀਆਂ ਗੱਲਾਂ ਬਾਤਾਂ ਕਰਾਂਗੇ, ਪੰਜਾਬ ਦੀਆਂ ਇਹਨਾਂ ਖਬਰਾਂ ਦੇ ਬਾਰੇ ਗੱਲਬਾਤ ਕਰਾਂਗੇ। ਸਰ ਨਵਕਿਰਨ ਸਿੰਘ ਪੱਤੀ ਜੀ, ਸਵਾਗਤ ਨਿੱਘਾ ਹਾਰਦਿਕ ਤੇ ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਬ, ਪ੍ਰਣਾਮ। ਆਪਣੀ ਮੈਂ ਇਹੀ ਕਰਦਾ ਕਿ ਜਿੱਥੇ ਵੀ ਵਸਦੇ ਨੇ ਪੰਜਾਬੀ ਰਾਜੀ ਖੁਸ਼ੀ ਵਸਦੇ ਹੋਣ। ਜੀ ਗਿੱਲ ਸਾਹਿਬ, ਟਾਂਡੇ ਵਾਲੀ ਘਟਨਾ ਦੇ ਲਈ ਉੱਥੋਂ ਲੋਕਲ ਪੱਤਰਕਾਰ ਨੇ ਮੇਰੇ ਨਾਲ ਸ਼ਾਮਲ ਹੋਣਾ 10 ਮਿੰਟਾਂ 'ਚ, ਪਰ ਇਸ ਖਬਰ ਨੇ ਝੰਜੋੜ ਕੇ ਰੱਖ ਦਿੱਤਾ ਸਾਰਾ ਕੁਛ। ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਕਿ ਅੱਜ ਦੇ ਇਸ ਸਮੇਂ ਦਾਦਾ ਪੋਤਾ ਜਿੱਥੇ ਇੰਨਾ ਤਿਉ ਹੁੰਦਾ, ਦਾਦਾ ਪੋਤੇ ਨੂੰ ਜ਼ਿੰਦਗੀ ਸੇਧ ਦਿੰਦਾ ਹੈ, ਸਮਝਾਉਂਦਾ ਹੈ,
ਕੀ ਇਸ ਤਰ੍ਹਾਂ ਇਹ ਜਿਹੜਾ ਹੋਇਆ ਇਹਦਾ ਕੀ ਕਾਰਨ ਲੱਗਦਾ ਤੁਹਾਨੂੰ? ਗਿੱਲ ਸਾਹਿਬ ਦੇਖੋ, ਇਹ ਜਿਹੜੀ ਸਾਡੀ ਧਰਤੀ ਹੈ, ਜਿਹੜੀ ਧਰਤੀ ਦੇ ਉੱਤੇ ਧੀਆਂ ਭੈਣਾਂ ਦੀ ਇੱਜ਼ਤ ਕਰਦੇ ਸੀ, ਜਿਹੜੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ, ਔਰ ਇਸ ਧਰਤੀ ਦੇ ਉੱਤੇ ਜਿਹੀ ਘਿਨਾਉਣੀ ਘਟਨਾ ਜਿਹੜੀ ਵਾਪਰੀ ਹੈ ਉਹ ਬਹੁਤ ਮੰਦਭਾਗੀ ਹੈ। ਇਸ ਘਟਨਾ ਦੇ ਪਿੱਛੇ ਉਹ ਮਾਨਸਿਕਤਾ ਹੈ ਜਿਹੜੀ ਮੰਡੀ ਦੀ ਮਾਨਸਿਕਤਾ, ਜਿਸ ਮਾਨਸਿਕਤਾ ਦੇ ਵਿੱਚ ਔਰਤ ਨੂੰ ਬਾਜ਼ਾਰ ਦੀ ਇੱਕ ਵਸਤੂ ਦੇ ਤੌਰ ਤੇ ਦੇਖਿਆ ਜਾਂਦਾ ਹੈ, ਉਹ ਮਾਨਸਿਕਤਾ ਜਿਹੜੀ ਗੀਤਾਂ ਦੇ ਰੂਪ 'ਚ, ਜਿਹੜੀਆਂ ਫਿਲਮਾਂ ਦੇ ਰੂਪ 'ਚ, ਸੋਸ਼ਲ ਮੀਡੀਆ ਦੇ ਉੱਤੇ ਆਏ ਦਿਨ ਜੋ ਗੰਦ ਪਰੋਸਿਆ ਜਾ ਰਿਹਾ, ਉਹਦੇ ਰੂਪ 'ਚ ਮਨ ਦੇ ਦਿਮਾਗ ਦੇ ਵਿੱਚ ਜਿਹੜੀ ਉਹ ਘਰ ਕਰਦੀ ਜਾ ਰਹੀ ਹੈ। ਲੇਕਿਨ ਗਿੱਲ ਸਾਹਿਬ, ਯੂਪੀ ਨਹੀਂ, ਇਹ ਪੰਜਾਬ ਹੈ। ਪੰਜਾਬ ਦੀ ਇਸ ਧਰਤੀ ਦੇ ਉੱਤੇ ਜੇ ਤੁਸੀਂ ਦੇਖਿਆ ਹੋਊਗਾ ਕਿ ਜਦੋਂ ਪੁਲਿਸ ਉਹਨਾਂ ਦਾ ਮੈਡੀਕਲ ਕਰਾਉਣ ਲਿਜਾ ਰਹੀ ਸੀ ਦਾਦੇ ਪੁੱਤੇ ਦਾ, ਤਾਂ ਲੋਕਾਂ ਨੇ ਹਮਲਾ ਕੀਤਾ। ਪੁਲਿਸ ਨੇ ਉਹਨਾਂ ਨੂੰ ਮਸਾਂ ਬਚਾਇਆ, ਲੋਕ ਪੈ ਗਏ ਟੁੱਟ ਕੇ। ਪ੍ਰਵਾਸੀ ਮਜ਼ਦੂਰ ਦੀ ਉਹ ਧੀ, ਲੇਕਿਨ ਪੂਰਾ ਇਲਾਕਾ ਪ੍ਰਵਾਸੀ ਮਜ਼ਦੂਰ ਦੇ ਨਾਲ ਖੜਾ ਹੈ। ਪੂਰੇ ਇਲਾਕੇ ਦੇ ਵਿੱਚੋਂ ਆਵਾਜ਼ ਉੱਠ ਰਹੀ ਹੈ ਕਿ ਦੋਨੇ ਦਰਿੰਦਿਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਇਹ ਹੈ ਸਾਡਾ ਪੰਜਾਬ। ਜਿਸ ਪੰਜਾਬ ਦੇ ਵਿੱਚ ਲੋਕ ਪੁਲਿਸ ਨੂੰ ਕਹਿੰਦੇ ਤੁਸੀਂ ਪਾਸੇ ਹੋ ਜਾਓ। ਉੱਤਰ ਪ੍ਰਦੇਸ਼ ਵਾਲੇ ਜੋਗੀ ਆਦਿੱਤਿਆਨਾਥ ਹੋਰਾਂ ਦੀ ਸਰਕਾਰ ਵਾਂਗੂ ਨਹੀਂ ਹੈ ਕਿ ਪੂਰਾ ਇਲਾਕਾ ਉਹਨਾਂ ਦਰਿੰਦਿਆਂ ਨੂੰ ਬਚਾਉਣ ਲੱਗਿਆ ਹੋਇਆ ਸੀ। ਪੂਰਾ ਜਲੰਧਰ ਦਾ ਉੜਮਰ ਟਾਂਡਾ ਦਾ ਇਲਾਕਾ, ਗਿੱਲ ਸਾਹਿਬ, ਉਸ ਇਲਾਕੇ ਦੇ ਵਿੱਚੋਂ ਵੈਸੇ ਤੁਹਾਡੇ ਨਾਲ ਜਰਨਲਿਸਟ ਜੁੜਨਗੇ, ਉਹ ਦੱਸਣਗੇ ਕਿ ਪੂਰਾ ਇਲਾਕਾ ਗਾ ਜਿਹੜਾ ਉਹ ਇਸ ਰੂਪ ਦੇ ਵਿੱਚ ਖੜਾ। ਪੁਲਿਸ ਜੇ ਉੱਥੇ ਨਾ ਬਚਾਉਂਦੀ ਉਹਨਾਂ ਨੂੰ, ਨਾ ਉੱਥੋਂ ਭਜਾ ਕੇ ਲਿਜਾਂਦੀ ਹਸਪਤਾਲ ਤੋਂ, ਤਾਂ ਲੋਕਾਂ ਨੇ ਉਹਨਾਂ ਨੂੰ ਉੱਥੇ ਹੀ ਜਿਹੜਾ ਦੋਨਾਂ ਨੂੰ ਸੋਧਾ ਲਾ ਦੇਣਾ ਸੀ। ਸੋ ਇਹ ਪੰਜਾਬ ਦੀ ਧਰਤੀ ਦੇ ਉੱਤੇ ਜੇ ਕੋਈ ਜਿਹੀਆਂ ਘਟਨਾਵਾਂ ਵਾਪਰਦੀਆਂ ਵੀ ਨੇ ਤਾਂ ਪੂਰਾ ਪੰਜਾਬ ਉੱਥੇ ਖਲੋਂਦਾ ਉਸ ਪੀੜਤ ਪਰਿਵਾਰ ਦੇ ਨਾਲ। ਜੀ ਗਿੱਲ ਸਾਹਿਬ। ਅੱਛਾ, ਭਾਜਪਾ ਕੋਸ਼ਿਸ਼ ਕਰ ਰਹੀ ਹੈ ਦਲਿਤ ਸਮਾਜ ਦੇ ਨਾਲ ਤੇ ਉਹ ਕਰਨ ਦਾ, ਤੇ ਮੈਂ ਉਹ ਵੀਡੀਓ ਵੇਖੀ ਨਵਾਂ ਸ਼ਹਿਰ ਦੇ ਵਿੱਚ ਜਦ ਭਾਜਪਾ ਵਾਲੇ ਅੰਬੇਦਕਰ ਦੇ ਬੁੱਤ ਨੂੰ ਹਾਰ ਪਾਉਣ ਲੱਗੇ, ਬੰਦੇ ਦੂ ਕਰਕੇ ਚੜ੍ਹ ਗਏ ਉੱਪਰ। ਉਹਨਾਂ ਨੂੰ ਕਹਿੰਦੇ ਵੀ ਤੁਸੀਂ ਆਹ ਕੀ ਕਰਦੇ ਹੋ, ਤੁਹਾਡਾ ਤੇ ਦਲਿਤਾਂ ਦਾ ਕੀ? ਤੁਹਾਡੀ ਯੂਪੀ ਦੇ ਵਿੱਚ ਤੁਸੀਂ ਮਾਰ ਕੇ ਧੀਆਂ ਨੂੰ, ਉਹਨਾਂ ਦੀਆਂ ਕਮਰੋੜਾਂ ਤੋੜ ਕੇ, ਉਹਨਾਂ ਦੀਆਂ ਜੀਭਾਂ ਵੱਢ ਕੇ, ਤੁਹਾਡਾ ਉੱਥੇ ਭਗਵੇਂ ਕੱਪੜੇ ਪਾ ਕੇ ਬੈਠਾ CM, ਤੇ ਤੁਸੀਂ ਇੱਥੇ ਸਾਨੂੰ ਪਿਆਰ ਦਿਖਾਉਂਦੇ ਹੋ। ਇਹ ਪੰਜਾਬ ਦੇ ਵਿੱਚ ਕਿਸਾਨੀ ਦਾ ਜਿਹੜਾ ਸੰਘਰਸ਼ ਹੈ ਉਸ ਦੇ ਦੀਆਂ ਖਬਰਾਂ ਤੇ ਭਾਜਪਾ ਦਾ ਦਲਿਤ ਸਮਾਜ ਨਾਲ ਪਿਆਰ, ਇਹਨੂੰ ਕਿਵੇਂ ਲੈਂਦੇ ਹੋ? ਦੇਖੋ ਗਿੱਲ ਸਾਹਿਬ, ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਹੁਣ ਪੰਜਾਬ 'ਚ ਵੰਡੀਆਂ ਪਾ ਰਹੀ ਆ। ਪੰਜਾਬ ਆ ਸਾਡਾ, ਔਰ ਇਹ ਪੰਜਾਬ ਪੂਰਾ ਦਿੱਲੀ ਦੇ ਖਿਲਾਫ ਇਕਜੁੱਟ ਹੋਇਆ ਖੜਾ ਹੈ। ਪੰਜਾਬ ਦੇ ਨੌਜਵਾਨ, ਪੰਜਾਬ ਦੇ ਬਜ਼ੁਰਗ, ਪੰਜਾਬ ਦੀਆਂ ਔਰਤਾਂ, ਪੰਜਾਬ ਦੇ ਦਲਿਤ, ਪੰਜਾਬ ਦੀ ਕਿਸਾਨੀ, ਪੰਜਾਬ ਦੇ ਦੁਕਾਨਦਾਰ, ਪੰਜਾਬ ਦੇ ਵਪਾਰੀ, ਹਰ ਤਬਕਾ ਪੰਜਾਬ ਦਾ ਇਕਜੁੱਟ ਹੋ ਕੇ ਦਿੱਲੀ ਨੂੰ ਵੰਗਾ ਰਿਹਾ ਹੈ। ਇਹ ਪਹਿਲੀ ਐਜੀਟੇਸ਼ਨ ਹੈ ਪੰਜਾਬ ਦੀ ਪਿਛਲੇ 30-40 ਸਾਲਾਂ ਦੇ ਵਿੱਚ, ਜਦੋਂ ਪੰਜਾਬ ਜਾਤਾਂ, ਧਰਮਾਂ, ਗੋਤਾਂ ਦੇ ਉੱਪਰੋਂ ਉੱਠ ਕੇ ਇਹੋ ਜਿਹੇ ਪੰਜਾਬੀ ਜਿਹੜਾ ਉਹ ਦਿੱਲੀ ਨੂੰ ਲਲਕਾਰ ਰਿਹਾ ਹੈ। ਤਾਂ ਭਾਰਤੀ ਜਨਤਾ ਪਾਰਟੀ ਉਹ ਅੰਗਰੇਜ਼ਾਂ ਵਾਲੀ ਨੀਤੀ ਪੁੱਟ ਪਾਓ ਤੇ ਰਾਜ ਕਰੋ ਵਾਲੀ ਇੱਥੇ ਚੱਲ ਰਹੀ ਹੈ। ਦਲਿਤ ਭਾਈਚਾਰੇ ਨੂੰ ਗੁੰਮਰਾਹ ਕਰ ਰਹੀ ਹੈ, ਦਲਿਤ ਭਾਈਚਾਰੇ ਨਾਲ ਕੋਟਾ ਹੇਜ ਜਤਾ ਰਹੀ ਹੈ, ਔਰ ਕਹਿ ਰਹੀ ਹੈ ਕਿ ਅਸੀਂ ਦਲਿਤਾਂ ਲਈ ਇਨਸਾਫ ਯਾਤਰਾ ਕਰ ਰਹੇ ਹਾਂ। ਭਾਰਤੀ ਜਨਤਾ ਪਾਰਟੀ ਦੇ ਰਾਜ ਦੇ ਵਿੱਚ ਦਲਿਤਾਂ ਨੂੰ ਕੋਹ ਮਾਰਿਆ ਜਾ ਰਿਹਾ ਹੈ। ਭਾਰਤੀ ਜਨਤਾ ਪਾਰਟੀ ਦੇ ਰਾਜ ਦੇ ਦੌਰਾਨ ਹੀ ਜਿਹੜੀਆਂ ਉਹ ਹਿੰਸਕ ਘਟਨਾਵਾਂ ਹੋਈਆਂ ਗਿੱਲ ਸਾਹਿਬ, ਮੌਬ ਲਿੰਚਿੰਗ ਦੀਆਂ, ਜਿਹਦੇ ਵਿੱਚ ਭੀੜ ਤੰਤਰ ਦੇ ਵੱਲੋਂ ਦਲਿਤਾਂ ਦੀਆਂ ਹੱਤਿਆਵਾਂ ਕੀਤੀਆਂ ਗਈਆਂ। ਗਊ ਰੱਖਿਆ ਦੇ ਨਾਂ ਦੇ ਉੱਤੇ ਇੱਥੋਂ ਜਿਹੜੇ ਕੱਟੇ ਬੱਚੇ ਲੈ ਕੇ ਜਾਂਦੇ ਸੀ ਦਲਿਤ ਭਾਈਚਾਰੇ ਦੇ ਲੋਕ, ਉਹਨਾਂ ਨੂੰ ਕੋਹ ਕੇ ਮਾਰ ਦਿੱਤਾ ਗਿਆ। ਤੁਹਾਡੀ ਫਰਿੱਜ 'ਚ ਮੀਟ ਕਾਹਦਾ ਪਿਆ, ਇਹ ਕਹਿ ਕੇ ਦਲਿਤਾਂ ਨੂੰ ਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਮਾਰਿਆ ਗਿਆ। ਸੋ ਭਾਰਤੀ ਜਨਤਾ ਪਾਰਟੀ ਉਹ ਨਾਗਪੁਰ ਦੇ RSS ਦੇ ਸੈਂਟਰ ਤੋਂ ਚੱਲਦੀ ਆ, ਜਿਹਨੇ ਦਲਿਤ ਭਾਈਚਾਰੇ ਨੂੰ ਮਨੂ ਸਮ੍ਰਿਤੀ ਦੇ ਰਾਹੀਂ ਦੇਖਦੇ ਨੇ। ਇਹ ਤਾਂ ਦਲਿਤ ਭਾਈਚਾਰੇ ਨੂੰ ਸ਼ੁਰੂ ਤੋਂ ਇਹਨਾਂ ਦੇ ਜਿੰਨੇ ਵੀ, ਚਾਹੇ ਉਹ RSS ਦੇ ਸੰਚਾਲਕ ਮੋਹਨ ਭਾਗਵਤ ਵਰਗੇ ਜਿਹੜੇ ਇਹਨਾਂ ਨੂੰ ਦਿਸ਼ਾ ਨਿਰਦੇਸ਼ ਦਿੰਦੇ ਨੇ, ਉਹਨਾਂ ਦੀ ਤਾਂ ਸੋਚ ਹੀ ਦਲਿਤਾਂ ਦੇ ਪ੍ਰਤੀ ਉਲਟ ਹੈ। ਉਹ ਕੀ ਦਲਿਤ ਭਾਈਚਾਰੇ ਨਾਲ ਹੇਜ ਜਤਾਉਣਗੇ? ਸੋ ਇਹ ਅਸਲ ਦੇ ਵਿੱਚ ਡਰਾਮੇ ਕਰ ਰਹੀ ਹੈ BJP। ਭਾਰਤੀ ਜਨਤਾ ਪਾਰਟੀ ਪੰਜਾਬੀਆਂ ਨੂੰ ਪਾੜ ਕੇ ਪੰਜਾਬ ਦੇ ਵਿੱਚ ਕਿਸਾਨ ਸੰਘਰਸ਼ ਦੇ ਬਰੋਬਰ ਦੇ ਉੱਤੇ ਇੱਕ ਜਿਹੜਾ ਭਾਈਚਾਰੇ ਨੂੰ ਖੜਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਲੇਕਿਨ ਪੰਜਾਬੀ ਹੁਣ ਇਹਨਾਂ ਦੀਆਂ ਗੱਲਾਂ ਨਹੀਂ ਆਉਂਦੇ। ਗਿੱਲ ਸਾਹਿਬ, ਜਿਹੜਾ ਨਵਾਂ ਸ਼ਹਿਰ ਦੇ ਵਿੱਚ ਵੀ ਹੋਇਆ, ਉਹਨਾਂ ਨੇ ਗਾਲ ਕਰਕੇ ਥੱਲੇ ਲਾ ਲਿਆ ਭਾਰਤੀ ਜਨਤਾ ਪਾਰਟੀ ਦਾ ਆਗੂ, ਔਰ ਉਹਨੂੰ ਕਿਹਾ, ਉਹ ਕਹਿੰਦੇ ਤੁਸੀਂ ਅੰਬੇਦਕਰ ਦੇ ਬੁੱਤ ਤੇ ਹਾਰ ਕਿਵੇਂ ਪਾਓਗੇ? ਅੰਬੇਦਕਰ ਤੁਹਾਡਾ ਕੀ ਲੱਗਦਾ? ਤੁਸੀਂ ਤਾਂ ਅੰਬੇਦਕਰ ਦੇ ਵਿਰੋਧੀ ਹੋ। ਤੁਸੀਂ ਤਾਂ ਜਦੋਂ ਅੰਬੇਦਕਰ ਨੇ ਭਾਰਤੀ ਜਿਹੜਾ ਸੰਵਿਧਾਨ ਆ ਉਹਦੇ 'ਚ ਦਲਿਤ ਭਾਈਚਾਰੇ ਨੂੰ ਕੁਛ ਰਾਈਟ ਦਿੱਤੇ, ਕੁਛ ਦਲਿਤ ਭਾਈਚਾਰੇ ਨੂੰ ਉਸ ਭਾਰਤੀ ਸੰਵਿਧਾਨ ਦੇ ਰਾਹੀਂ ਕੁਛ ਹੱਕ ਦਿੱਤੇ, ਤਾਂ ਤੁਸੀਂ ਤਾਂ ਉਹਦਾ ਵਿਰੋਧ ਕਰਨ ਵਾਲੇ ਲੋਕ ਸੀ। ਤੁਹਾਡਾ ਤਾਂ ਜਿੰਨੇ ਵੀ ਪੁਰਾਣੇ RSS ਦੇ ਸੰਚਾਲਕ ਰਹੇ ਨੇ, ਉਹ ਤਾਂ ਇਹਦੇ ਉਲਟ ਖੜੇ ਰਹੇ ਨੇ, ਔਰ ਤੁਸੀਂ ਹੁਣ ਡਰਾਮੇ ਕਰ ਰਹੇ ਹੋ। ਇਹ ਸਾਰੀ ਇੱਕ ਨੀਤੀ ਹੈ ਗਿੱਲ ਸਾਹਿਬ, ਜਿਹੜੀ ਪੰਜਾਬ ਨੂੰ ਪਾਟਕ ਪਾਉਣ ਦੀ ਨੀਤੀ ਹੈ ਜੀ। ਸੋ ਇਸ ਦੇ ਨਾਲ ਹੀ
ਪੰਜਾਬ ਦੇ ਵਿੱਚ ਜਿਹੜਾ ਝੋਨਾ ਵਿਕ ਰਿਹਾ ਲਿਆ ਕੇ, ਉਹਦੇ 'ਚ ਇਹ ਪਤਾ ਲੱਗਿਆ ਕਿ ਪੰਜਾਬ ਦੇ ਕੁਝ ਸਰਕਾਰ ਦੇ ਮਿਨਿਸਟਰ ਵੀ ਇਨਵੋਲਵ ਨੇ, ਇਹ ਵਪਾਰ ਕਰ ਰਹੇ ਨੇ। ਗੱਲ ਸੱਚ ਹੈ ਇਹ? ਗਿੱਲ ਸਾਹਿਬ ਬਿਲਕੁਲ ਸੱਚ ਹੈ। ਜਿਹੜੇ ਪਿਛਲੇ 3 ਸਾਲਾਂ ਦੇ ਮੈਂ ਆંકੜੇ ਚੈੱਕ ਕੀਤੇ ਕਿ 2017-18 ਦੌਰਾਨ ਪੰਜਾਬ 'ਚ ਝੋਨੇ ਦੀ ਪੈਦਾਵਾਰ ਕਿੰਨੀ ਸੀ ਤੇ ਪੰਜਾਬ ਦੀਆਂ ਮੰਡੀਆਂ 'ਚ ਝੋਨਾ ਵਿਕਿਆ ਕਿੰਨਾ। 18-19 ਦੇ ਦੌਰਾਨ ਝੋਨੇ ਦੀ ਪੰਜਾਬ 'ਚ ਪੈਦਾਵਾਰ ਕਿੰਨੀ ਸੀ ਤੇ ਮੰਡੀਆਂ 'ਚ ਝੋਨਾ ਵਿਕਿਆ ਕਿੰਨਾ। 19-20 ਦੇ ਦੌਰਾਨ ਝੋਨੇ ਦੀ ਪੰਜਾਬ 'ਚ ਪੈਦਾਵਾਰ ਕਿੰਨੀ ਸੀ ਤੇ ਵਿਕਿਆ ਕਿੰਨਾ। ਗਿੱਲ ਸਾਹਿਬ ਪੈਦਾਵਾਰ ਪੰਜਾਬ 'ਚ ਘੱਟ ਹੋ ਰਹੀ ਹੈ, ਉਹਦੇ 'ਚ ਗਾਹਾਂ ਕੁਛ ਪੰਜਾਬੀ ਵੀ ਥੋੜਾ ਬਹੁਤਾ ਹੁਣ ਖਾਣ ਲੱਗ ਗਏ, ਪਹਿਲਾਂ ਤਾਂ ਨਹੀਂ ਖਾਂਦੇ ਸੀ, ਪਰ ਜਿਹੜਾ ਮੰਡੀਆਂ 'ਚ ਵਿਕ ਰਿਹਾ ਉਹ ਤਾਂ ਉਸ ਤੋਂ ਕਈ ਗੁਣਾ ਜ਼ਿਆਦਾ ਹੈ ਔਰ ਮੰਡੀਆਂ 'ਚ ਵਿਕਦਾ ਵੱਧ ਹੈ। ਐਤਕੀ ਕਿਸਾਨਾਂ ਨੇ ਪਹਿਰੇ ਲਾਏ ਹੋਏ ਸੀ ਸੜਕਾਂ ਦੇ ਉੱਤੇ, ਐਤਕੀ ਕਿਸਾਨਾਂ ਨੇ ਟੋਲ ਪਲਾਜ਼ਿਆਂ ਦੇ ਉੱਤੇ ਪਹਿਰੇ ਲਾਏ ਹੋਏ ਸੀ, ਜਿਹਦੇ ਕਰਕੇ ਪੋਲ ਖੁੱਲ ਗਈ ਕਿ ਪੰਜਾਬ ਦੇ ਸਿਆਸਤਦਾਨ ਨੇ ਜਿਹੜੇ ਉਹ ਉੱਤਰ ਪ੍ਰਦੇਸ਼ ਚੋਂ, ਬਿਹਾਰ ਚੋਂ ਤੇ ਕੁਛ ਹੋਰ ਸੂਬਿਆਂ ਦੇ ਵਿੱਚੋਂ 900, 1000, 1100, 1200 ਰੁਪਏ ਨੂੰ ਝੋਨਾ ਖਰੀਦਦੇ ਨੇ, ਟਰੱਕ ਭਰ ਲਿਆਉਂਦੇ ਨੇ, ਲਿਆ ਕੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਫੇਕ ਨਾਮਾਂ ਦੇ ਉੱਤੇ ਇੱਥੇ ਦੇ ਪੰਜਾਬ ਦੇ ਲੋਕ ਦਿਖਾ ਕੇ ਉਹਨਾਂ ਦਾ ਜਿਹੜਾ ਝੋਨਾ ਗਾ ਉਹ ਸਰਕਾਰੀ MSP ਜਿਹੜੀ, ਕਿਉਂਕਿ ਪੰਜਾਬ ਤੇ ਹਰਿਆਣੇ 'ਚ ਹੀ ਮਿਲਦੀ ਹੈ MSP, ਜਾਂ ਵੈਸਟਰਨ ਯੂਪੀ ਦਾ ਥੋੜਾ ਜਿਹਾ ਇਲਾਕਾ ਹੈ, ਉਹ ਉਹਨਾਂ ਨਾਮਾਂ ਦੇ ਉੱਤੇ ਝੋਨਾ ਗਾ ਜਿਹੜਾ ਉਹ ਵੇਚ ਦਿੰਦੇ ਨੇ ਔਰ ਜਿਹੜੇ ਜੇ ਫਾਰਮ ਵੀ ਲੈਂਦੇ ਨੇ ਉਹ ਵੀ ਗਾਹਾਂ ਸਪਲਾਈ ਕਰ ਦਿੰਦੇ ਨੇ ਇੱਥੇ ਮਿਡਲ ਕਲਾਸ ਨੂੰ। ਸੋ ਇਹ ਜਿਹੜਾ ਵਰਤਾਰਾ ਚੱਲ ਰਿਹਾ, ਇਹਦੇ 'ਚ ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਮੰਤਰੀਆਂ ਦੇ ਨਾਂ ਵੀ ਆਉਣੇ ਸ਼ੁਰੂ ਹੋ ਗਏ। ਇੱਕ WhatsApp ਚੈਟ ਵੀ ਗਿੱਲ ਸਾਹਿਬ ਸੋਸ਼ਲ ਮੀਡੀਆ ਦੇ ਉੱਤੇ ਫਿਰ ਰਹੀ ਹੈ, ਜਿਹਦੇ 'ਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਨਾਮ ਵੀ ਬੋਲ ਰਿਹਾ। ਆਸ਼ੂ ਵੈਸੇ ਵੀ ਜਿਹੜਾ ਖੁਰਾਕ ਸਪਲਾਈ ਮੰਤਰੀ ਹੈ, ਉਹਦਾ ਨਾਂ ਆਉਣਾ, ਇਸ ਤੋਂ ਪਹਿਲਾਂ ਸਾਧੂ ਸਿੰਘ ਧਰਮਸੋਤ ਦਾ ਇੱਕ ਘਾਲੇ 'ਚ ਨਾਂ ਆਉਣਾ, ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਕਈ ਸਵਾਲ ਨੇ ਜਿਹੜੇ ਉਹ ਖੜੇ ਕਰ ਰਿਹਾ। ਵੈਸੇ ਗਿੱਲ ਸਾਹਿਬ ਕੈਪਟਨ ਅਮਰਿੰਦਰ ਸਿੰਘ ਦੀ ਵੀ ਬਾਂਹ ਜਿਹੜੀ ਉਹ ਮਰੋੜ ਲਈ ਹੈ ਕੇਂਦਰ ਨੇ। ਆਖਰੀ ਖਬਰ ਇਹੀ ਮੈਂ ਪੁੱਛਣੀ ਚਾਹੁੰਦਾ ਹੈ ਕਿ ਰਾਣੇਂਦਰ ਵਾਲੇ ਕੇਸ ਦੇ ਵਿੱਚ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀ, ਜਦ ਕੈਪਟਨ ਅਮਰਿੰਦਰ ਸਿੰਘ ਨੇ ਸੈਂਟਰ ਦੇ ਖਿਲਾਫ ਕੁਝ ਕਰਨਾ ਤਾਂ ਉਸੇ ਸਮੇਂ ਸਵਿਸ ਬੈਂਕ ਦੇ ਫੰਡਾਂ ਦੇ ਬਾਰੇ ਈਡੀ ਨੇ ਉਸੇ ਸਮੇਂ ਜਿਹੜਾ ਰਾਣੇਂਦਰ ਨੂੰ ਤਲਬ ਕਰ ਲੈਣਾ। ਉਹੀ ਗੱਲ ਹੋਈ। ਕੀ ਹੋਇਆ ਜੀ ਹੁਣ? ਬਿਲਕੁਲ ਗਿੱਲ ਸਾਹਿਬ, ਤੁਹਾਡੀ ਗੱਲ ਸੱਚ ਸਾਬਤ ਹੋਈ ਔਰ ਐਨਫੋਰਸਮੈਂਟ ਡਾਇਰੈਕਟੋਰੇਟ ਜਿਹੜੀ ਕੇਂਦਰੀ ਏਜੰਸੀ ਹੈ, ਉਹਨੇ ਰਾਣੇਂਦਰ ਨੂੰ ਅੱਜ ਸੰਮਨ ਜਾਰੀ ਕਰਤਾ ਕੁਝ ਹੀ ਸਮਾਂ ਪਹਿਲਾਂ, ਔਰ ਸੰਮਨ ਜਾਰੀ ਕਰਕੇ ਉਹਨੂੰ ਮੰਗਲਵਾਰ ਨੂੰ ਬੁਲਾ ਲਿਆ। ਕਹਿੰਦੇ ਜਿਹੜੇ ਤੁਹਾਡੇ ਜਿਹੜੇ ਸਵਿਸ ਬੈਂਕ ਦੇ ਵਿੱਚ ਅਕਾਊਂਟ ਨੇ, ਜਿਹੜਾ ਤੁਹਾਡਾ ਵਿਦੇਸ਼ੀ ਕਾਲਾ ਧਨ ਹੈ, ਉਹਦੇ ਮਸਲੇ 'ਚ ਤੁਹਾਡੀ ਜਾਂਚ ਕਰਨੀ ਹੈ। ਸੋ ਇਹ ਅਸਲ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਬਾਂਹ ਮਰੋੜੀ ਹੈ ਕੇਂਦਰ ਨੇ, ਕਿਉਂਕਿ ਕੈਪਟਨ ਅਮਰਿੰਦਰ ਨੇ ਥੋੜੀ ਜਿਹੀ ਕੇਂਦਰ ਦੇ ਖਿਲਾਫ ਬੋਲਣ ਦੀ ਜਿਹੜੀ ਉਹ ਯੂਰਪ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਬੋਲਿਆ ਨਹੀਂ ਕੇਂਦਰ ਦੇ ਖਿਲਾਫ, ਬਹੁਤਾ ਗਿਆ ਨਹੀਂ ਕੇਂਦਰ ਦੇ ਖਿਲਾਫ, ਉਹਨਾਂ ਨੇ ਪਹਿਲਾਂ ਹੀ ਬਾਂਹ ਮਰੋੜ ਲਈ। ਫਾਰਕ ਅਬਦੁੱਲਾ ਜਦੋਂ ਰਿਹਾ ਹੋਇਆ ਪਿਛਲੇ ਦਿਨਾਂ ਦੇ ਵਿੱਚ ਮੀਟਿੰਗ ਹੋਈ ਫਾਰਕ ਅਬਦੁੱਲਾ ਦੇ ਘਰੇ ਜੰਮੂ ਕਸ਼ਮੀਰ ਦੇ ਵਿੱਚ, ਔਰ ਫਾਰਕ ਅਬਦੁੱਲਾ ਦਾ ਜਨਮ ਦਿਨ ਸੀ ਗਿੱਲ ਸਾਹਿਬ ਪਰਸੋਂ 83ਵਾਂ, ਉਹਨੂੰ ਵੀ 5 ਘੰਟੇ ਉਸੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਬਹਾਈ ਰੱਖਿਆ ਔਰ 5 ਘੰਟੇ ਤੋਂ ਜਾਂਚ ਕੀਤੀ। ਉਹਨੂੰ ਕਹਿੰਦੇ ਕੱਲ ਨੂੰ ਫੇਰ ਆ ਜੀ। ਸੋ ਇਹ ਅਸਲ ਦੇ ਵਿੱਚ ਕੇਂਦਰ ਸਰਕਾਰ ਆ ਜਿਹੜੀ ਇੱਕ ਚਾਲ ਚੱਲ ਰਹੀ ਹੈ, ਜਿਹਦੇ ਤਹਿਤ ਕੇਂਦਰੀ ਜਾਂਚ ਏਜੰਸੀਆਂ ਨੂੰ ਵਰਤ ਰਹੀ ਹੈ ਆਪਦੇ ਵਿਰੋਧੀਆਂ ਦੇ ਉੱਤੇ। ਕਿਸੇ ਸਮੇਂ ਸਾਡੇ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਨੇ ਕਿਹਾ ਸੀ ਕਿ CBI ਆ ਜਿਹੜੀ ਉਹ ਤੋਤਾ ਹੈ ਕੇਂਦਰ ਸਰਕਾਰ ਦਾ, ਉਹ ਜਿਵੇਂ ਰਟਨ ਮੰਤਰ ਕਰਾਉਂਦੀ ਆ ਉਵੇਂ ਬੋਲਦੀ ਆ। ਹੁਣ ਤਾਂ ਇਕੱਲੀ CBI ਨਹੀਂ, ਹੁਣ ਤਾਂ 3 ਏਜੰਸੀਆਂ ਹੋ ਗਈਆਂ CBI ਦੇ ਬਰੋਬਰ ਦੀਆਂ। CBI ਆ, ED ਐਨਫੋਰਸਮੈਂਟ ਡਾਇਰੈਕਟੋਰੇਟ, NIA ਆ ਜਿਹੜੀ ਕੌਮੀ ਜਾਂਚ ਏਜੰਸੀ ਹੈ, ਜਿਹੜੀ ਪੰਜਾਬ 'ਚ ਛਾਪੇ ਮਾਰਦੀ ਕਰਦੀ ਹੈ ਇੱਥੇ ਖਾਲਿਸਤਾਨੀ ਨੇ। ਸੋ ਇਹ 3 ਏਜੰਸੀਆਂ ਨੇ ਜਿਹੜੀਆਂ ਇਹ ਵਿਰੋਧੀਆਂ ਦੇ ਉੱਤੇ, ਵਿਰੋਧੀ ਰਾਜਾਂ ਦੇ ਉੱਤੇ ਸਕੰਜੇ ਕੱਸਣ ਲਈ ਭਾਜਪਾ ਜਿਹੜੀ ਉਹ ਵਰਤ ਰਹੀ ਆ। ਕਰਪਸ਼ਨ ਦਾ ਪੈਸਾ ਕਿੱਥੇ ਆਉਂਦਾ ਹੈ? ਜਦੋਂ ਨੋਟਬੰਦੀ ਕੀਤੀ ਉਦੋਂ ਭਾਰਤੀ ਜਨਤਾ ਪਾਰਟੀ ਦੇ ਦਫ਼ਤਰਾਂ ਦੇ ਵਿੱਚ ਕਿਵੇਂ ਜਿਹੜਾ ਪੈਸਾ ਹੈਗਾ ਉਹ ਬਲੈਕ ਤੋਂ ਵਾਈਟ ਕੀਤਾ ਗਿਆ ਸਭ ਨੂੰ ਪਤਾ ਹੈ, ਲੇਕਿਨ ਉਦੋਂ ਏਜੰਸੀਆਂ ਨੇ ਅੱਖਾਂ ਦੇ ਪੱਟੀਆਂ ਬੰਨੀ ਰੱਖੀਆਂ। ਹੁਣ ਜਦੋਂ ਵਿਰੋਧੀ ਰਾਜ ਨੇ ਜਿਹੜੇ ਥੋੜੀ ਬਹੁਤੀ ਬਗਾਵਤ ਦੀ ਕੋਸ਼ਿਸ਼ ਕਰਦੇ ਨੇ, ਥੋੜਾ ਬਹੁਤਾ ਹੱਕ ਸੱਚ ਦੀ ਗੱਲ ਕਰਦੇ ਨੇ, ਤਾਂ ਉਹਨਾਂ ਦੀ ਜਿਹੜੀ ਟੇਢੇ ਢੰਗ ਨਾਲ ਬਾਂਹ ਮਰੋੜੀ ਜਾਂਦੀ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਦੇ ਮੁੰਡੇ ਰਾਣੇਂਦਰ ਨੂੰ ਸੱਦ ਲਿਆ ਮੰਗਲਵਾਰ ਨੂੰ। ਗਿੱਲ ਸਾਹਿਬ ਇਹਨਾਂ ਦੀਆਂ ਵੀ ਵੀਕਨੈਸ ਨੇ, ਜੇ ਇਹ ਦੁੱਧ ਧੋਤੇ ਹੋਣ ਸਿਆਸਤਦਾਨ ਤਾਂ ਉਹ ਕਹਿਣ ਵੀ ਦੱਸੋ ਕਿੱਥੇ ਆ, ਅਸੀਂ ਆਉਨੇ ਆ, ਔਰ ਕੇਂਦਰ ਦੇ ਖਿਲਾਫ ਬਗਾਵਤ ਕਰਨ। ਸੋ ਇਹੀ ਕਾਰਨ ਹੈ ਕਿ ਬਗਾਵਤਾਂ ਤੋਂ ਟਲਦੇ ਨੇ। ਧੰਨਵਾਦ ਨਵਕੀਰਨ। ਤੇ ਸੋਮਵਾਰ ਨੂੰ ਫੇਰ ਆਪਾਂ 9:10 ਤੇ ਗੱਲਬਾਤ ਕਰਾਂਗੇ। ਤੇ ਤੁਸੀਂ ਆਪਣਾ ਖਿਆਲ ਰੱਖਣਾ, ਤੁਹਾਡਾ ਵੀਕਐਂਡ ਵਧੀਆ ਰਹੇ। ਸ਼ੁਭ ਸ਼ਾਮਾਂ। ਥੈਂਕ ਯੂ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ। ਵਪਾਰਕ ਸੰਦੇਸ਼ਾਂ ਤੋਂ ਬਾਅਦ ਟਾਂਡੇ ਚੱਲਦੇ ਹਾਂ। ਟਾਂਡੇ ਤੋਂ ਲੋਕਲ ਪੱਤਰਕਾਰ
ਵਰਿੰਦਰ ਪੰਡਿਤ ਜੀ ਗੱਲਬਾਤ ਕਰਨਗੇ ਕਿ ਐਗਜ਼ੈਕਟਲੀ ਉੱਥੇ ਕੀ ਹੋਇਆ। ਇਹ ਜਿਹੜੀ ਦਰਿੰਦਗੀ ਦਾ ਨੰਗਾ ਨਾਚ ਜਿਹੜਾ ਟਾਂਡੇ ਹੋਇਆ ਉਹਦੇ ਦੀ ਪਿੱਠ ਭੂਮੀ ਉਹ ਦੇ ਕਾਰਨ ਦਾਦਾ ਪੋਤਾ ਜਿਹੜਾ ਫੜੇ ਨੇ ਉਸ ਦੀ ਗੱਲਬਾਤ ਹੁਣੇ ਮੁੜ ਕੇ ਆਇਆ। ਹੁਣ ਟਾਂਡੇ ਚੱਲਦੇ ਆ। ਟਾਂਡੇ ਤੋਂ ਵਰਿੰਦਰ ਪੰਡਿਤ ਜੀ ਮੇਰੇ ਨਾਲ ਨੇ, ਪੰਜਾਬ ਕੇਸਰੀ ਦੇ ਪੱਤਰਕਾਰ ਨੇ ਤੇ ਲੋਕਲ ਉੱਥੇ ਦੇ ਰੀਜਨਲ ਜਰਨਲਿਸਟ ਨੇ। ਉਹਨਾਂ ਨੂੰ ਪੁੱਛਾਂਗੇ ਟਾਂਡਾ ਦੇ ਵਿੱਚ ਜਿਹੜੀ ਘਟਨਾ ਹੋਈ ਹੈ ਉਹਦੇ ਬਾਰੇ ਉਹ ਕੀ ਦੱਸ ਸਕਦੇ ਨੇ। ਵਰਿੰਦਰ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਸ਼ੇਰੇ ਪੰਜਾਬ ਰੇਡੀਓ ਤੇ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਪਹਿਲੀ ਮਰਤਬਾ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਜੀ, ਬੜਾ ਚੰਗਾ ਲੱਗ ਰਿਹਾ। ਧੰਨਵਾਦ ਬਹੁਤ ਬਹੁਤ ਤੁਹਾਡੇ ਸਮੇਂ ਲਈ। ਰਾਤ ਦੇ 10 ਵਜੇ ਨੇ, ਤੁਸੀਂ ਸਾਡੇ ਨਾਲ ਗੱਲ ਕਰ ਰਹੇ ਹੋ, ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਅਜਿਹੀ ਘਟਨਾਵਾਂ ਦੁਨੀਆ ਦੇ ਵਿੱਚ ਅਕਸਰ ਆਪਾਂ ਜਿੰਨੇ ਜਰਨਲਿਸਟਾਂ ਕਵਰ ਕਰਦੇ ਹਾਂ, ਪਰ ਐਡੀ ਦਰਿੰਦਗੀ ਦੀ ਗੱਲ ਇਹਨੂੰ ਮੈਨੂੰ ਕਰਦਿਆਂ ਔਖਾ ਲੱਗਦਾ, ਤੁਹਾਨੂੰ ਦੱਸਦਿਆਂ ਔਖਾ ਲੱਗਣਾ। ਇਹਦੇ ਬਾਰੇ ਸੁਣਨ ਵਾਲਿਆਂ ਨੂੰ ਕੀ ਦੱਸ ਸਕਦੇ ਹੋ ਜੀ? ਬਿਲਕੁਲ, ਤੁਸੀਂ ਜਿੱਦਾਂ ਬਿਲਕੁਲ ਸਹੀ ਫਰਮਾਇਆ ਕਿ ਇਹ ਵਾਕਈ ਬੜੀ ਦਰਿੰਦਗੀ, ਬੜੀ ਹੈਵਾਨੀਅਤ। ਅਸੀਂ ਦੇਖ ਕੇ ਇਹਦਾ ਮੰਜ਼ਰ ਦੇਖਿਆ, ਬੜਾ ਮਨ ਖਰਾਬ ਹੋਇਆ ਦੇਖ ਕੇ। ਬੱਚੀ 6 ਸਾਲ ਦੀ ਬਾਲੜੀ ਨਾਲ ਜਿਹੜਾ ਇਹ ਪਾਪ ਉਹਨੇ ਕੀਤਾ ਤੇ ਬੜਾ ਇਲਾਕਾ ਹੀ ਪੂਰਾ ਤਰਾ ਕਰ ਰਿਹਾ ਵੀ ਇਹ ਬੱਚੀ ਨੇ ਕਿੱਦਾਂ ਕਿਉਂ ਵਾਪਰਿਆ। ਬੜੀ ਮਾਸੂਮ ਬੱਚੀ ਨੇ ਵਾਪਰਿਆ ਜੀ। ਅੱਛਾ ਵਰਿੰਦਰ ਜੀ, ਇਹ ਘਟਨਾ ਜਿਹੜੀ ਹੋਈ ਹੈ ਐਗਜ਼ੈਕਟਲੀ ਕਿੱਥੇ ਹੋਈ ਹੈ ਤੇ ਜਿਹੜੀ ਪੀੜਤ ਹੈ ਤੇ ਇਹ ਜਿਹੜੇ ਦੁਸ਼ਟ ਨੇ ਦੋਨੇ ਹੀ, ਇਹਨਾਂ ਦਾ ਆਪਸ ਵਿੱਚ ਇਹ ਸੰਬੰਧ ਕਿਵੇਂ, ਸੀਕੁਐਂਸ ਕਿਵੇਂ ਬਣਦਾ ਜੀ? ਇਹ ਤੇ ਸਰ ਇਦਾਂ ਹੈ ਕਿ ਪਿੰਡ ਟਾਂਡਾ ਬਲਾਕ ਦਾ ਪਿੰਡ ਹੈ, ਬੇਟ ਇਲਾਕੇ ਦਾ, ਜਲਾਲਪੁਰ। ਅੱਛਾ ਜੀ। ਤੇ ਇਹ ਪ੍ਰਵਾਸੀ ਮਜ਼ਦੂਰ ਨੇ, ਇਹ ਖੇਤ ਮਜ਼ਦੂਰ ਨੇ, ਬਟ ਮੈਂ ਪ੍ਰਵਾਸੀ ਨਹੀਂ ਕਹਾਂਗਾ ਕਿਉਂਕਿ ਹਿਜਰਤ ਕਰਕੇ ਇੱਥੇ ਆਏ ਸੀਗੇ ਤੇ 20-25 ਸਾਲ ਤੋਂ ਇੱਥੇ ਰਹਿ ਰਹੇ ਨੇ ਤੇ ਪੰਜਾਬੀ ਨੇ। ਤੇ ਬੇਸਿਕਲੀ ਬਿਹਾਰ ਦੇ ਭਾਗਲਪੁਰ ਡਿਸਟ੍ਰਿਕਟ ਤੋਂ ਬਿਲੋਂਗ ਕਰਦੇ ਨੇ ਤੇ 25 ਸਾਲ ਪਹਿਲਾਂ ਇੱਥੇ ਆਏ ਸੀਗੇ। ਤੇ ਇੱਥੇ ਹੀ ਇਹ ਬੱਚਿਆਂ ਦੀ ਪਰਵਰਿਸ਼, ਜੰਮੇ ਪਲੇ ਬੱਚੇ ਇੱਥੇ ਨੇ। 6 ਬੇਟੀਆਂ ਨੇ ਇਹ ਪ੍ਰਵਾਸੀ ਮਜ਼ਦੂਰ ਦੀਆਂ। ਇਹ ਸਭ ਨਾਲੋਂ ਛੋਟੀ ਬੇਟੀ ਸੀਗੀ, ਇਹਦੀ 6 ਸਾਲ ਉਮਰ ਹੈ ਜੀ। ਤੇ ਇਹੀ ਪਰਿਵਾਰ ਜਿਹੜਾ ਦੋਸ਼ੀ ਨੇ, ਮੁਲਜ਼ਮ ਨੇ, ਇਹ ਲੜਕੀ ਦਾ ਫਾਦਰ ਉਹਦਾ ਪਰਿਵਾਰ ਦੇ ਘਰ ਕੰਮ ਕਰਦਾ ਸੀਗਾ। ਇਹ ਦੂਸਰੇ ਦਾ ਵਿਵਸਥਾ ਹੈਗੀ, ਜਾਣ ਪਛਾਣ ਸੀਗੀ। ਤੇ ਜਿਹੜਾ ਮੁੱਖ ਦੋਸ਼ੀ ਹੈ ਮੁੰਡਾ ਹੈ 18 ਸਾਲ ਦਾ, ਸੁਰਪ੍ਰੀਤ ਸਿੰਘ। ਤੇ ਦਾਦੇ ਦੀ ਉਮਰ ਹੈਗੀ ਹੈ 90 ਸਾਲ। ਪਰ ਵਰਿੰਦਰ ਜੀ, ਤੁਸੀਂ ਉਸੇ ਪੰਜਾਬ ਚੋਂ, ਮੈਂ ਉੱਥੋਂ, ਆਪਣੀ ਇਸ ਪੰਜਾਬੀਅਤ ਦੇ ਵਿੱਚ ਦਾਦਾ ਪੋਤਾ ਆਪਸ ਵਿੱਚ ਸਭ ਤੋਂ ਨੇੜੇ ਦੇ ਦੋਸਤ ਨੇ ਤੇ ਸਭ ਤੋਂ ਨੇੜੇ ਦਾ ਪਿਆਰ ਹੈ। ਮੂਲ ਨਾਲੋਂ ਬਿਆਜ਼ ਜਿਹੜਾ ਪਿਆਰਾ ਹੈ ਤੇ ਦਾਦਾ ਅਗਲੀ ਜ਼ਿੰਦਗੀ ਦਾ ਰਾਹ ਦੇ ਕੇ ਜਾਂਦਾ ਪੋਤੇ ਨੂੰ, ਤੇ ਪੋਤੇ ਨੂੰ ਇੰਨਾ ਉਹ ਪਿਆਰ ਕਰਦਾ, ਪਿਤਾ ਨੂੰ, ਆਪਣੇ ਪੁੱਤ ਨੂੰ ਤੇ ਨੂੰਹ ਨੂੰ ਕੁਛ ਕਹਿਣ ਨਹੀਂ ਦਿੰਦਾ, ਇੰਨਾ ਪਿਆਰ ਕਰਦਾ। 90 ਸਾਲ ਦੀ ਉਮਰ ਹੈ ਬਜ਼ੁਰਗ ਦੀ। ਚਲੋ 18 ਸਾਲ ਦਾ ਤਾਂ ਮੈਂ ਇਹ ਗੱਲ ਮੰਨ ਸਕਦਾ, ਪਰ 90 ਸਾਲ ਦਾ ਬਜ਼ੁਰਗ ਇਸ ਕਰਮ ਦੇ ਵਿੱਚ ਕਿਵੇਂ ਸ਼ਾਮਲ ਹੋਇਆ? ਦੋਨਾਂ ਦੀ ਇਹ ਮੁੱਢਲੀ ਜਾਣਕਾਰੀ ਕੀ ਹੈ? ਹਾਂਜੀ, ਵੈਸੇ ਸਰ ਇਹ ਜਾਂਚ ਦਾ ਵਿਸ਼ੇ ਹੈ। ਜਿਹੜੇ ਮੀਨ ਟਾਈਮ ਜਿਹੜੇ ਲੜਕੀ ਦੇ ਫਾਦਰ ਨੇ ਜਿਹੜੇ ਬਿਆਨ ਦਰਜ ਕਰਵਾਏ ਨੇ, ਉਹਦੇ ਵਿੱਚ ਪੁਲਿਸ ਨੂੰ ਮੁਲਵਜ਼ ਕਰਨਾ ਪਿਆ ਦਾਦੇ ਨੂੰ। ਤੇ ਇੱਕ ਤਾਂ ਮੇਨ ਦੋਸ਼ੀ ਤਾਂ ਹੈਗਾ ਨਾ। ਹੁਣ ਪੁਲਿਸ ਦੀ ਇਹ ਜਿੱਦਾਂ ਦੇ ਬਿਆਨ ਉਹਨਾਂ ਨੇ ਦਰਜ ਕਰਵਾਏ, ਉਸ ਤਰੀਕੇ ਨਾਲ ਉਹਨਾਂ ਨੇ ਪਰਚਾ ਦਰਜ ਦੇ ਦਿੱਤਾ ਕਿ ਇਹਨੂੰ ਗੈਂਗ ਰੇਪ ਦੇ ਵਿੱਚ ਇਹ ਪਰਚਾ ਦਰਜ ਕੀਤਾ ਹੈ। ਧਾਰਾ 376D ਸੈਕਸ਼ਨ ਲਾਇਆ IPC ਦਾ। ਤੇ ਜਿੱਦਾਂ ਤੁਸੀਂ ਤੁਹਾਡੇ ਸਵਾਲ 'ਚ ਹੀ ਇੱਕ ਅੰਦੇਸ਼ਾ ਖੜਾ ਹੁੰਦਾ ਵੀ ਕਿੱਦਾਂ ਇਹਨਾਂ ਦੀ ਆਪਸ ਕਨੈਕਟੀਵਿਟੀ ਹੋਏਗੀ, ਕਿੱਦਾਂ ਇਹਨਾਂ ਨੇ ਉਹ ਗੱਲ ਕੀਤਾ ਹੋਵੇ ਇਕੱਠਿਆਂ। ਤੇ ਇਹ ਜਾਂਚ ਦਾ ਵਿਸ਼ਾ ਹੈ ਫਿਲਹਾਲ। ਕਿਉਂਕਿ ਤੁਹਾਡੇ ਹੁਸ਼ਿਆਰਪੁਰ ਦੇ SSP ਜਿਹੜੇ ਮਾਲ ਸਾਹਿਬ ਨੇ, ਬਹੁਤ ਕਾਬਲ ਅਫਸਰ ਹੈ ਉਹ ਸਾਡੇ ਮੇਰੇ ਜ਼ਿਲ੍ਹੇ ਦੇ ਵਿੱਚ ਪੁਲਿਸ ਅਫਸਰ ਰਹੇ ਨੇ ਖੰਨੇ। ਤੇ ਉਹਨਾਂ ਨੂੰ ਨਿੱਜੀ ਤੌਰ ਤੇ ਮੈਂ ਕੋਸ਼ਿਸ਼ ਕੀਤੀ ਆ ਸਵੇਰੇ ਉਹਨਾਂ ਨੂੰ ਜਾਣਨ, ਗੱਲ ਕਰਨ ਦੀ। ਉਹਨਾਂ ਨੇ ਇਹੀ ਗੱਲ ਕੀਤੀ ਬਈ ਹਲੇ ਸੋਚਣੀ ਤੋਂ ਬਾਹਰ ਹੈ, ਪਰ ਅਸੀਂ ਮੁੱਢਲੀ ਜਾਣਕਾਰੀ ਦੇ ਹਿਸਾਬ ਨਾਲ ਸਾਨੂੰ FIR ਤੇ ਰਜਿਸਟਰਡ ਕਰਨੀ ਪਈ।
पर 90 ਸਾਲ ਦੀ ਉਮਰ ਜੇ ਆਪਾਂ ਗੱਲ ਕਰੀਏ ਵੈਸੇ ਹੀ ਇਹਦੇ ਤੋਂ ਦੇਖੋ ਪੀੜਤ ਬਲਾਤਕਾਰ ਹੈ ਪਰ 90 ਵਰਿਆਂ ਦੀ ਉਮਰ ਦੇ ਵਿੱਚ ਇੱਕ ਬਜ਼ੁਰਗ ਜਿਹੜਾ ਹੈ ਜਿਸ ਨੂੰ ਨੰਗੇ ਸਿਰ ਕਰਕੇ ਮੂੰਹ ਬੰਨ ਕੇ ਤੋਰਿਆ ਜਾ ਰਿਹਾ ਤੇ 18 ਸਾਲ ਦਾ ਪੋਤਾ ਨਾਲ ਹੈ ਕਿਤੇ ਇਹਦਾ ਕੁਛ ਹੋਰ ਪਹਿਲੂ ਤਾਂ ਨਹੀਂ ਹੈ ਕਿ ਉਸ ਕਾਮੇ ਦੀ ਜਿਹੜਾ ਘਰ ਦੇ ਵਿੱਚ ਕੰਮ ਕਰਦਾ ਕੋਈ ਉਹਦੀ ਰੰਜਿਸ਼ ਕੋਈ ਇਸ਼ੂ ਕੋਈ ਇਹਦਾ ਕੋਈ ਹੋਰ ਤਾਂ ਨਹੀਂ ਤੁਸੀਂ ਹਲੇ ਇਹਨੂੰ ਵੇਖ ਸਕਦੇ ਕਿਸੇ ਹੋਰ ਪਰਪੇਖ ਤੋਂ? ਸਰ ਤੁਹਾਡੇ ਸਵਾਲ 'ਚ ਨਾ ਇੱਕ ਸਵਾਲ ਖੜਾ ਹੁੰਦਾ ਹੈ ਬਿਲਕੁਲ ਤੁਸੀਂ ਸਹੀ ਤੁਹਾਡੀ ਅਸੈਸਮੈਂਟ ਬਿਲਕੁਲ ਸਹੀ ਹੈ ਸਰ। ਹੁੰਦਾ ਕੀ ਹੈ ਜਿੱਦਾਂ ਇਹ ਬੜਾ ਕ੍ਰਾਈਮ ਬੜਾ ਦਿਲ ਦੇ ਹਿਲਾਉਣ ਵਾਲਾ ਕ੍ਰਾਈਮ ਹੋਇਆ ਉਸ ਤੋਂ ਬਾਅਦ ਸਰ ਕੀ ਹੁੰਦਾ ਜਿੱਦਾਂ ਅੱਜ ਹੁਣ ਪੁਲਿਸ ਨੂੰ ਜਿਹੜੇ ਉਹਦੇ ਬਿਆਨ ਦਰਜ ਕੀਤੇ ਉਹਦੇ ਵਿੱਚ ਪੁਲਿਸ ਨੂੰ ਕਰਨਾ ਪਿਆ ਇਹ ਪਰਚਾ ਰਜਿਸਟਰ ਕਰਨਾ ਪਿਆ ਤੇ ਬਟ ਇਹ ਜਾਂਚ ਦਾ ਵਿਸ਼ਾ ਹੈ। ਜਾਂਚ ਤੋਂ ਬਾਅਦ ਕੀ ਨਿਕਲਦਾ ਹੈ ਕਿ ਦਾਦੇ ਦੀ ਇਨਵੋਲਵਮੈਂਟ ਕਿੰਨੀ ਸੀਗੀ ਇਸ ਕ੍ਰਾਈਮ ਦੇ ਵਿੱਚ ਇਹ ਕੇਸੀ ਦੱਸੇਗਾ ਜੀ। ਤੇ ਲੋਕਾਂ ਨੇ ਵੀ ਹਮਲਾ ਕੀਤਾ ਰੰਜਿਸ਼ ਵਾਲੀ ਤੁਸੀਂ ਰੰਜਿਸ਼ ਵਾਲੀ ਗੱਲ ਕਹਿੰਦੇ ਪਏ ਹੋ ਨਾ ਰੰਜਿਸ਼ ਕੋਈ ਨਹੀਂ ਸੀ ਜੀ। ਇਹ ਇੱਕ ਤਾਂ ਕਲੀਅਰ ਕੰਸੈਪਟ ਹੋ ਗਿਆ ਜੀ ਜਿਹੜਾ ਜਾਂਚ ਜਿਹਦਾ CCTV ਫੁਟੇਜ ਸਾਹਮਣੇ ਆਈ ਹੈ ਵੀ ਲੜਕਾ ਉਹ ਜਿਹੜਾ ਨੌਜਵਾਨ ਹੈ ਸੁਰਪ੍ਰੀਤ CCTV ਫੁਟੇਜ 'ਚ ਦੇਖਿਆ ਜਾ ਸਕਦਾ ਸਪਸ਼ਟ ਵੀ ਉਹ ਲੈ ਕੇ ਆ ਰਿਹਾ ਬੱਚੀ ਨੂੰ ਜਿਹੜੇ ਉਹਦੇ ਮਾਂ ਨੇ ਬਿਆਨ ਦਰਜ ਕਰਵਾਇਆ ਵੀ ਬਿਸਕਟ ਖਵਾਉਣ ਦੇ ਬਹਾਨੇ ਉਹਨੂੰ ਲੈ ਕੇ ਆ ਗਿਆ ਲਾਸ਼ ਦੇ ਕੇ ਉਹ CCTV ਫੁਟੇਜ ਵਿੱਚ ਸਾਫ਼ ਸਪਸ਼ਟ ਆਇਆ ਵੀ 3 ਵਜੇ ਉਹ ਲੜਕੀ ਨੂੰ ਲੈ ਕੇ ਆ ਰਿਹਾ ਇਹਦੇ ਵਿੱਚ ਉਹਦੀ ਇਨਵੋਲਵਮੈਂਟ ਤਾਂ ਜ਼ਾਹਰ ਹੁੰਦੀ ਹੈ ਵੀ ਇਹ ਕ੍ਰਾਈਮ ਉਹਨੇ ਕੀਤਾ ਹੈ। ਬਾਕੀ ਜਿਹੜੇ ਤੁਸੀਂ ਦਾਦੇ ਦੀ ਗੱਲ ਕਰਦੇ ਹੋ ਇਹ ਜਿਹੜੀ ਪਰਸੈਪਸ਼ਨ ਇੱਕ ਬਣਦੀ ਪਈ ਜਾਂ ਇੱਕ ਗੱਲ ਨਿਕਲ ਕੇ ਆਉਂਦੀ ਪਈ ਹੈ ਕਿ ਹੋ ਸਕਦਾ ਹੈ ਕਿ ਦਾਦਾ ਆਪਣੇ ਪੋਤੇ ਦੇ ਗੁਨਾਹ ਨੂੰ ਛੁਪਾਉਣ ਲਈ ਕੁਛ ਕਰਦਾ ਹੋਵੇ ਜਿਹੜੀ ਜਦੋਂ ਉਹਨੇ ਕੰਮ ਪਾਪ ਕਰ ਦਿੱਤਾ ਉਸ ਦੇ ਗੁਨਾਹ ਨੂੰ ਛੁਪਾਉਣ ਲਈ ਉਹਨੇ ਸਬੂਤਾਂ ਨੂੰ ਮਿਟਾਉਣ ਲਈ ਕੋਈ ਐਫਰਟ ਕੀਤੀ ਹੋਈ ਜਿਸ 'ਚ ਪੁਲਿਸ ਨੂੰ ਉਹਨੂੰ ਮੁਲਵਈ ਕਰਨਾ ਪਿਆ। ਬਿਲਕੁਲ ਠੀਕ। ਤੇ ਲੋਕਾਂ ਦਾ ਗੁੱਸਾ ਜਿਹੜਾ ਇੱਕ ਗਿਲ ਦੀ ਬੜੀ ਕਿਉਂਕਿ ਇਹੀ ਕੁਛ ਯੂਪੀ 'ਚ ਹੋ ਕੇ ਹਟਿਆ ਲੋਕ ਪੀੜਤ ਦੇ ਖਿਲਾਫ ਖੜ ਗਏ ਉਹ ਬੱਚੀ ਦਾ ਜ਼ਬਾਨ ਤੱਕ ਕੱਟ ਦਿੱਤੀ ਬੱਚੀ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਪਰ ਇੱਥੇ ਹੁਣ ਪੰਜਾਬ ਨੇ ਆਪਣੀ ਅਸਲ ਜਿਹੜੀ ਕਰਮ ਭੂਮੀ ਤੇ ਆਪਣੀਆਂ ਤਵਾਰੀਖਾਂ ਨੂੰ ਉਸੇ ਤਰ੍ਹਾਂ ਰਵਾਇਤਾਂ ਨੂੰ ਕਾਇਮ ਰੱਖਿਆ ਉਸ ਨੂੰ ਇਹ ਨਹੀਂ ਵੇਖਿਆ ਕਿ ਉਹ ਕਿੱਥੋਂ ਆਇਆ ਹੋਇਆ ਉਹਦੀ ਪਰਿਵਾਰ ਦੇ ਨਾਲ ਇੱਕ ਪਿੰਡ ਦੇ ਵਿੱਚ ਵਸਦੇ ਲੋਕ ਜਾਂ ਆਲੇ ਦੁਆਲੇ ਦੇ ਲੋਕ ਪੀੜਤ ਪਰਿਵਾਰ ਦੇ ਨਾਲ ਖੜ ਗਏ। ਇਹ ਇਸ ਗੱਲ ਦਾ ਵੀ ਦੱਸਿਓ ਕਿ ਇੱਕ ਭੀੜ ਨੇ ਉਹਨਾਂ ਤੇ ਜਦੋਂ ਮੈਡੀਕਲ ਮੁਲਾਜ਼ਾ ਕਰਾਉਣ ਗਏ ਉਹਨਾਂ ਤੇ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਦੋਸ਼ੀਆਂ ਤੇ। ਬਿਲਕੁਲ ਸਰ ਅੱਜ ਭੀੜ ਨੇ ਹਮਲਾ ਕੀਤਾ ਜੀ ਅੱਜ ਇਹ ਵਾਕਿਆ ਹੋਇਆ ਪਰ ਜਿਹੜੀ ਤੁਸੀਂ ਮੈਂ ਤੁਹਾਡੀ ਪਹਿਲੀ ਗੱਲ ਦਾ ਜਵਾਬ ਦੇਵਾਂ ਤੁਸੀਂ ਪਿੰਡ ਦੀ ਗੱਲ ਕੀਤੀ ਹੈ ਪੰਜਾਬੀਆਂ ਨੇ ਆਪਣੇ ਕਲਚਰ ਆਪਣੀ ਫਿਤਰਤ ਦੇ ਅਕੋਰਡਿੰਗ ਕੰਮ ਕੀਤਾ ਰਿਸਪੌਂਡ ਕੀਤਾ। ਪੰਜਾਬੀ ਇੱਕ ਤਬਰਾਸੀ ਮਜ਼ਦੂਰ ਦੇ ਪਰਿਵਾਰ ਨਾਲ ਖੜ ਗਏ ਪੂਰਾ ਪਿੰਡ ਨਹੀਂ ਪੂਰਾ ਇਲਾਕਾ ਖੜ ਗਿਆ ਬੱਚੀ ਦੇ ਨਾਲ ਜੋ ਜ਼ਿੰਦਗੀ ਹੋਈ ਹੈ ਇੰਨਾ ਦੁੱਖ ਹੈ ਇਲਾਕੇ ਦੇ ਵਿੱਚ ਇਹਦੇ ਪਰਿਵਾਰ ਦੇ ਨਾਲ ਦੁੱਖ ਜ਼ਾਹਰ ਕੀਤਾ ਸਾਰੇ ਲੋਕਾਂ ਨੇ ਆ ਕੇ ਬਟ ਇਹਦੇ ਮੀਨ ਟਾਈਮ ਸਿਆਸਤ ਵੀ ਸ਼ੁਰੂ ਹੋ ਗਈ ਜੀ ਇੱਥੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਆ ਕੇ ਇਹ ਹਾਦਸਾ ਨਾਲ ਇਹਨੂੰ ਕੋਰਿਲੇਟ ਕਰਦੇ ਆ ਜੀ ਕਰਨਾ ਨੂੰ ਬਟ ਉਹ ਜਿਹੜੀ ਹਾਦਸਾ ਸੀ ਘਟਨਾ ਤੇ ਪੰਜਾਬ ਦੀ ਇੱਥੇ ਵਾਪਰੀ ਘਟਨਾ ਬਿਲਕੁਲ ਡਿਫਰੈਂਟ ਹੈ ਜੀ। ਬਿਲਕੁਲ ਠੀਕ ਕਿਉਂਕਿ ਇੱਥੇ ਜਿੱਦਾਂ ਇਲਜ਼ਾਮ ਲੱਗਦੇ ਸੀ ਕਿ ਸਰਕਾਰ ਦੀ ਸ਼ਹਿ ਆ ਜਾਂ ਸਰਕਾਰ ਨੇ ਜਿਹੜੇ ਮੁਲਜ਼ਮ ਨੇ ਉਹਨਾਂ ਦੀ ਹੈਲਪ ਕੀਤੀ ਹੈ ਇੱਥੇ ਦੇਖਣ ਨੂੰ ਕੁਛ ਨਹੀਂ ਮਿਲਿਆ ਜੀ। ਇੱਥੇ ਇਮੀਡੀਏਟਲੀ ਰਿਸਪੌਂਸ ਕੀਤਾ ਪੁਲਿਸ ਨੇ ਦੋਸ਼ੀ ਫੜ ਲਏ ਤੇ ਵਧੀਆ ਤਰੀਕੇ ਨਾਲ ਰਿਸਪੌਂਡ ਕੀਤਾ ਜੀ ਪ੍ਰਸ਼ਾਸਨ ਨੇ ਤੇ ਪੁਲਿਸ ਨੇ। ਤੇ ਵਰਿੰਦਰ ਜੀ ਹੋਰ ਕੁਛ ਇਹਦੇ 'ਚ ਐਡ ਕਰਨਾ ਚਾਹੋ ਤਾਂ ਫਿਰ ਸੋਮਵਾਰ ਨੂੰ ਆਪਾਂ ਫਿਰ ਗੱਲ ਕਰਾਂਗੇ 2 ਦਿਨਾਂ ਦੇ ਵਿੱਚ ਕੀ ਅਚੀਵਮੈਂਟ ਹੋਈ ਮੰਡੇ ਤੁਹਾਨੂੰ ਮੈਂ ਫਿਰ ਪ੍ਰੋਗਰਾਮ 'ਚ ਇਸੇ ਸਮੇਂ ਕੋਸ਼ਿਸ਼ ਕਰਾਂਗਾ ਤੇ ਅਖੀਰ 'ਚ ਕੁਝ ਹੋਰ ਕਹਿਣਾ ਚਾਹੋ। ਹੋਰ ਬਸ ਇਹੀ ਹੈ ਜੀ ਰਾਜਨੀਤੀ ਜਿੱਦਾਂ ਭਾਜਪਾ ਜਮਾਤ ਹੈਗੀ ਹੈ ਉਹ ਜਿੱਦਾਂ ਗਰਾਊਂਡ ਉਹਨਾਂ ਦੀ ਗਵਾਚੀ ਹੋ ਰਹੀ ਪੰਜਾਬ 'ਚ ਜਿਹੜੇ ਪਰਸੈਪਸ਼ਨ ਉਹਨਾਂ ਦੇ ਖਿਲਾਫ ਜਾਂਦੀ ਸੀ ਪੰਜਾਬ 'ਚ ਉਹ ਗਲਤ ਕਾਰਡ ਖੇਡਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਇੱਥੇ ਇੱਕ ਬਾਲੜੀ ਨੂੰ ਮਤਲਬ ਇੱਕ ਜਾਤ ਬਰਾਦਰੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਇਹ ਚੀਜ਼ ਮੇਰੀ ਥੋੜੀ ਲੋਕਾਂ 'ਚ ਕਈ ਆਮ ਲੋਕਾਂ ਮਾਪੇ 'ਚ ਅਪੀਲ ਕਰਦੀ ਪਈ ਹੈ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਬਿਲਕੁਲ ਠੀਕ ਹੈ
ਵਰਿੰਦਰ ਜੀ ਧੰਨਵਾਦ ਬਹੁਤ ਬਹੁਤ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ। ਸੋਮਵਾਰ ਨੂੰ ਮੈਂ ਫਿਰ ਤੁਹਾਨੂੰ ਕੋਸ਼ਿਸ਼ ਕਰਾਂਗਾ ਕੰਟੈਕਟ ਕਰਨ ਦੀ, ਤੇ ਜੇ ਤੁਹਾਡੇ ਕੋਲ ਸਮਾਂ ਹੋਇਆ ਆਪਾਂ ਸੋਮਵਾਰ ਫਿਰ ਗੱਲ ਕਰਾਂਗੇ। ਸ਼ੁਕਰੀਆ ਸਰ, ਥੈਂਕ ਯੂ। ਧੰਨਵਾਦ। ਵਰਿੰਦਰ ਪੰਡਿਤ ਜੀ ਟਾਂਡਾ ਤੋਂ ਪੰਜਾਬ ਕੇਸਰੀ ਦੇ ਜਰਨਲਿਸਟ ਨੇ, ਉਸ ਏਰੀਏ ਦੇ ਵਿੱਚ ਰਹਿਣ ਵਾਲੇ ਨੇ, ਤੇ ਉਹਨਾਂ ਨੇ ਇਸ ਘਟਨਾ ਦੇ ਬਾਰੇ ਗੱਲਬਾਤ ਕੀਤੀ। 604-204-0600 ਤੁਹਾਡੇ ਨਾਲ ਵੀ ਮੈਂ ਇਸ ਵਿਸ਼ੇ ਤੇ ਕੁਝ ਕਾਲਸ ਲੈ ਸਕਦਾ ਵਪਾਰਕ ਸੰਦੇਸ਼ਾਂ ਤੋਂ ਬਾਅਦ। ਜਲਾਲਪੁਰ ਦੇ ਵਿੱਚ ਵਾਪਰੀ ਘਟਨਾ ਦੇ ਵਿੱਚ, ਜਿਹਦੇ 'ਚ 18 ਸਾਲ ਦਾ ਤੇ 90 ਸਾਲ ਦਾ ਉਸ ਦਾ ਦਾਦਾ ਹੈ, ਉਹਦੀ ਗੱਲ ਹੈ ਜਿਹੜੀ ਉਹ ਬਹੁਤ ਅਲੱਗ ਕਿਸਮ ਦੀ ਇੱਕ ਘਟਨਾ। 6 ਸਾਲ ਦੀ ਬਾਲੜੀ ਹੈ। ਦੇਖੋ ਬਲਾਤਕਾਰ ਤਾਂ ਹੁੰਦੇ ਨੇ, ਲੋਕ ਉਮਰਾਂ ਨਹੀਂ ਵੇਖਦੇ। 6 ਸਾਲ ਦੀ ਬਾਲੜੀ ਭੋਰਾ, ਪਰ ਜਿਹੜੀ ਉਸ ਪਰਿਵਾਰ ਦੇ ਸਾਹਮਣੇ ਹੀ ਉੱਥੇ ਜੰਮੀ, ਬੱਚੇ ਹੀ ਉੱਥੇ ਜੰਮੇ। 23 ਸਾਲ 25 ਸਾਲ ਦਾ ਬੰਦਾ ਘਰ 'ਚ ਉੱਥੇ ਕੰਮ ਕਰ ਰਿਹਾ, ਭਾਗਲਪੁਰ ਏਰੀਏ ਦਾ, ਬਿਹਾਰ ਦਾ। ਤੇ ਇਹਦੇ 'ਚ ਹੁਣ ਦਾਦਾ ਤੇ ਪੋਤਾ ਉਹਨਾਂ ਨੂੰ ਲਈ ਜਾਂਦੇ ਆ, ਸਿਰ ਨੰਗੇ ਨੇ, ਮੂੰਹ ਬੰਨੇ ਨੇ, ਕੇਸ ਜੂੜੇ ਬੰਨੇ ਨੇ ਸਿਰ ਤੇ। ਜ਼ਿੰਦਗੀ ਦੇ ਵਿੱਚ ਕੀ ਹੋ ਜਾਣਾ ਹੈ ਇੱਥੇ ਕੁਛ ਨਹੀਂ ਪਤਾ। ਬੁਢਾਪਾ ਹੁਣ ਰੁਲ ਗਿਆ, ਹਵਾਲਾਤ ਦੇ ਵਿੱਚ ਦਾਦਾ ਪੋਤੇ ਦੇ ਨਾਲ ਬੈਠਾ। ਹੋਇਆ ਕੀ ਹੋਏਗਾ, ਜਿਸ ਤਰ੍ਹਾਂ ਵਰਿੰਦਰ ਕਹਿ ਕੇ ਗਏ ਨੇ ਕਿ ਪੋਤੇ ਦਾ ਜਿਹੜਾ ਦੁਸ਼ਟ ਕਰਮ ਹੈ ਉਹਨੂੰ ਲੁਕਾਉਣ ਦਾ ਯਤਨ ਦਾਦੇ ਨੇ ਕੀਤਾ ਹੋਏਗਾ। ਭਾਜਪਾ ਨੇ ਪੱਤਾ ਹਾਥਰਸ ਵਾਲਾ ਖੇਲ ਲਿਆ ਜਾ ਕੇ, ਹਾਥਰਸ ਵਾਲਾ। ਤੇ ਬਈ ਦੇਖੋ ਜੀ, ਦਲਿਤ ਸਮਾਜ ਤੇ ਭਾਜਪਾ, ਇਹ ਗੱਲ ਲੱਗਦੀ ਹੈ ਕਿ ਭਾਜਪਾ ਨੂੰ ਫਿਕਰ ਹੈ ਦਲਿਤ ਸਮਾਜ ਦਾ। 604-204-0600 ਕੁਝ ਕਾਲਸ ਜੇ ਤੁਸੀਂ ਇਸ ਵਿਸ਼ੇ ਤੇ ਕਰਨੀਆਂ ਚਾਹੋ। ਮਾਨਸਿਕ ਬਿਮਾਰ, ਉਮਰ ਉਸ ਸਮੇਂ ਦੀ, ਹਾਰਮੋਨਲ ਚੇਂਜ, ਤੇ ਆਲੇ ਦੁਆਲੇ ਜਿਵੇਂ ਨਵਕਿਰਨ ਕਹਿ ਗਏ ਨੇ, ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ ਦੇ ਵਿੱਚ, ਫੋਨਾਂ 'ਤੇ ਸਭ ਕੁਛ, ਪੋਰਨ ਮੂਵੀਜ਼ ਤੇ ਸਭ ਕੁਛ ਆਮ ਅਵੇਲੇਬਲ ਉੱਥੇ। ਹਰ ਨੌਜਵਾਨ ਮੁੰਡਾ, ਜਿਹੜੀਆਂ ਅੱਜ ਤੋਂ 25 ਵਰੇ 20 ਵਰੇ ਪਹਿਲਾਂ ਬਹੁਤ ਸ਼ਰਮ ਸੰਗ ਵਾਲੀਆਂ ਗੱਲਾਂ ਹੁੰਦੀਆਂ ਸੀ, ਜਿਹਦੇ ਬਾਰੇ ਗੱਲ ਕਰਨੀ ਪੰਜਾਬ ਦੇ ਵਿੱਚ ਔਖੀ ਸੀ, ਅੱਜ ਉਹ ਆਮ ਹੈ। ਉਹ ਖੀਸੇ 'ਚ ਪਾਈ ਫਿਰਦੇ ਨੇ ਫੋਨ, ਜਿੱਥੇ ਮਰਜ਼ੀ ਮੋਟਰ 'ਤੇ ਬੈਠ ਕੇ ਜਿੱਥੇ ਮਰਜ਼ੀ ਉਹ ਵੇਖਦੇ ਨੇ। ਇਹ ਪੁੱਠੀਆਂ ਸਿੱਧੀਆਂ ਫਿਲਮਾਂ ਤੇ ਇੱਕ ਦੂਜੇ ਨੂੰ ਦਿਖਾਉਂਦੇ ਨੇ, ਉਹਦੇ ਵਿੱਚ ਸਾਰਾ ਕੁਛ ਹੈ। ਬਰਬਾਦੀ ਦੀ ਦਾਸਤਾਨ ਜਿਹੜੀ ਉੱਥੇ ਇੰਟਰਨੈਟ ਦਾ ਆਉਣਾ, ਸਮਾਰਟਫੋਨ ਦਾ ਆਉਣਾ ਹੈ, ਉਹਦੇ 'ਚ। ਤੇ ਉਹਨੂੰ ਜੇ ਆਪਾਂ ਕਹੀਏ ਵੀ ਉਹਨੂੰ ਰੋਕ ਦਿਆਂਗੇ, ਰੋਕਣ ਵਾਲੀ ਵੀ ਗੱਲ ਹੈ, ਰੋਕ ਕੋ ਸੁਣ ਨਹੀਂ ਸਕਦੇ ਤੁਸੀਂ। ਜਿਹੜੀ ਚੇਂਜ ਹੈ ਉਹ ਦੁਨੀਆ ਦੇ ਵਿੱਚ ਆਉਣੀ ਹੈ। ਜਿਵੇਂ 1980 ਤੋਂ ਪਹਿਲੇ 30 ਸਾਲ 1950 ਦੇ ਵਿੱਚ ਜਿਹੜਾ ਕੁਛ ਸੀ ਉਹ 80 ਦੇ ਵਿੱਚ ਬਦਲ ਗਿਆ। ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਛ ਹੋਣਾ, ਆਪਣੇ ਵੇਖਦਿਆਂ ਆਉਣ ਵਾਲੇ 20 ਸਾਲਾਂ 'ਚ ਇੱਥੇ ਕੀ ਕੁਛ ਵੇਖਾਂਗੇ, ਕੀ ਕੁਛ ਸਮਾਂ ਆਊਗਾ ਇੱਥੇ, ਤੇ ਰੱਬ ਜਾਣਦਾ। ਟਾਈਲ ਮਾਰਟ ਪ੍ਰੋਗਰਾਮ ਦੇ ਸਪਾਂਸਰ ਨੇ। 604-427-8453, 4 ਲੋਕੇਸ਼ਨਾਂ, 6245-202 ਸਟਰੀਟ ਲੈਂਗਲੀ, 129-90-80 ਐਵਨਿਊ ਨੰਬਰ 5 ਸਰੀ, 34-252 ਮਾਰਸ਼ਲ ਰੋਡ ਨੰਬਰ 3 ਐਬਸਫੋਰਡ, 3903-99 ਸਟਰੀਟ ਨਾਰਥ ਵੈਸਟ ਯੂਨਿਟ 100 ਐਡਮਿੰਟਨ। ਟਾਈਲਾਂ ਦੀ ਬਹੁਤ ਵੱਡੀ ਸਿਲੈਕਸ਼ਨ ਹੈ, ਕਾਊਂਟਰ ਟਾਪ, ਹਾਰਡਵੁੱਡ, ਟਾਈਲਸ ਤੇ ਵਾਈਨਲ, ਜਿਹੜਾ ਵੀ ਕੁਛ ਦੁਨੀਆ ਦੇ ਬਿਹਤਰੀਨ ਜਿਹੜੇ ਦੇਸ਼ਾਂ ਦੇ ਵਿੱਚੋਂ ਬਿਹਤਰੀਨ, ਜਿੱਥੇ ਟਾਈਲਾਂ ਜਿਹੜੀਆਂ ਇਹ ਕਲਾਸਿਕ ਤੇ ਉਹ ਲੈ ਕੇ ਕਨਵੈਨਸ਼ਨਲ ਤੇ ਆਮ ਟਾਈਲਾਂ, ਹਰ ਕਿਸਮ ਦੀਆਂ, ਹਰ ਬਜਟ ਦੀਆਂ। 604-427-8453 ਟਾਈਲ ਮਾਰਟ ਪ੍ਰੋਗਰਾਮ ਦੇ ਸਪਾਂਸਰ ਨੇ। ਸਰਦਾਰ ਕੁਲਵੀਰ ਸਿੰਘ ਜੀ, ਤੁਸੀਂ ਏਅਰ ਤੇ ਹੋ। ਹਾਂਜੀ ਸਰਦਾਰ ਗੱਲ ਸਿੰਘ ਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਜਿਹੜੀਆਂ ਹੁੰਦੀਆਂ ਮੈਂ ਸਾਰੀਆਂ ਗੱਲਾਂ ਸੁਣ ਕੇ ਹਟਿਆ, ਜੋ ਦੱਸ ਕੇ ਹਟੇ ਆ ਵੀ ਜੋ ਇਹ ਹਰਕਤਾਂ ਵਾਪਰੀਆਂ ਜੋ ਹੁੰਦੀਆਂ ਆ, ਇਹਦੇ ਨਾਲ ਅਸੀਂ ਸਾਡਾ ਜਿਹੜਾ ਸਮਾਜ ਆ ਜਾਂ ਆਪਸ, ਇਹ ਸਾਡੇ ਗੁਰੂਆਂ ਦੀ ਧਰਤੀ ਆ, ਅਸੀਂ ਕਿੱਧਰਲੇ ਪਾਸੇ ਨੂੰ ਤੁਰ ਗਏ। ਹੁਣ ਜੇ ਬਜ਼ੁਰਗ ਨੇ, ਉਹ ਬੱਚੇ ਨੇ ਕੋਈ ਕਰਮ ਕਰਨ ਦੀ ਕੋਸ਼ਿਸ਼ ਕੀਤੀ ਆ, ਤਾਂ ਬਜ਼ੁਰਗ ਨੂੰ ਉਹਨੂੰ ਹਟਾਉਣਾ ਚਾਹੀਦਾ ਸੀ, ਨਾ ਕਿ ਆਪਣੇ ਸਿਰ ਲੈਣਾ ਚਾਹੀਦਾ ਸੀ। ਉੱਥੇ ਉਹਨੂੰ ਉਹਦੇ ਵਿਰੁੱਧ ਚ ਖੜਨਾ ਚਾਹੀਦਾ ਸੀ ਕਿ ਮੇਰੇ ਪੋਤੇ ਨੇ ਗਲਤੀ ਕੀਤੀ, ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਨਾ। ਤੇ ਜਿਹੜਾ ਅੱਜ ਸਮਾਜ ਉਹਦੇ ਬਰਖਲਾਫ ਨਾ ਹੁੰਦਾ ਵੀ ਹਾਂ ਵੀ ਇਹ ਵਾਕਿਆ ਹੀ ਇਸ ਬਜ਼ੁਰਗ ਨੇ ਕੋਈ ਇਹ ਖੜ ਕੇ ਆਪਣਾ ਸਟੈਂਡ ਲਿਆ ਨਾ,
ਉਹ ਉਹਦੇ ਨਾਲ ਰਲ ਕੇ ਉਹਦੀ, ਜਿੱਦਾਂ ਤੁਸੀਂ ਕਹਿੰਦੇ ਆ ਤੁਹਾਡੀ ਗੱਲ ਚੱਲਦੀ ਸੀਗੀ ਵੀ ਉਹਦੀ ਸ਼ਾਇਦ ਆਪਣੇ ਸਿਰ ਲੈ ਰਿਹਾ ਹੋਊਗਾ, ਉਹਦੀ ਗਲਤੀ ਕੀਤੀ। ਇਹ ਗਲਤ ਧਿਆਨ ਕੀਤਾ ਅੱਜ ਉਹਨੇ ਇਸ ਬੱਚੇ ਲਈ ਕੀਤਾ, ਕੱਲ ਨੂੰ ਹੋਰ ਵੀ ਤਾਂ ਕਰੂਗਾ। ਵੱਡੇ ਵੱਡੇ ਜਿਹੜੇ ਵੱਡੇ ਵੱਡੇ ਧਨਾੜਦਾਰ ਬੰਦੇ ਆ ਉਹ ਕਰਦੇ ਹੀ ਇਸ ਤਰ੍ਹਾਂ ਆ। ਉਹਨਾਂ ਦੇ ਬੱਚੇ ਕਰ ਜਾਂਦੇ, ਉਹਨਾਂ ਦੇ ਮਾਂ ਬਾਪ ਜਿਹੜੇ ਉਹ ਵੱਡੇ ਅਫਸਰਾਂ ਵਾਲੇ ਆ, ਉਹਨਾਂ ਨੂੰ ਕੋਈ ਸਜ਼ਾ ਨਹੀਂ ਹੁੰਦੀ, ਉਹਨਾਂ ਨੂੰ ਕੁਛ ਨਹੀਂ ਹੁੰਦਾ ਨਾ। ਮੰਨ ਲਓ ਵੀ ਇਹ ਇੱਕ ਦਲਿਤ ਪਰਿਵਾਰ ਜਾਂ ਕੋਈ ਪਰਿਵਾਰ ਆ, ਜਿਹੜਾ ਇਨਸਾਨੀਅਤ ਆ ਉਹਦਾ ਸੇਮ ਦੀ ਇੱਕੋ ਹੀ ਆ ਨਾ। ਕਿ ਉਹਦੇ ਵਿੱਚ ਜੇ ਆਪਾਂ ਕਹੀਏ ਗਰੀਬ ਦੀ ਬੱਚੀ ਤਾਂ ਉਹ ਬੱਚੀ ਦੀ ਬੱਚੀ ਆ ਨਾ। ਜੀ ਜੀ ਜੀ। ਕਿ ਉਹਦਾ ਵੀ ਦਰਦ ਸਾਨੂੰ ਉਨਾ ਹੀ ਜਿੰਨਾ ਉਹ ਸਾਡੇ ਬੱਚੇ, ਸਾਡੀ ਲੜਕੀਆਂ ਦਾ ਨਾ। ਇਹ ਸੋਚ ਕੇ ਚੱਲਣਾ ਚਾਹੀਦਾ ਵੀ ਅਸੀਂ ਉਹਨੂੰ ਸਾਡੇ ਘਰ ਪਰਿਵਾਰ ਦੇ ਵਿੱਚ ਕੰਮ ਕਰਦੀ, ਸਾਡਾ ਪਰਿਵਾਰ ਦਾ ਚੀਜ਼ ਆ ਨਾ ਉਹ। ਕਿਉਂ ਅਸੀਂ ਉਹਨੂੰ ਇਹ ਕੰਮ ਕਰਨ ਲਈ ਰੱਖਿਆ ਜਾਂ ਕੰਮ ਕਰਦੀ ਆ? ਨਹੀਂ, ਉਹ ਜਦੋਂ ਸਾਡੇ ਘਰ ਵਿੱਚ ਆਉਂਦੀ ਸਾਡੇ ਪਰਿਵਾਰ ਦੇ ਤੌਰ ਤੇ ਕੰਮ ਕਰਨ ਆਉਂਦੀ ਹੈ ਨਾ। ਜੀ ਜੀ ਜੀ। ਸਾਡਾ ਫਰਜ਼ ਬਣਦਾ ਉਹਦੀ ਨਿਗਰਾਨੀ ਰੱਖਣ ਦਾ ਕਿ ਉਹ ਸਾਡੇ ਘਰ ਵਿੱਚ ਆਉਂਦੀ ਕੋਈ ਹੋਰ ਬੰਦਾ ਗੈਰ ਤੋਂ ਉਹਦੀ ਕੋਈ ਗਲਤ ਹਰਕਤ ਨਾ ਕਰੇ ਨਾ। ਬਿਲਕੁਲ ਠੀਕ। ਜਿਸ ਘਰ ਦੇ ਵਿੱਚ ਆਉਂਦੀ ਹੈ ਉਹੀ ਗਲਤ ਹਰਕਤ ਕਰਨ ਲੱਪਣ ਤਾਂ ਦੇਖੋ ਫਿਰ ਆਪਣਾ ਧਰਤੀ ਨਿਕਲਣ ਵਾਲੀ ਕੰਮ ਹੋ ਗਿਆ ਨਾ। ਸੁਨੇਹਾ ਦੇਣਾ ਚਾਹੀਦਾ ਕੁਲਵੀਰ ਸਿੰਘ ਜੀ, ਘਰ ਦੇ ਵਿੱਚ ਇੱਕ ਗੱਲ ਚੱਲਣੀ ਚਾਹੀਦੀ ਆ ਵੀ ਇਹ ਧੀਆਂ ਪੁੱਤਾਂ ਸਾਡੀਆਂ ਧੀਆਂ ਵਰਗੀਆਂ ਧੀਆਂ ਨੇ। ਮੇਰੇ ਖਿਆਲ ਇਹ ਸੁਨੇਹਾ ਪਹਿਲੇ ਦਿਨੋਂ ਹੀ ਚਾਹੀਦਾ। ਇਹ ਆਪਣੇ ਕੋਈ ਵੀ ਆਵੇ ਲੜਕੀ, ਕੋਈ ਕਿਸੇ ਗੁਆਂਢ ਦੀ ਆਂਢ ਦੀ ਘਰ ਸਾਡੇ ਆਉਂਦੀ। ਬਿਲਕੁਲ ਠੀਕ। ਹਾਂਜੀ, ਇਹ ਸਾਡੀ ਭੈਣ ਧੀ ਆ। ਤੁਸੀਂ ਕਿਸੇ ਬੱਚੇ ਨੂੰ, ਆਪਣੇ ਲੜਕੇ ਨੂੰ ਸਮਝਾਉਣਾ ਚਾਹੀਦਾ ਵੀ ਕੋਈ ਗਲਤ ਹਰਕਤ ਨਹੀਂ ਕਰਨੀ ਨਾ। ਜੀ। ਕਿਉਂ ਇਹਨੂੰ ਆਪਣੀ ਜਿੱਦ ਜੇ ਅਸੀਂ ਕਰਾਂਗੇ ਤੇ ਕੱਲ ਨੂੰ ਸਾਡੀਆਂ ਵੀ ਕੁੜੀਆਂ ਬਾਹਰ ਜਾਣਗੀਆਂ, ਸਾਡੇ ਨਾਲ ਵੀ ਹੋਊਗਾ ਨਾ। ਥੈਂਕ ਯੂ ਵੀਰ ਜੀ। ਇਸ ਚੀਜ਼ ਨੂੰ ਲੈ ਕੇ ਚੱਲਣਾ। ਪਰ ਮੈਨੂੰ ਇਸ ਚੀਜ਼ ਦਾ ਬਹੁਤ ਦੁੱਖ ਲੱਗਾ ਵੀ ਉੱਥੇ ਗਰੀਬ ਬੰਦੇ ਦਾ ਜੀਣਾ ਕਿੰਨਾ ਔਖਾ ਹੋ ਗਿਆ ਨਾ। ਗਰੀਬ ਬੱਚੇ ਦਾ ਵੀ, ਜਾਂ ਇੱਥੋਂ ਅਸੀਂ ਵੀ ਧੀਆਂ ਪੁੱਤਾਂ ਨੂੰ ਲੈ ਕੇ ਜਾਂਦੇ ਹਾਂ। ਸਾਰਿਆਂ ਨੂੰ ਅੱਗੇ ਵੀ ਮੈਂ ਦੂਸਰੇ ਸ਼ੋਅ 'ਚ ਵੀ ਕਹਿਣਾ ਵੀ ਧੀ ਪੁੱਤ ਜਾਂ ਤੁਸੀਂ ਲੈ ਕੇ ਜਾਣੇ ਨੇ, ਧੀ ਪੁੱਤ ਤੁਹਾਡੇ ਹੈ, ਤੁਹਾਡੀ ਨਿਗਾਹ ਥੱਲੇ ਹੀ ਰਹਿਣੇ ਚਾਹੀਦੇ ਆ। ਉਹ ਬਸ ਸਿੰਪਲ ਗੱਲ। ਹਾਂਜੀ, ਜਿਹੜੀ ਭੈਣ ਹੈ ਉਹਦੀ ਭੈਣ ਹੈ, ਜਿਹੜੀ ਧੀ ਉਹਦੀ ਧੀ ਆ। ਬਸ ਹੁਣ ਗੱਲ ਖਤਮ ਹੋ ਗਈ ਆ ਸਾਡੀ। ਅਸੀਂ ਕਿੱਥੇ ਖੜ ਗਏ? ਸਾਡੇ ਗੁਰੂਆਂ ਨੇ ਸਾਡੇ ਛੜਾ ਕੇ 30,000 40,000 ਲੜਕੀਆਂ ਲਿਆ ਕੇ ਘਰੇ ਵਾਰੀਆਂ। ਅਸੀਂ ਕਿਹੜੇ ਪਾਸੇ ਤੁਰ ਪਏ ਨਾ। ਥੈਂਕ ਯੂ ਵੀਰ ਜੀ, ਥੈਂਕ ਯੂ। ਥੈਂਕ ਯੂ। ਸੈਮ ਜੀ, ਕੀ ਕਹਿਣਾ ਚਾਹੁੰਦੇ ਹੋ? ਲਾਈਨ ਨੰਬਰ 2। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਦੇਖੋ ਗਿੱਲ ਸਾਹਿਬ, ਲੱਗਦਾ ਨਹੀਂ ਹੁਣ ਇੱਕ ਨਿਊਜ਼ ਹੀ ਆ ਬਸ। ਕੁਛ ਹੱਲ ਤਾਂ ਹੋ ਹੀ ਨਹੀਂ ਰਿਹਾ ਨਾ। ਕੋਈ ਡਰ ਕੇ ਸਮਝ ਰਿਹਾ ਆ। ਇਟਸ ਬੀਨ ਹੈਪਨਿੰਗ। ਕਿਲਿੰਗ ਹੋ ਰਹੀ ਆ, ਬਲਾਤਕਾਰ ਹੋ ਰਿਹਾ ਹੈ। ਈਵਨ ਫਾਂਸੀ ਤੋਂ ਵੀ ਕੋਈ ਡਰਿਆ ਨਹੀਂ। ਉਸ ਤੋਂ ਬਾਅਦ ਕਿੰਨੇ ਕੇਸ ਆ ਗਏ ਆ। ਔਰ ਉਹ ਥਰਡ ਵਰਲਡ ਕੰਟਰੀਆਂ ਦੇ ਵਿੱਚ ਜ਼ਿਆਦਾ ਪ੍ਰੋਬਲਮ ਆ। ਆਈ ਥਿੰਕ ਇੱਕ ਚੀਜ਼ ਸਭ ਜ਼ਰੂਰ ਹੋਈ ਆ ਵੀ ਇਹ ਹਿਡਨ ਬਹੁਤ ਵੱਡੀ ਸੀ। ਇਹ ਤਾਂ ਮਤਲਬ ਇਹ ਤੋਂ ਬਹੁਤ ਵੱਡੀਆਂ ਘਟਨਾ ਹੋ ਰਹੀਆਂ ਜਿਹੜੀਆਂ ਕਿ ਮੋਹਰੇ ਲੁਕੀਆਂ ਸੀ। ਹੁਣ ਸਿਰਫ ਇਹ ਮੋਹਰੇ ਆ ਰਹੀਆਂ ਸੋਸ਼ਲ ਮੀਡੀਆ ਆ ਗਿਆ ਕਰਕੇ। ਹਾਂ, ਇਹ ਕਹਿ ਸਕਦੇ ਆ ਵੀ ਜਿਸ ਹਿਸਾਬ ਨਾਲ ਆਪਾਂ ਗੱਲਾਂ ਸ਼ੁਰੂ ਕਰਦੇ ਆ, ਟਾਕ ਸ਼ੋ ਚੱਲਣ, ਉੱਥੇ ਵੀ ਚੱਲਣ, ਲੋਕਾਂ ਨੂੰ ਅਕਲ ਆਵੇ। ਜਿੰਨਾ ਤੁਸੀਂ ਜ਼ਿਆਦਾ ਇਨਫੋਰਮਡ ਹੁੰਦੇ ਆ ਉਨੀ ਤੁਹਾਨੂੰ ਦੁਨੀਆ ਨਾਲ ਅਕਲ ਹੁੰਦੀ ਹੈ, ਪਿਆਰ ਵੱਧਦਾ ਹੈ, ਜਾਂ ਦੁਨੀਆ ਦਾ ਜਿਹੜਾ ਦੁੱਖ ਆ ਉਹ ਤੁਹਾਡਾ ਆਪਣਾ ਲੱਗ ਪੈਂਦਾ। ਫਿਰ ਤੁਸੀਂ ਏਦਾਂ ਦੇ ਕੰਮ ਨਹੀਂ ਕਰਦੇ। ਅਗਰ ਤੁਸੀਂ ਇੱਕ ਆਂਡੇ 'ਚ ਰਹਿ ਰਹੇ ਆ, ਕਿਸੇ ਨੂੰ ਦੇਖਣਾ ਨਹੀਂ, ਆਪਣੇ 4-5 ਫਰੈਂਡ ਆ, ਉਹ ਉਹਨਾਂ ਨਾਲ ਟੀਨੇਜਰ ਨਹੀਂ ਕਰਦੇ ਹੁੰਦੇ ਸੀਗਾ। ਤੁਸੀਂ ਵੀ ਉਸ ਸਿਚੁਏਸ਼ਨ 'ਚ ਹੋਣੇ ਆ। ਅਸੀਂ ਸਮਝਣਾ ਵੀ ਅਸੀਂ ਰਾਜੇ ਆ। ਕਦੀ ਰੇਡੀਓ ਨਹੀਂ ਸੁਣਨਾ, ਕਦੀ ਬਾਹਰ ਦਾ ਕੁਛ ਪਤਾ ਨਹੀਂ ਸੀ ਵੀ ਉਹ ਲੈ ਵੀ ਆਹ ਹੋਗਾ, ਜਾਂ ਆਪਣਾ ਹੀ ਰਾਜ ਬਣਾਇਆ ਹੋਣਾ ਉਹਨਾਂ ਟੀਨੇਜਰਾਂ ਨੇ। ਇਹ ਹਾਲ ਹੈ ਕੁਛ ਗਰੁੱਪਾਂ ਦੇ ਵਿੱਚ ਜਿਹੜੇ ਲੋਕ ਇਨਫੋਰਮਡ ਨਹੀਂ ਹੈਗੇ, ਜਿਨ੍ਹਾਂ ਨੂੰ ਬਾਹਰਲੀ ਦੁਨੀਆ ਦਾ ਨਹੀਂ ਪਤਾ, ਤਰਸ ਨਹੀਂ ਪਤਾ ਕੋਈ। ਜੈਸੇ ਲੋਕਾਂ ਨੂੰ ਹੁਣ ਆਪਾਂ ਇਹੀ ਕਹਿ ਸਕਦੇ ਵੀ ਅਜੇ ਤਾਂ ਨਿਊਜ਼ ਹੀ ਆ, ਨਹੀਂ ਵੀ ਫਿਊਚਰ ਟਾਈਮ ਇਹਨਾਂ ਨੂੰ ਥੋੜਾ ਜਿਹਾ ਮੋਲਡ ਕਰ ਦੂਗਾ। ਹੋਰ ਇਹ ਤੋਂ ਬਾਅਦ ਤਾਂ ਮੈਨੂੰ ਕੁਛ ਨਹੀਂ ਰਹਿ ਸਕਦਾ। ਜੀ ਜੀ, ਥੈਂਕ ਯੂ ਸੈਮ ਜੀ, ਧੰਨਵਾਦ। ਖਬਰਾਂ ਤੇ ਜਾਣ ਤੋਂ ਪਹਿਲਾਂ ਕੁਝ ਲੋਕਲ ਖਬਰਾਂ ਤੇ ਕੈਨੇਡਾ ਦੀਆਂ ਖਬਰਾਂ। ਟਰੂਡੋ ਉਹਨਾਂ ਦੀ ਨੇ ਕਿਹਾ ਕਿ 76 ਮਿਲੀਅਨ ਡੋਸਿਸ ਜਿਹੜੀਆਂ ਨੇ ਕੈਨੇਡਾ ਦੇ ਵਿੱਚ ਬਣੀਆਂ ਕੋਵਿਡ-19 ਦੀਆਂ ਵੈਕਸੀਨ ਦੀਆਂ ਅਸੀਂ ਖਰੀਦਾਂਗੇ। 76 ਮਿਲੀਅਨ। ਤੇ ਬਣਦੀ ਕਦ ਹੈ ਇਹ ਹਲੇ ਸਮਾਂ ਪਤਾ ਲੱਗੂਗਾ। ਅਗਲੇ ਸਾਲ ਆਹ ਦਿਨਾਂ ਦੇ ਵਿੱਚ, ਇਦੋਂ ਪਹਿਲਾਂ ਗਰਮੀ ਦੇ ਵਿੱਚ ਕਹਿੰਦੇ ਆ ਕਿ ਵੈਕਸੀਨ ਬਣ ਜਾਏਗੀ। ਵੈਕਸੀਨ ਬਣਨ ਤੋਂ ਬਾਅਦ ਇਹ ਜ਼ਿੰਦਗੀ ਖੁੱਲ੍ਹਣੀ ਹੈ। ਜਦ ਤੱਕ ਵੈਕਸੀਨ ਨਹੀਂ ਬਣਦੀ ਇਹ ਇਸ ਤਰ੍ਹਾਂ ਹੀ ਕੰਮ ਰਹਿਣਾ ਕਿ ਹੋ ਗਿਆ ਜਾਂ ਨਾ ਹੋ ਗਿਆ। ਕੁਝ ਲੋਕ ਡਰਦੇ ਨੇ, ਹਲੇ ਡਰ ਦਾ ਮਾਹੌਲ ਹੈ। ਪਰ ਪਤਾ ਨਹੀਂ ਲੱਗ ਰਿਹਾ ਕਿ ਹੁਣ ਸੈਕੰਡ ਵੇਵ ਦਾ ਰੌਲਾ ਫੇਰ ਪੈ ਰਿਹਾ।
कि सैकंड वेव हो रही है। इकट्ठा तो बचो प्लीज़, इकट्ठा तो ब्याह दी गल जिहड़ी अल्बर्टा च सुपर स्प्रैडर वैडिंग दी गल चल रही है, तो इहदा आपां भी ख्याल रखीए। लोकल कल नूं वोटां भी तुसीं पाउणियां ने, खैर उत्थे तां उन्हां दा प्रोटोकॉल उन्हां ने बहुत वधिया रखिया होया, ते ओह इस नूं सही रखणगे। ते कोशिश करो कि असीं भी अपना ख्याल रखीए कि असीं की ठीक करना है, की गलत है इहदा, क्योंकि जिम्मेवारी जिहड़ी है ओह एक कल्ली अथॉरिटीज़ ते नहीं। आपां बहुत चिरां दे कह रहे हैं कि बचो, इस तो बचना चाहिए, मैस्क हत्थ साफ रखण दी गल जरूर। कल फाइनल डिबेट जिहड़ी रात होई अमरीका दी राष्ट्रपति दी चोण दे लई प्रेजिडेंट डोनाल्ड ट्रंप ते जो बाइडन दी, कल अलग किस्म दे डोनाल्ड ट्रंप जिहड़े ने वो नज़र आए। बहुत तहम्मल नाल, साऊ ते वधिया तरीके दे नाल उन्हां ने कल गलबात कीती। हैरानी दी गल सी कि जिहड़ा पहली जे उन्हां दी देखदे आ जिहड़ी डिबेट सी उहदे ते बड़े भारू रहे, बहुत ज़्यादा तेज़ी उन्होंने रखी, तो सीधा जो कह के स्लीपी जो तो यह जी गल्लां बातां वो करते रहे। पर रात नरेम सी कम, वोटां तां बहुत पै गईयां, हुण इन्हां ने किन्ना क फर्क पैना। एक गल जरूर आ, अमेरिकन लोग कनेडा च वसन लई बहुत तैयार ने। ये गल बड़ी चल रही है कि जे दोबारा ट्रंप होनी जित गए तो बहुत लोग ने जिहड़े कनेडा च मूव होने की तैयारी कर रहे हैं। वो कहते असीं हुण 4 साल इत्थे नहीं रहना, अगला पहला समा असीं कढ़ लिया। पर जे हुण दोबारा फिर सरपंच हुणी जितदे है, वो कहते असीं नहीं इत्थे रहना। ये देश ट्रंप दे थल्ले जिहड़ा है सानू बड़ा अलग लगदा, ते जिहड़े उहनूं चाहण वाले ने वो कहते नज़ारा ही आ जाना, स्वर्ग ही है। जद हुण दोबारा बन गया, साडी आर्थिकता वधिया है ते बंदा साडे लई वधिया है। ये बड़ा इशू है। दुनिया के झरोखे दे विचों तुर्की ने रशिया तो एंटी मिसल जिहड़ा डिफेंस सिस्टम जिहड़ा लिया ना, उहदा बड़ा रेड़का पिया होया। अमरीका उहदे तो ना खुश है, पर वो कहंदे एरडोआन कहंदा ना ना ये नहीं गल जिहड़ी सानू वधिया चीज़ लगदी है, असीं लैणी ओ लैणी है। सो ये जिहड़ा हर एक देश अपना आयरन डोम देखो इजराइल ने बनाया होया, जद कोई उन्हां दे खित्ते दे विच मिसाइल दूरों आउंदी है तो थल्लों मिसाइलां चल पैंदियां ने, उन्हूं उपरे फुंड दिंदियां ने। अमेरिका ने अलास्का च लाया होया। सारे इस तरह का जिहड़ा ये देश करते हैं। एरडोआन बहुत जोर कर रहा है लीबिया दे विच यूनाइटेड नेशन ते खलीफा हफ्तार दियां दोने फोर्स दे विच जिहड़ा सीज़ फायर दी डील जिहड़ी वो नेड़े लग चुकी है कि वो हो रही है। तो ये नाल खैर जिहड़ा संसार है वो जिहड़ा वो वधिया रहिंदा है जे शांति दे विच ही है। हुण खबरां दा समय, खबरां दे बाद जिहड़ी वापस आके तुहाडे नाल गलबात पार्किंग दी करनी है, ते पार्किंग तो बाद पार्किंग दे इशू तो बाद कुछ जिहड़ा होर स्थानक मुद्दे तुहाडे लई होणगे। हरजीत सिंह गिल शो दे विच तुसीं शामिल हो मेरे नाल शेरे पंजाब रेडियो CKSP 600 AM ते शेरे पंजाब radio.ca ते तुसीं इस वैबसाइट ते प्रोग्राम सुन सकते हो। ते ऐप बहुत जल्दी तुहाडे लई डाउनलोड तुसीं कर सकते हो। बस वेट करो, स्टेट ऑफ आर्ट सब तो टॉप जिहड़ा अजिहा एक ऐप तुहाडे लई बनाउणा है कि ऐप दे राहीं तुसीं सानू सुनेहा भेज सको। चलदे शो दे विच तुसीं उसे ऐप ते सुणदे कोई गल करनी चाहो तो साडे कोल पहुँचूगी जदे, अरे बई आ ठीक नहीं जी, आ गल कर ठीक करियो, बस जिवें लाइव तुसीं होना है उसे तरह। तो ये होएगा 604 204 0600। उस तो बाद तुसीं अपनी एडवरटाइजमेंट दे लई किसी भी शो दे विच अपनी ਵਪਾਰਕ ਵਾਧਿਆਂ ਲਈ ਜਾਂ ਨਵਾਂ ਕੋਈ ਬਿਜ਼ਨਸ ਖੋਲ੍ਹਿਆ ਉਸ ਦੇ ਲਈ ਐਡਵਰਟਾਈਜ਼ ਕਰਨੀ ਚਾਹੋ ਤਾਂ ਤੁਸੀਂ
कर सकते हो 604 729 1224 6047291224 मेरा सैल नंबर है। हरजीत सिंह गिल शो के लिए तुसीं मेरे नाल भी गलबात कर सकते हो, दफ्तर च भी फोन कर सकते हो। नवा कोई बिजनेस शुरू करना है उन्होंने खास एक बार करके वेख्यो कि काम शुरू करना है जी तो इसनूं तोड़ना है। बिजनेस प्लान दे विच एडवरटाइजमेंट है जिहड़ी वो बहुत जरूरी है। ये ज़्यादा आपां ये सोचते हैं भी नहीं काम शुरू कर लेना तो उसदे बाद बस फिर ये चलती रहेगी गल तो मुड़ के ये चल पैंदा ही आ, काम खोलना ही औखा है तो फिर इउं नहीं गल हुंदी। थोड़ा जिहा एडवरटाइजमेंट का भी उस ख्याल रखना चाहिए। वोटां वाले पासे जाण तो पहला वोटां वाले पासे ही चलदा पहला वोटां तुहाडीआं कल नूं पैणीआं ते 60% नॉर्मली वोट पोल हुंदी है। 35 ਲੱਖ जिहड़ी रजिस्टर्ड वोट है सो 2 मिलियन 20 ਲੱਖ हो गई। 20 ਲੱਖ चों 11-12 पै गई, 7-8 कल नूं पै जाणीआं। जिहड़ियां पोल्स आ रहीआं ने जे पोल दे हिसाब दे नाल वेखदे हो तुसीं तां पोल्स ये कह रही हैं कि NDP जिहड़ी है सरकार अपनी फॉर्म कर सकती है। एंगस रीड ने भी होरां ने भी जिहड़ा यह पोल्स जिहड़ियां दर्शाईयां ने कि सरकार जिहड़ी NDP दी बन सकती है। बाकी ये भी नहीं है कि पोल्स सदा ही ठीक बोलदियां ने। पोल्स पहला तो ही जद तो शुरू हुई 55% 56% के उपर NDP जद तो शुरू हुई उस तो लैके कंटीन्यू वो उस जगह रही है। तो विल्किंसन उन्होंने उसनूं फॉलो किया नाल नाल ते पहली डिबेट तो बाद सोनिया फरसनो नूं भी जिहड़ा खासा हंगारा मिलिया। बाकी कल नूं बक्सियां तो बाद फिर ये पता लगना कि किहड़े च किन्नियां एबसेंटी जिहड़ियां बैलेट्स किन्ने ने ते वो जद वो बैलेट्स जिन्ने ते जित्तिया हारिया बंदा ते फिर उसनूं चैक करना उन्होंने कि बे वाकई जे तां ये लगे कि फर्क है जिहड़ा जिन्ने वो पे ने बॉक्स से तां जिन्ने पईयां ने जिन्ने बैलेट्स ते उन्हां नालों जे घट है तां फिर उहनूं गिणती की जाएगी। फिर सब समा लग सकता। इप्सोस ने पोल जिहड़ी करवाई है जिहड़ी इप्सोस की पोल कराई ग्लोबल ने 51% डिसाइडेड वोटर ने जिहड़े वो NDP नूं वोट पाउणगे, 34% BC लिबरल नूं पाउणगे, 12% BC जिहड़ी ग्रीन नूं पाउणगे। 17 पॉइंट की लीड है NDP दी ते और जिहड़ी लगातार ये चल रही है शुरू तो जद तो कैंपेन शुरू हुई है 17% ही ये जिहड़ी चल रही है। ते कल नूं जिहड़ा पोल ने दस्सिया कि NDP सारे प्रोविंस दे विचों सीटां जिहड़ियां जित सकदी है। 28 पॉइंटां ते वैनकूवर आईलैंड तो ओह अगे आ, 21 पॉइंटां ते मैट्रो वैनकूवर तो अगे आ ते 3 पॉइंटां ते ओह साउदਰਨ इंटीरियर ते नॉर्दਰਨ इंटीरियर दे विचों अगे आ। 54% मैट्रो वैनकूवर NDP नूं चूज कर रही है ते देयर कुड बी वो कहता ऑरेंज वेव स्वीपिंग थ्रू राइडिंग लाइक वैनकूवर लंगारा वेयर द पार्टी हैज़ नैवर वन बिफोर। ये भी हो सकता है। ग्रीन जिहड़े ने वैनकूवर आईलैंड ते स्ट्रोंग ने ते NDP दे जिहड़ा 13 14 15 16 पॉइंट 17 पॉइंटां ते भी पर कुछ राइडिंग्स ये ने जिथे बहुत जोर लग्या होया जिवें सरी पैनोरमा रिज दे उपर लिबरल्स ने सारी शक्ति जिहड़ी उत्थे लाई हुई है। NDP ने भी अपनी सारी शक्ति लाई हुई है। ये गल क्योंकि गुलजार चीमा जी 2001 दे विच MLA रहे ने, उहदे बाद 19 साल बाद दोबारा फिर वो राजनीति च आए ने ते जिनी सिम्स होनी वोकल ने बहुत पहला वो टीचर रहे, टीचर तो बाद यूनीयन के प्रेजिडेंट बने, प्रेजिडेंट बन तो बाद वो MP बने, MP तो बाद हुण MLA बन के फिर वो मिनिस्टर बने। ते बाकी कल नूं पता लग जाएगा
ਮੇਨ ਜਿਹੜੀਆਂ ਉਸ ਤੋਂ ਬਾਅਦ ਫਲੀਟਵੁੱਡ ਦੇ ਵਿੱਚ ਜਗਰੂਪ ਬਰਾੜ ਉਹਨਾਂ ਦੀ ਜਿਹੜੀ ਕੈਂਪੇਨ ਤੇ ਉਹਨਾਂ ਦਾ ਕੰਮ ਕਰਨ ਦਾ ਸਟਾਈਲ ਹੈ ਜਿਹੜਾ ਉਹ ਬੜਾ ਅਲੱਗ ਹੈ, ਨਵੇਕਲਾ ਹੈ, ਲੋਕਾਂ ਨਾਲ ਇਨ ਟੱਚ ਹੋਣਾ। ਉਧਰ ਪੀਟਰ ਫਾਸਟਬੈਂਡਰ ਵਰਗੇ ਧੱਕੜ ਇੱਕ MP ਨੂੰ ML ਨੂੰ ਜਿਹਨੇ ਸਾਲ ਪਹਿਲਾਂ ਕੰਪੇਨ ਆਫਿਸ ਖੋਲ੍ਹ ਲਿਆ ਸੀ, ਉਹਨੂੰ ਹਰਾਉਣਾ ਸੌਖਾ ਨਹੀਂ ਹੈ। ਤੇ ਜਦ ਸਾਰੀਆਂ ਸੀਟਾਂ NDP ਹਾਰ ਗਈ ਸੀ, 2 ਰਹਿ ਗਈਆਂ, ਉਸ ਸਮੇਂ ਵੀ ਜਗਰੂਪ ਬਰਾੜ ਜਿੱਤੇ ਸੀ। ਤੇ ਗੈਰੀ ਥਿੰਦ ਹੋਣੀ, ਕਿਉਂਕਿ ਉਹ ਵੀ ਰਾਜਨੀਤੀ 'ਚ ਨੇ, 2 ਵਾਰ ਉਹ ਬਣ ਚੁੱਕੇ ਨੇ ਸਕੂਲ ਬੋਰਡ ਦੇ ਟਰਸਟੀ, ਤੇ ਉਹ ਵੀ ਪਹਿਲੀ ਜਿਹੜੀ ਕੈਂਪੇਨ ਹੈ, ਪਹਿਲੀ ਜਿਹੜੀ ਵਾਰ ਤੁਸੀਂ ਲੜਨਾ ਹੈ, ਬਹੁਤ ਕੁਝ ਆ ਜਿਹੜਾ ਤੁਹਾਨੂੰ ਕੈਂਪੇਨ 'ਚ ਜਾ ਕੇ ਪਤਾ ਲੱਗਦਾ। ਵਿਸ਼ਵਾਸ ਦੀ ਗੱਲ, ਕੌਣ ਆਲੇ ਦੁਆਲੇ ਆ, ਕੌਣ ਤੁਹਾਡਾ ਕੰਪਿਊਟਰ ਸਾਂਭਦਾ, ਕੌਣ ਵੋਟਰ ਨੂੰ ਦੇਖਦਾ, ਇਹ ਬੜਾ ਔਖਾ ਕੰਮ ਹੈ ਤੇ ਦੂਰ ਬਹਿ ਕੇ ਬੜਾ ਇਹ ਸੌਖਾ ਲੱਗਦਾ। ਕਿਉਂਕਿ ਜਦ ਤੁਸੀਂ ਨਿੱਤਰਨਾ ਖਾੜੇ ਦੇ ਵਿੱਚ, ਫਿਰ ਇਹ ਪਤਾ ਲੱਗਣਾ ਵੀ ਜਿਹੜੇ ਸੂਬੀਆਂ ਦੇ ਸੱਪ ਕਿਵੇਂ ਬਣਦੇ ਆ। ਤੁਹਾਡੇ ਨਾਲ ਬੈਠੇ, ਤੁਹਾਡੇ ਨਾਲ ਹੱਸਦੇ ਖੇਡਦੇ, ਤੁਹਾਡੇ ਨਾਲ ਸਾਲਾਂ ਦੇ ਯਾਰ ਦੋਸਤ ਜਦ ਚਾਹਾਂ ਪੀਂਦੇ, ਆਥਣੇ ਰੋਟੀਆਂ ਤੇ ਇਕੱਠੇ ਹੁੰਦੇ, ਜਦ ਖੀਸੇ ਦੇ ਫਨੀਅਰ ਬਣ ਜਾਂਦੇ ਨੇ, ਪਤਾ ਫੇਰ ਲੱਗਦਾ। ਫਿਰ ਉਹਦੇ ਤੋਂ ਤੁਸੀਂ ਸਿੱਖਦੇ ਹੋ, ਆਪਣਾ ਤੇ ਪਰਾਇਆ ਤੁਹਾਨੂੰ ਉਹ 'ਚ ਪਤਾ ਲੱਗਦਾ। ਬਾਕੀ ਕੱਲ੍ਹ ਨੂੰ ਜਿਹੜੀਆਂ ਇੱਕ ਸਰੀ ਦੇ ਵਿੱਚ ਹੋਰ ਵੀ ਕਾਰ ਰੈਲੀਆਂ ਜਿਹੜੀਆਂ ਨੇ, ਕਾਰ ਰੈਲੀ ਵੀ ਕੱਲ੍ਹ ਵੀ ਇੱਕ ਵੱਡੀ ਰੈਲੀ ਜਿਹੜੀ ਹੋਈ, ਜਿਹੜੀ ਇੱਕ ਗ੍ਰੇਡਡ ਪਾਰਕਿੰਗ ਦੇ ਵਿੱਚ ਕਾਰਾਂ ਖੜੀਆਂ ਸੀ, ਤੇ ਮੇਰੇ ਖਿਆਲ ਲਿਬਰਲ ਨੇ ਉਹ ਕੀਤੀ ਹੈ, ਸ਼ਾਇਦ ਵਿਲਕਿੰਸਨ ਉਹ ਨਹੀਂ ਬੋਲ ਰਹੇ ਸੀ ਪੂਰਾ, ਮੈਨੂੰ ਹੁਣੇ ਕਿਸੇ ਨੇ ਭੇਜੀ ਹੈ। ਆਪਣਾ ਕੈਂਪੇਨ ਕਰਨ ਦਾ ਸਟਾਈਲ ਹੈ। ਭਾਰਤ ਤੋਂ, ਉੱਥੇ ਦੇ ਮਿਨਿਸਟਰਾਂ ਤੋਂ, ਉੱਥੇ ਦੇ VIPਆਂ ਤੋਂ ਵੀ ਫੋਨ ਹੋ ਰਹੇ ਨੇ ਰਾਈਡਿੰਗਸ ਦੇ ਵਿੱਚ, ਪਰ ਇਸ ਤੋਂ ਆਪਾਂ ਬਚੀਏ, ਇਸ ਤੋਂ ਆਪਾਂ ਪਰਾਂ ਰਹੀਏ, ਕਿਉਂਕਿ ਜਿੱਤਣ ਲਈ ਉਹ ਸਾਰੇ ਖੜਦੇ ਆ, ਪਰ ਅਖੀਰ ਗੱਲ ਵੋਟਰਾਂ 'ਤੇ ਆ। ਤੇ ਅਖੀਰ ਗੱਲ ਉਹੀ ਆ ਵੀ ਉਹਦੇ ਹੀ ਝੋਲੀ 'ਚ ਪੈਣੀ ਆ ਸੇਵਾ, ਜਿਹੜਾ ਸੇਵਾ ਕਰਨ ਦਾ ਹੱਕ ਰੱਖਦਾ, ਜਿਹੜਾ ਸੇਵਾ ਕਰਨ ਲਈ ਦਿਲੋਂ ਫਿਰਦਾ। ਅਲੱਗ-ਅਲੱਗ ਭਾਵਨਾ ਹੁੰਦੀ ਆ ਹਰ ਇੱਕ ਦੀ, ਲੋਕਾਂ 'ਚ ਭਾਵਨਾ ਅਸੀਂ ਕੁਛ ਦਿਖਾਈਏ, ਪਰ ਇੱਕ ਦਿਲ ਦੀ ਗੱਲ ਆ ਜਿਹੜਾ ਉਹ ਕਾਦਰ ਦਾ, ਕੁਦਰਤ ਦਾ ਕਾਦਰ ਜਿਹੜਾ ਮਾਲਕ ਜਾਣਦਾ ਵੀ ਮੈਂ ਕਿਹੜੇ ਲਈ ਖੜ ਰਿਹਾ। ਦੇਖੋ, ਜੇ ਇਸ ਨੂੰ ਤੁਸੀਂ ਵੇਖਦੇ ਹੋ ਪੈਸੇ ਵਾਲੇ ਪਾਸਿਓਂ, $1,00,000 ਦੀ ਤਨਖਾਹ, $1,00,000 ਕੱਖ ਨਹੀਂ ਹੈ। $1,00,000 ਸਾਰੇ ਬਣਾਉਂਦੇ ਆ, 7-8 ਹਜ਼ਾਰ ਐਵਰੇਜ ਲੋਕ ਬਣਾ ਰਹੇ ਨੇ। ਪੈਸਿਆਂ ਦੀ ਗੱਲ ਨਹੀਂ ਹੈ, ਇਹ ਸਰਵਿਸ ਹੈ, ਇਹ ਸੇਵਾ ਹੈ ਕਮਿਊਨਿਟੀ ਦੇ ਲਈ। ਬਈ ਮੇਰਾ ਇੱਕ ਮਨਸੂਬਾ ਯਾਰ, ਮੈਂ ਇਸ ਕਮਿਊਨਿਟੀ ਦਾ ਮੈਂਬਰ ਹਾਂ, ਮੈਂ ਆਹ ਕਰਨਾ ਚਾਹੁੰਦਾ, ਉਹ ਧਾਰਨਾ ਹੋਵੇ। ਜਿਵੇਂ 20 ਗੱਲਾਂ ਕਹਿਣਾ, ਮੈਂ 20 ਉਹ ਕਰ ਦੂੰ, 20 ਨਹੀਂ ਹੁੰਦੀਆਂ। ਜਦ ਗਵਰਨਮੈਂਟ ਫਾਰਮ ਹੋਣੀ ਆ, ਤੁਹਾਨੂੰ ਜਗ੍ਹਾ ਕਿਹੜੀ ਮਿਲਣੀ ਆ, ਤੁਸੀਂ ਉੱਥੇ ਕੀ ਕਰ ਸਕਦੇ ਹੋ, ਕਿੰਨੀ ਕੁ ਤੁਹਾਡੀ ਸੁਣੀ ਦੀ ਆ, ਪਾਰਟੀ ਵਿਪ ਤੁਹਾਨੂੰ ਕੀ ਬੋਲਣ ਦਿੰਦਾ, ਕੀ ਨਹੀਂ ਬੋਲਣ ਦਿੰਦਾ। ਬਿਆਨ ਨਹੀਂ ਇੱਕ ਦੇ ਸਕਦੇ, ਬਿਆਨ ਤੁਸੀਂ ਇੱਕ ਸ਼ਬਦ ਐਡਾ ਡਿਸਿਪਲਿਨ ਹੈ, ਨਾ ਚਾਹੁੰਦੇ ਹੋਏ ਵੀ ਤੁਸੀਂ ਚੁੱਪ ਰਹੋਗੇ, ਤੁਸੀਂ ਬੋਲ ਨਹੀਂ ਸਕਦੇ। ਸੋ ਇਹ ਜਿਹੜਾ ਲੱਗਦਾ ਹੀ ਹੈ ਕਿ ਇਹ ਸੌਖਾ ਹੈ ਤੇ ਰਾਜਨੀਤੀ ਦਾ ਕਹਾਣੀਓ ਕੋਈ ਨਹੀਂ, ਪਰ ਨਹੀਂ, ਜਦ ਤੁਸੀਂ ਇਹਦੇ 'ਚ ਜਾਣਦੇ ਹੋ ਪਤਾ ਫੇਰ ਲੱਗਦਾ ਕਿ ਰਾਜਨੀਤੀ ਇੰਨੀ ਵੀ ਸੌਖੀ ਨਹੀਂ ਹੈ। ਤੇ ਜੇ ਮਨ ਦੇ ਵਿੱਚ ਡਰ ਹੈ ਵੀ ਪਾਰਟੀ ਮੈਨੂੰ ਬੋਲਣ ਨਹੀਂ ਦਊ, ਪਾਰਟੀ ਦਾ ਵਿਪ ਬੋਲਣ ਨਹੀਂ ਦਊ, ਫਿਰ ਇਹਦੇ 'ਚ ਨਾ ਜਾਓ। ਫਿਰ ਲੋਕਾਂ ਨੂੰ ਇਹ ਕਹੋ ਵੀ ਮੈਂ ਖੜਨਾ ਆਜ਼ਾਦ, ਤੇ ਮੈਨੂੰ ਪਾਓ ਲੋਕੋ ਵੋਟਾਂ, ਤੇ ਫਿਰ ਮੈਂ ਤੁਹਾਨੂੰ ਟਿੰਡ 'ਚ ਕਾਨਾ ਪਾ ਕੇ ਦਿਖਾਊਂ ਵੀ ਕੀ ਹੋ ਰਿਹਾ, ਤੇ ਤੁਹਾਨੂੰ ਮੈਂ ਦੱਸੂਗਾ। ਇਹ ਵੀ ਇੱਕ ਗੱਲ ਹੋ ਸਕਦੀ ਹੈ। ਜੂਡੀ ਵਿਲਸਨ ਰੇਬੋਲਡ ਨੇ ਦਿਖਾ ਦਿੱਤਾ ਹੈ ਕਿੰਨਾ ਜ਼ੋਰ ਲਿਬਰਲ ਦਾ ਲੱਗਿਆ। ਸੱਚ ਤੇ ਖੜੀ ਇਸਤਰੀ ਜਿੱਤ ਗਈ ਨਾ, ਤੁਹਾਡੇ ਸਾਹਮਣੇ ਜਿੱਤੀ ਹੈ, ਉਹ ਬੈਠੀ ਆ ਪਾਰਲੀਮੈਂਟ ਦੇ ਵਿੱਚ। ਹਾਂ, ਇਹ ਗੱਲ ਕਹੀ ਜਾਂਦੀ ਹੈ ਕਿ ਆਜ਼ਾਦ ਉਮੀਦਵਾਰ ਦੇ ਕੋਲ ਜ਼ੋਰ ਨਹੀਂ ਹੁੰਦਾ, ਆਜ਼ਾਦ ਉਮੀਦਵਾਰ ਦੇ ਕੋਲ ਬਾਹਲਾ ਕਹਾਣੀ ਨਹੀਂ ਬਣਦੀ, ਪਰ ਜੇ ਕਿਸੇ ਪਾਰਟੀ ਨਾਲ ਬੈਠਾ MLA MP ਬੋਲ ਹੀ ਨਹੀਂ ਸਕਦਾ, ਉਹਦੇ ਨਾਲੋਂ ਆਜ਼ਾਦ ਬੈਠਾ ਰੌਲਾ ਤਾਂ ਪਾਵੇ, ਲੋਕਾਂ ਦੇ ਵਿੱਚ ਤਾਂ ਆ ਕੇ ਸਾਖਰ ਰਹੇ ਕਿ ਆਹ ਮੈਂ ਸੋਚਦਾ ਤੇ ਆਹ ਮੈਂ ਕਰਨਾ ਚਾਹੁੰਦਾ। ਸੋ ਇਹਦੇ 'ਚ ਮੈਂ ਬੇਨਤੀ, ਕਿਉਂਕਿ ਸ਼ੇਰੇ ਪੰਜਾਬ ਨੇ ਇਸ ਨੂੰ ਬਹੁਤ ਵਧੀਆ ਨਿਭਾਇਆ, ਅਨਬਾਇਸ ਹੋ ਕੇ। ਇਸ 'ਤੇ ਬਹੁਤ ਕੰਮ ਸਮੀਰ ਕੌਸ਼ਲ ਹੋਰਾਂ ਨੇ ਕੀਤਾ। ਬਾਕੀ ਹੋਸਟਾਂ ਦੀ ਵੀ ਜਿਹੜੀ ਪਕੜ ਹੈ, ਉਹਨਾਂ ਨੇ ਰਾਜਨੀਤੀ 'ਚ ਸਾਰਿਆਂ ਦੀ ਉਹ ਪਕੜ ਹੈ, ਸਾਰੇ ਹੀ ਕਰਨਾ ਚਾਹੁੰਦੇ ਆ ਰਾਜਨੀਤੀ ਦੇ ਵਿੱਚ। ਤੇ ਕੋਸ਼ਿਸ਼ ਅਸੀਂ ਇਸ ਤੋਂ ਵਧੀਆ ਕੀਤੀ, ਤੇ ਤਾਂ ਹੀ ਆਹ ਦਿਨਾਂ 'ਚ ਸ਼ੁਰੂ ਹੋਣ ਵਾਲਾ ਸਟੂਡੀਓ 1 ਮਹੀਨੇ ਪਹਿਲਾਂ ਸ਼ੁਰੂ ਕੀਤਾ ਕਿ ਤੁਹਾਡੇ ਤੱਕ ਕੋਈ ਵਧੀਆ ਜਿਹੜੀ ਗੱਲ ਪਹੁੰਚ ਸਕੇ। ਵੋਟ ਜ਼ਰੂਰ ਪਾਉਣ ਜਾਇਓ ਕੱਲ੍ਹ ਨੂੰ।
ਕੱਲ੍ਹ ਨੂੰ ਸੁੱਕ ਪੱਕਾ, ਅੱਜ ਇਹ ਮੀਂਹ ਹੈ ਤੇ ਵੋਟਾਂ ਜ਼ਰੂਰ ਪਾਉਣੀਆਂ ਨੇ। ਵੋਟ ਬਹੁਤ ਔਖਾ ਅਧਿਕਾਰ ਮਿਲਿਆ। ਜਦ ਸੂਬੇ 'ਚ ਆਉਣ ਲੱਗੇ 1904 ਦੇ ਵਿੱਚ ਕਿਸੇ ਪਾਰਟੀ ਨੇ ਸਾਨੂੰ ਵੈਲਕਮ ਨਹੀਂ ਕੀਤੀ। ਸਾਡੀ ਗੱਲਾਂ ਚੱਲੀਆਂ ਵੀ ਕਮਿਸ਼ਨ ਬਣਾਓ, ਜਿਹੜੇ ਇਹ ਏਸ਼ੀਆ ਤੋਂ ਆ ਰਹੇ ਨੇ ਇਹ ਤਾਂ ਗੜਬੜ ਹੈ, ਇਹ ਕਿੱਥੋਂ ਆ ਰਹੇ ਨੇ। ਸਾਡੇ ਰੰਗ ਬੰਨ, ਸਾਡੇ ਕੱਪੜੇ ਪਹਿਨਣ ਦੀਆਂ ਗੱਲਾਂ ਹੋਈਆਂ। ਪਾਰਟੀਆਂ ਜਿਹੜੀਆਂ ਦੋ ਹੀ ਉਸ ਸਮੇਂ ਕਾਬਜ਼ ਸੀ, ਕੰਜ਼ਰਵੇਟਿਵ ਤੇ ਲਿਬਰਲ, ਵਿਕਟੋਰੀਆ ਦੇ ਵਿੱਚ ਉਹਨਾਂ ਕਨਵੈਨਸ਼ਨਾਂ ਦੇ ਵਿੱਚ ਗੱਲ ਹੋਈ। ਉਹ ਕਹਿੰਦੇ ਬਈ ਇਹ ਠੀਕ ਹੈ, ਜੈਪਨੀਜ਼ ਤਾਂ ਠੀਕ ਨੇ, ਪਰ ਇਹ ਅਲੱਗ ਪਹਿਨਦੇ ਨੇ, ਅਲੱਗ ਦਿਖਦੇ ਨੇ, ਡਿਸਓਨੈਸਟ ਲੱਗਦੇ ਨੇ। ਸੋ 115 ਵਰ੍ਹੇ ਪਹਿਲਾਂ ਕੀ ਹਾਲ ਸੀ ਤੇ 115 ਵਰ੍ਹੇ ਬਾਅਦ ਅੱਜ ਪਾਰਟੀਆਂ ਦੇ ਲੀਡਰ ਤੁਹਾਡੀ ਸਰੀ 'ਚ ਤੁਰੇ ਫਿਰਦੇ ਨੇ, ਤਾਂ ਉਸ ਕਾਇਮ ਉਸ ਨੂੰ ਰੱਖਣ ਲਈ ਵੋਟਾਂ ਜ਼ਰੂਰ ਪਾ ਦਿਓ। ਜੇ ਵੋਟਾਂ ਨਾ ਪਾਈਆਂ, ਤੁਹਾਡੀ ਗਿਣਤੀ ਦੇ ਹਿਸਾਬ ਨਾਲ ਵੋਟਾਂ ਘੱਟ ਪਈਆਂ, ਅਗਲੇ ਨੇ ਕਿਸੇ ਨੇ ਨਹੀਂ ਆਉਣਾ ਤੁਹਾਡੇ ਕੋਲ ਮੁੜ ਕੇ। ਆਪਣੀ ਵੋਟ ਦਾ ਹੱਕ ਜ਼ਰੂਰ ਲਓ। ਵਪਾਰਕ ਸੰਦੇਸ਼ਾਂ ਤੋਂ ਬਾਅਦ ਪ੍ਰਾਈਵੇਟ ਪਾਰਕਿੰਗ ਦੇ ਵਿੱਚ ਮਿਲੀਆਂ ਟਿਕਟਾਂ ਦਾ ਬਹੁਤ ਵੱਡਾ ਇਸ਼ੂ ਆ, ਤੁਹਾਨੂੰ ਮੈਂ ਉਸ ਦੇ ਬਾਰੇ ਗੱਲਬਾਤ ਕਰਦਾ ਤੇ ਨਾਲ ਹੀ ਤੁਸੀਂ ਸ਼ੇਰੇ ਪੰਜਾਬ ਰੇਡੀਓ ਦੀ ਗੱਲਬਾਤ ਮੇਰੇ ਨਾਲ ਕਰ ਸਕਦੇ ਹੋ। ਮੈਂ ਸ਼ੁੱਕਰਵਾਰ ਨੂੰ ਤੁਹਾਡੇ ਲਈ ਸਮਾਂ ਰੱਖਦਾ ਹੁੰਦਾ ਕਿ ਕਿੱਥੇ ਕਿੱਥੇ ਸੁਣ ਰਹੇ ਹੋ, ਕਿਵੇਂ ਸੁਣ ਰਹੇ ਹੋ, ਕਿੱਥੇ ਕਿੱਥੇ ਸੁਣਦਾ, ਕੋਈ ਤੁਹਾਡਾ ਮਸ਼ਵਰਾ ਹੋਵੇ, ਉਸ ਦੀ ਗੱਲਬਾਤ ਵੀ ਤੁਹਾਨੂੰ ਲਈ ਅਸੀਂ ਸ਼ੁੱਕਰਵਾਰ ਨੂੰ ਆਪਾਂ ਆਪਣੇ ਪ੍ਰੋਗਰਾਮ 'ਚ ਸੁਣਦੇ ਹਾਂ। ਹੁਣੇ ਵਾਪਸ ਆਏ 604 204 0600, ਇਹ ਫੋਨ ਸੇਵ ਕਰੋ, ਇਹ ਔਨ ਏਅਰ ਨੰਬਰ ਹੈ। ਜਿਹੜੀ ਮੈਂ ਪ੍ਰਾਈਵੇਟ ਪਾਰਕਿੰਗਾਂ ਜਿਹੜੀਆਂ ਨੇ, ਦੇਖੋ ਇੱਕ ਤਾਂ ਸਿਟੀ ਦੀ ਪਾਰਕ ਹੈ, ਇੱਕ ਹੈ ਪ੍ਰਾਈਵੇਟ ਕੰਪਨੀਆਂ ਦੀ ਪਾਰਕਿੰਗ। ਪ੍ਰਾਈਵੇਟ ਕੰਪਨੀਆਂ ਦੀ ਪਾਰਕਿੰਗ ਦੇ ਵਿੱਚ ਤੁਸੀਂ ਟਿਕਟ ਬਿਨਾਂ ਕਈ ਵਾਰ ਪਾਰਕਿੰਗ ਖਰੀਦੇ ਖੜਾ ਜਾਂਦੇ ਤੇ ਆਉਂਦਿਆਂ ਨੂੰ $60-70 ਦੀ ਪਾਰਕਿੰਗ ਦੀ ਟਿਕਟ ਲੱਗੀ ਹੁੰਦੀ ਹੈ। ਇਹਦਾ ਬੜਾ ਇਸ਼ੂ ਹੈ। ਇਹ ਪ੍ਰਾਈਵੇਟ ਪਾਰਕਿੰਗ ਕੰਪਨੀਆਂ ਬਹੁਤ ਜ਼ਿਆਦਾ, ਬਹੁਤ ਤੇਜ਼ੀ ਨਾਲ ਵਧੀਆਂ ਨੇ। ਟੋਰਾਂਟੋ ਬੇਸਡ ਪਾਰਕ ਲਿੰਕ 600 ਮਿਲੀਅਨ ਸਾਲ ਦਾ ਉਹਨਾਂ ਦਾ ਬਿਜ਼ਨਸ ਹੈ, 600 ਮਿਲੀਅਨ। ਉਹਦੇ 'ਚ ਲੋਟਸ ਜਿਹੜੀਆਂ ਨੇ ਹੌਸਪੀਟਲ, ਮੈਡੀਕਲ ਫੈਸਿਲਿਟੀ। ਇਸ ਤਰ੍ਹਾਂ ਹੀ ਇੰਪਾਰਕ ਵੈਨਕੂਵਰ ਦੀ 1962 ਦੇ ਵਿੱਚ ਸ਼ੁਰੂ ਹੋਈ ਕੰਪਨੀ, ਹੁਣ 4 ਲੱਖ ਪਾਰਕਿੰਗ ਸਪੌਟ ਨੇ ਉਹਨਾਂ ਕੋਲ, 3400 ਲੋਟਾਂ ਤੇ 100 ਸ਼ਹਿਰਾਂ 'ਚ ਕੈਨੇਡਾ ਤੇ ਯੂਨਾਈਟਿਡ ਸਟੇਟਸ ਦੇ ਵਿੱਚ ਉਹ ਪਾਰਕਿੰਗ ਜਿਹੜੀ ਹੈ ਉਹ ਮੁਹੱਈਆ ਕਰਦੇ ਨੇ। ਸਰਕਾਰ ਦੀ ਸਿਟੀ ਦੀਆਂ ਜਿਹੜੀਆਂ ਪਾਰਕਿੰਗ ਹੈ, ਸਿਟੀ ਦੀ ਪਾਰਕਿੰਗ ਲੋਟਾਂ ਜਿਹੜੀਆਂ ਅਲੱਗ ਨੇ, ਸਿਟੀ ਵਿੱਚ ਜਾਂਦੇ ਆ, ਸਿਟੀ ਦੇ ਕੰਟਰੋਲ। ਜਿਹੜੀਆਂ ਪ੍ਰਾਈਵੇਟ ਪਾਰਕਿੰਗ ਲੋਟਾਂ ਨੇ, ਇਹਦੀ ਜਿਹੜੀ ਟਿਕਟ ਹੈ ਇਹ ਟਿਕਟ ਨਹੀਂ ਹੈ। ਟੋਰਾਂਟੋ ਦੇ ਵਕੀਲ ਜੌਨ ਵੇਨਗਸਟ ਨੇ ਇਹ ਗੱਲ ਕੀਤੀ ਹੈ, ਕਹਿੰਦਾ ਇਟਸ ਨਾਟ ਏ ਪਾਰਕਿੰਗ ਟਿਕਟ। ਬਿਲਕੁਲ ਇਹ ਇਸ਼ੂ ਹੁੰਦੀ ਆ ਉਸ ਤਰ੍ਹਾਂ ਹੀ, ਲੋਕ ਸੋਚਦੇ ਆ ਟਿਕਟ ਹੈ, ਟਿਕਟ ਨਹੀਂ। ਇਹਨੂੰ ਤੁਸੀਂ ਪਾੜ ਕੇ ਗਾਰਬੇਜ ਸਿੱਟ ਸਕਦੇ ਹੋ, ਯੂ ਕੈਨ ਥਰੋ ਇਟ ਇਨ ਗਾਰਬੇਜ। ਉਹਨੇ ਪੂਰਾ ਕਨਫੀਡੈਂਸ ਦੇ ਨਾਲ ਇਹ ਗੱਲ ਕੀਤੀ। ਉਹ ਕਹਿੰਦਾ ਕਿਉਂਕਿ ਇਹਦੇ ਨਾਲ ਕੋਈ ਤੁਹਾਨੂੰ ਫਰਕ ਨਹੀਂ ਪੈਣਾ, ਤੁਹਾਡੇ ਰੈਕਡ 'ਤੇ ਨਹੀਂ ਜਾਣੀ, ਤੁਹਾਡਾ ਲਾਇਸੈਂਸ ਰੀਨਿਊ ਨਹੀਂ ਹੋਣਾ, ਤੁਹਾਡੀ ਵਹੀਕਲ ਰਜਿਸਟ੍ਰੇਸ਼ਨ ਦੀ ਰੀਨਿਊ, ਇਹਨਾਂ ਕੋਲ ਕੁਛ ਨਹੀਂ ਹੈ। ਪ੍ਰਾਈਵੇਟ ਪਾਰਕਿੰਗ ਹੈ, ਠੀਕ ਹੈ, ਤੁਸੀਂ ਕਾਨੂੰਨ ਮੰਨਦੇ ਪਾਰਕਿੰਗ ਖਰੀਦ ਕੇ ਜਾਓ, ਪਰ ਜੇ ਪਾਰਕਿੰਗ ਭੁੱਲ ਗਏ ਜਾਂ ਐਕਸਪਾਇਰ ਹੋ ਗਈ ਤੇ ਉੱਥੇ $60 ਦਾ ਕੋਈ ਲਾ ਗਿਆ ਨੋਟ, ਤਾਂ ਕੋਈ ਉਹਦਾ ਕੁਛ ਨਹੀਂ ਹੈ। ਕਈ ਵਾਰ ਕਿਉਂਕਿ CBC ਦੀ ਮਾਰਕੀਟ ਪਲੇਸ ਨੇ ਇਸ 'ਤੇ ਕੰਮ ਕੀਤਾ, ਪਾਰਕ ਲਿੰਕ ਦੇ ਕਸਟਮਰ ਦੇ ਨਾਲ ਬੈਠ ਕੇ ਉਹਨਾਂ ਨੇ ਕੰਪਲੇਂਟ ਕੀਤੀ ਤੇ $8 ਉਹਨੇ ਪਾਰਕ ਸਾਰਾ ਦਿਨ ਦਿੱਤੀ, ਪਰ ਕੁਛ ਕਾਰਨ ਕਰਕੇ ਤੇ ਉਹ ਮੁੱਕ ਗਈ ਤੇ $70 ਦੀ ਉਹ ਪਾਰਕਿੰਗ ਦੀ ਟਿਕਟ ਲੱਗ ਗਿਆ, ਕਿਉਂਕਿ ਪ੍ਰੋਪਰਲੀ ਉਹਨੇ ਪਾਰਕਿੰਗ ਜਿਹੜੀ ਹੈ ਟਿਕਟ ਡਿਸਪਲੇ ਨਹੀਂ ਸੀ ਕੀਤੀ। ਪੇਡ ਰਸੀਟ ਸੀ ਕੋਡ। ਕੰਪਨੀ ਕਹਿੰਦੀ $10 ਹੋਰ ਦੇ ਜੇ ਡਿਸਪਿਊਟ ਕਰਨੀ ਹੈ, ਨਹੀਂ ਤਾਂ ਕਲੈਕਸ਼ਨ ਏਜੰਸੀ ਨੂੰ ਜਾਓ। ਕਲੈਕਸ਼ਨ ਏਜੰਸੀ ਨੂੰ ਜਾਣ ਤੋਂ ਪਹਿਲਾਂ ਸਮਾਲ ਕਲੇਮ ਕੋਰਟ 'ਚ ਜਾਣਾ ਪੈਂਦਾ। ਸਮਾਲ ਕਲੇਮ ਕੋਰਟ ਦੀ $50 ਫੀਸ ਹੈ ਤੇ ਉੱਥੇ ਕੇਸ ਲੜਨਾ ਪੈਣਾ, ਤੇ ਫਿਰ ਜੱਜ ਨੇ ਉੱਥੋਂ ਰੂਲਿੰਗ ਦੇਣੀ ਹੈ, ਤੇ ਫਿਰ ਕਲੈਕਸ਼ਨ ਏਜੰਸੀਆਂ ਤੁਹਾਨੂੰ ਕਲੈਕਟ ਕਰ ਸਕਦੀਆਂ ਨੇ। ਇਉਂ ਨਹੀਂ ਹੈ ਵੀ ਸਿੱਧਾ ਹੀ ਤੁਹਾਡਾ ਨਾਂ ਦੇ ਦੇਣਗੇ। ਸੋ ਟੋਰਾਂਟੋ ਦੇ ਵਕੀਲ ਵੇਨਗਸਟ ਨੇ ਇਹ ਕਿਹਾ, ਕਹਿੰਦਾ ਬਿਲਕੁਲ ਇਹਨਾਂ ਨੂੰ ਪਾੜ ਕੇ ਸਿੱਟੋ ਕੂੜਦਾਨ 'ਚ। ਜਦੀ ਇਹ ਕੋਈ ਕ੍ਰੈਡਿਟ ਸਕੋਰ ਨਹੀਂ ਤੁਹਾਡਾ ਹਰਟ ਕਰ ਸਕਦੀ। CBC ਨੇ ਇਹ ਇੱਕ ਮਾਰਕੀਟ ਪਲੇਸ ਦੀ ਇਨਵੈਸਟੀਗੇਸ਼ਨ ਕੀਤੀ, ਜਿਸ 'ਚ ਧੱਕਾ $600 ਮਿਲੀਅਨ ਸਾਲ ਦਾ ਇੱਕ ਪਾਰਕਿੰਗ 'ਚੋਂ ਸਿਰੇ ਲੱਗੀ ਗੱਲ। ਸਵਰਨ ਸਿੰਘ ਚਾਲ ਜੀ, ਤੁਸੀਂ ਏਅਰ 'ਤੇ ਹੋ, ਲਾਈਨ ਨੰਬਰ 1। ਹਾਂਜੀ ਗਿੱਲ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਚਾਲ ਸਾਹਿਬ, ਕੀ ਹਾਲ ਚਾਲ ਹੈ ਜੀ? ਧੰਨਵਾਦ ਜੀ, ਬਹੁਤ ਬਹੁਤ। ਅਹਲਨ व सहलन। ਸ਼ੁਕਰਨ। ਹਾਂਜੀ,
ਗੱਲ ਸਾਹਿਬ ਆਪਣੇ ਮੈਂ ਗੱਲ ਕਰਨ ਲੱਗਾ ਜਿਹੜੀ VOTING ਦੀ ਤੁਸੀਂ ਗੱਲ ਕੀਤੀ ਆ ਜੀ, ਉਹਦੇ ਵਿੱਚ ਸਾਨੂੰ ਲੋਕਾਂ ਨੂੰ ਬਹੁਤ ਸੋਚਣਾ ਚਾਹੀਦਾ ਕਿ VOTING ਦਾ ਹੱਕ ਜਿਹੜਾ ਬਹੁਤ ਮੁਸ਼ਕਲ ਮਿਲਿਆ। ਹਰ ਇੱਕ ਬੰਦੇ ਨੂੰ ਆਪਣਾ ਵੋਟ ਦਾ ਹੱਕ ਜਿਹੜਾ ਯੂਜ਼ ਕਰਨਾ ਚਾਹੀਦਾ, ਵਰਤਣ ਵੋਟ ਪਾਉਣੀ ਚਾਹੀਦੀ ਆ, ਪਾਉਣੀ ਜਿੱਥੇ ਤੁਸੀਂ ਮਰਜ਼ੀ ਪਾਓ। ਬਿਲਕੁਲ ਮੇਰੇ ਹਿਸਾਬ ਨਾਲ ਜਿਹੜਾ ਬੰਦਾ ਵੋਟ ਨਹੀਂ ਪਾਉਂਦਾ ਉਹ ਦੇਸ਼ ਧਰੋਹੀ ਹੋਵੇਗਾ। ਥੈਂਕ ਯੂ ਜੀ। ਧੰਨਵਾਦ ਜੀ, ਗੱਲ ਬਿਲਕੁਲ ਠੀਕ ਹੈ, ਵੋਟਾਂ ਪਾਉਣੀਆਂ ਚਾਹੀਦੀਆਂ ਸਾਰਿਆਂ ਨੂੰ। 604 204 0600 ਪਾਰਕਿੰਗ ਦੇ ਬਾਰੇ ਕਿਸੇ ਵੀ ਵਿਸ਼ੇ ਦੇ ਬਾਰੇ ਆਪਣੇ ਕੋਲ 25 ਮਿੰਟ ਨੇ, ਤੁਸੀਂ ਗੱਲਬਾਤ ਕਰ ਸਕਦੇ ਹੋ। ਪ੍ਰੋਗਰਾਮ ਦੇ ਬਾਰੇ, ਰੇਡੀਓ ਦੇ ਬਾਰੇ, ਜਿੱਥੇ ਸੁਣ ਰਹੇ ਹੋ ਦੱਸ ਸਕਦੇ ਹੋ, ਕਿੱਥੇ ਤੱਕ ਕਲੀਅਰ ਸੁਣਦਾ ਹੈ। ਸਰ ਮਨਜੀਤ ਸਿੰਘ ਥਿੰਦ ਹੋਣੀ ਕਹਿੰਦੇ ਮੈਂ ਤਾਂ ਓਲੰਪੀਆ 'ਚ ਫਿਰਦਾ, ਮੈਂ ਤਾਂ ਕਾਰ ਦੇ ਵਿੱਚ ਟਿਊਨ ਇਨ ਕਰਕੇ ਸੁਣਦਾ। ਉਹਨਾਂ ਦੇ ਰਿਸ਼ਤੇਦਾਰਾਂ ਨੇ ਪਿਛਲੇ ਵੀਕਐਂਡ ਉਹ ਕਹਿੰਦੇ ਪੋਰਟਲੈਂਡ ਟਿਊਨ ਇਨ ਕਰਕੇ ਬਿਲਕੁਲ ਸੁਣਦਾ, ਆਈਲੈਂਡ ਬਿਲਕੁਲ ਕਲੀਅਰ ਸੁਣਦਾ। ਓਕਨਾਗਨ ਦੇ ਵਿੱਚ ਕਿੱਥੇ ਹੋ ਤੁਸੀਂ ਜਿੱਥੇ ਟਿਊਨ ਇਨ ਨਾਲ ਸੁਣ ਸਕਦੇ ਹੋ, ਕਿਉਂਕਿ ਥੋੜ੍ਹੀਆਂ ਜਿਹੀਆਂ ਪਹਾੜੀਆਂ ਪੈਂਦੀਆਂ ਨੇ, ਮੇ ਵੀ ਕਿਤੇ ਨਾ ਕਿਤੇ ਪ੍ਰੋਬਲਮ ਹੋਵੇ, ਪਰ ਕੈਮਲੂਪਸ ਦੇ ਵਿੱਚ ਬਹੁਤ ਕਲੀਅਰ ਜਿਹੜਾ ਇਸ ਨੂੰ ਇੱਕ ਦਿਨ ਸਾਡੇ ਡਰਾਈਵਰ ਵੀਰ ਨੇ ਸੁਣਿਆ ਤੇ ਸਕੇਲ ਤੇ ਬਾਹਰਲੇ ਬੰਨੇ ਤੇ ਉਹਨਾਂ ਨੇ ਫੋਨ ਕਰਕੇ ਦੱਸਿਆ ਕਿ ਸਾਨੂੰ ਬਿਲਕੁਲ ਕਲੀਅਰ ਇੱਥੇ ਸੁਣਦਾ। 604 204 0600 ਤੁਹਾਡੇ ਲਈ ਲਾਈਨਾਂ ਖੁੱਲ੍ਹੀਆਂ। ਤੁਸੀਂ ਇਹਦੇ ਤੇ ਪਾਰਕਿੰਗ ਟਿਕਟ ਦੀ ਗੱਲ, ਪ੍ਰਾਈਵੇਟ ਪਾਰਕਿੰਗ ਦੀ ਜੇ ਕੋਈ ਸਵਾਲ ਆ ਤਾਂ ਪੁੱਛ ਲਓ। ਉਹਦੇ ਬਾਅਦ ਪ੍ਰੋਗਰਾਮਾਂ ਦੇ ਬਾਰੇ ਤੇ ਵੋਟਾਂ ਦੇ ਬਾਰੇ ਸ਼ੁੱਕਰਵਾਰ ਨੂੰ ਮੈਂ ਤੁਹਾਨੂੰ ਅੱਧਾ ਘੰਟਾ ਦਿਆ ਕਰਨਾ ਖੁੱਲ੍ਹੀ ਗੱਲ ਤੁਹਾਡੀ ਆਪਣੀ। 604 204 0600 ਸੁਖਵੀਰ ਸਿੰਘ ਪੂਨੀਆ ਜੀ, ਲਾਈਨ ਨੰਬਰ 1। ਹੈਲੋ, ਸਤਿ ਸ਼੍ਰੀ ਅਕਾਲ ਗਿਲ ਸਾਹਿਬ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਗਿਲ ਸਾਹਿਬ, ਮੈਂ ਇੱਕ ਦੋ ਗੱਲਾਂ ਕਰਨੀਆਂ ਚਾਹੁੰਦਾ। ਇੱਕ ਤਾਂ ਇਲੈਕਸ਼ਨ ਬਾਰੇ ਗੱਲ ਕਰਨੀ ਚਾਹੁੰਦਾ ਜੀ, ਕਿ ਜਿੱਦਾਂ ਤੁਸੀਂ ਕੀਤਾ ਕਿ ਵੋਟ ਮੇਰੇ ਭੈਣ ਭਰਾ ਜਿਹਨੂੰ ਮਰਜ਼ੀ ਪਾਉਣ, ਸੋਚ ਸਮਝ ਕੇ ਪਾਇਓ। ਕਦੇ ਵੀ ਇਹ ਨਾ ਦੇਖਿਓ ਕਿ ਸਾਡਾ ਬੰਦਾ ਵੀ ਅਸੀਂ ਇਹਨੂੰ ਹੀ ਪਾਉਣੀ ਆ, ਕਿਉਂਕਿ ਜਿਹੜਾ ਸਾਡਿਆਂ ਨੇ ਚੰਦ ਚਾੜਿਆ ਉਹ ਆਪਾਂ ਦੇਖ ਹੀ ਲਿਆ ਜਦੋਂ ਆਹ COVID-19 ਹੋਇਆ ਸੀ ਨਾ, ਜਦੋਂ ਇੰਡੀਆ 'ਚ ਲੋਕੀ ਸਟਕ ਹੋਏ ਸੀ, ਜੋ ਸਾਡੇ ਐਮਪੀਆਂ ਨੇ ਲੱਸੀ ਘੋਲੀ ਹੈ ਨਾ, ਤੇ ਫਿਰ ਕੁਛ ਕਹਿ ਲਓ ਕਿ ਜਿਹੜੇ ਬ੍ਰੌਡਕਾਸਟਰ ਸੀਗੇ, ਰੇਡੀਓ ਸਟੇਸ਼ਨਾਂ ਵਾਲੇ ਵੀ ਜਾਂ ਜਿਹੜੇ ਪ੍ਰੋਗਰਾਮ ਕਰਦੇ ਸੀਗੇ, ਉਹ ਸਾਰਿਆਂ ਨੂੰ ਪਤਾ ਹੈਗਾ ਕਿ ਉਹਨਾਂ ਨੇ ਜਿੱਦਾਂ ਨਾ ਨਿਊਟਨ ਸਿੱਧੂ ਨੂੰ ਭੰਡਿਆ ਉਸ ਬੰਦੇ ਨੂੰ। ਹਾਲਾਂਕਿ ਉਸ ਬੰਦੇ ਨੇ ਬਹੁਤ ਕੰਮ ਕੀਤਾ ਉੱਥੇ ਗਰਾਊਂਡ ਲੈਵਲ ਤੇ। ਅਸੀਂ ਉੱਥੇ ਸਟਕ ਸੀ ਦਿਲ ਸਾਹਿਬ, ਸਾਨੂੰ ਪਤਾ ਹੈ ਨਾ ਕਿ ਉਹਨੇ ਉਸ ਬੰਦੇ ਨੇ ਕਿੱਦਾਂ ਲੋਕਾਂ ਦੀ ਹੈਲਪ ਕੀਤੀ ਆਪਣਾ ਸਾਰਾ, ਕਿ ਨਾ ਕਿ ਉਹਦਾ ਕੋਈ ਇੰਟਰਸਟ ਸੀ, ਨਾ ਕੋਈ ਬਾਤ ਸੀ, ਨਾ ਕੁਛ ਉਹਨੇ ਲੈਣਾ ਦੇਣਾ ਸੀਗਾ। ਪਰ ਫਿਰ ਵੀ ਇੱਥੇ ਸਾਡੇ ਜਿਹੜੇ ਮੀਡੀਆ ਵਾਲੇ ਕੁਛ ਬੰਦਿਆਂ ਨੇ ਉਹਨੂੰ ਏਦਾਂ ਭੰਡਿਆ ਨਾ ਰੇਡੀਓ ਤੇ ਆ ਕੇ ਕਿ ਪਤਾ ਨਹੀਂ ਉਹਨੇ ਕੀ ਵੱਡਾ ਕ੍ਰਾਈਮ ਕਰ ਦਿੱਤਾ ਸੀ। ਹਾਲਾਂਕਿ ਇੱਕ ਆਪਣੇ ਟੋਰਾਂਟੋ ਦਾ ਰੇਡੀਓ ਸਟੇਸ਼ਨ, ਉਹ ਆਪਣੇ ਆਪ ਨੂੰ ਬਹੁਤ ਵੱਡਾ ਬ੍ਰੌਡਕਾਸਟਰ ਆਪਣੇ ਬਾਸੀ ਸਾਹਿਬ ਕਹਿੰਦੇ ਆ, ਉਹ ਬੰਦੇ ਨੇ ਕਹਿ ਲਓ ਕਿ ਇਹੋ ਜਿਹੀਆਂ ਗੱਲਾਂ ਕੀਤੀਆਂ ਹਨਾ ਕਿ ਉਹ ਇੰਟਰਵਿਊ ਮੈਂ ਵੀ ਸੁਣੀ ਕਿ ਉਹਨਾਂ ਨੂੰ ਇਸ ਤਰ੍ਹਾਂ ਐਲੀਗੇਸ਼ਨ ਲਾਤੇ ਕਿ ਜੀ ਉਹ ਸ਼ਰਾਬ ਪੀਤੀ, ਹਾਲਾਂਕਿ ਬਿਲਕੁਲ ਇਹੋ ਜਿਹੀ ਕੋਈ ਗੱਲਬਾਤ ਨਹੀਂ ਸੀਗੀ। ਠੀਕ ਹੈ ਨਾ, ਪਤਾ ਨਹੀਂ ਕਿਹੋ ਜਿਹੇ ਲਿਫਾਫੇ ਇਹਨਾਂ ਦੀਆਂ ਜੇਬਾਂ ਦੇ ਵਿੱਚ ਪਾਏ ਹੋਏ ਸੀ ਗੌਰਮੈਂਟ ਵੱਲੋਂ। ਸੋ ਮੇਰੀ ਇਹੀ ਰਿਕੁਐਸਟ ਹੈ ਕਿ ਪਲੀਜ਼ ਸਾਡੇ ਜਿਹੜੇ ਇੱਥੇ MLA ਹੈਗੇ, MLA ਵੀ ਕੋਈ ਨਹੀਂ ਬੋਲਿਆ ਹੈਗਾ ਲੋਕਾਂ ਦੇ ਹੱਕ ਦੇ ਵਿੱਚ, ਇਹਨੇ ਵੀ ਕੋਈ ਇਹਦੇ ਹੱਕ ਦੀ ਕੋਈ ਗੱਲ ਨਹੀਂ ਕੀਤੀ ਕਿ ਹਾਂ ਕਿ ਜੇ ਉਹ ਇੱਕ ਦੋ ਫਲਾਈਟਾਂ ਆਈ ਜਾਂਦੀਆਂ ਤਾਂ ਉਹ ਸਾਡੇ ਭੈਣ ਭਰਾ ਆਉਣੇ ਸੀਗੇ, ਆਮ ਲੋਕੀ ਆਉਣੇ ਸੀ, ਲੋਕਾਂ ਦਾ ਫਾਇਦਾ ਹੀ ਹੁੰਦਾ, ਉਹਦੇ ਵਿੱਚ ਕੋਈ ਨੁਕਸਾਨ ਤਾਂ ਨਹੀਂ ਸੀਗਾ ਹਨਾ। ਜਾਂ ਪਹਿਲੇ ਕਹਿ ਦਿੰਦੇ ਕਿ ਇਹ ਕੰਮ ਨਹੀਂ ਹੋ ਸਕਦਾ ਜੀ, ਠੀਕ ਹੈ ਨਾ, ਇਹਨੂੰ ਇੱਥੇ ਰੋਕ ਦਿਓ। ਪਹਿਲਾਂ ਪੌੜੀ ਚਾੜ ਕੇ ਫਿਰ ਮੁੜ ਕੇ ਪੌੜੀ ਚੁੱਕਣੀ। ਇਹ ਸਾਡੇ ਬੰਦਿਆਂ ਨੂੰ ਤੁਹਾਨੂੰ ਪਤਾ ਹੀ ਹੈ ਜਿਹੜੀ ਇੰਡੀਅਨ ਸਟਾਈਲ ਪੋਲਿਟਿਕਸ ਹੈਗੀ ਕਿੱਦਾਂ ਖੇਲਦੇ ਹੈਗੇ ਆ। ਸੋ ਦੂਸਰੀ ਇੱਕ ਬੇਨਤੀ ਮੈਂ ਹੋਰ ਕਰਨੀ ਚਾਹੁੰਦਾ ਕਿ ਜੇ ਤੁਹਾਡੇ ਰੇਡੀਓ ਸਟੇਸ਼ਨ ਤੇ ਚਲੋ ਹੁਣ ਤਾਂ ਕੱਲ੍ਹ ਨੂੰ ਵੋਟਾਂ ਹੈਗੀਆਂ, ਜੇ ਕੋਈ ਵੀ ਆਉਂਦਾ ਹੈਗਾ ਜਾਂ ਕਿਸੇ ਵੀ ਪਾਰਟੀ ਦਾ, ਇਹਨਾਂ ਨੂੰ ਇੱਕ ਗੱਲ ਜ਼ਰੂਰ ਪੁੱਛੋ ਕਿ ਜਿਹੜੇ ਆਪਣੇ ਓਨਰ ਘਰਾਂ ਦੇ ਹੈਗੇ ਆ ਜੀ, ਉਹਨਾਂ ਦੇ ਹੱਕ ਦੇ ਵਿੱਚ ਕੋਈ ਵੀ ਕਹਿ ਲਓ ਕਿ ਹੈ ਨਹੀਂ। ਜੇ ਸਪੋਜ਼ ਕਰੋ ਕੋਈ ਵੀ ਹੈ ਨਾ ਰੈਂਟ ਵਾਲਾ ਧੱਕਾ ਕਰਦਾ ਹੈਗਾ, ਕੋਈ ਰੈਂਟ ਨਹੀਂ ਦਿੰਦਾ ਹੈਗਾ, ਤੁਸੀਂ ਉਹਨੂੰ 2-3 ਮਹੀਨੇ ਦਾ ਨੋਟਿਸ ਵੀ ਦੇਣੇ ਹੈਗੇ ਆ। ਫਿਰ ਜਿੱਥੇ ਮਰਜ਼ੀ ਕੰਪਲੇਂਟਾਂ ਕਰੀ ਚਲੋ, ਜੋ ਮਰਜ਼ੀ ਕਰੀ ਚਲੋ ਜੀ, ਨਾ ਤੁਸੀਂ ਉਸਨੂੰ ਕੱਢ ਸਕਦੇ ਆ ਨਾ ਕੁਛ ਕਰ ਸਕਦੇ ਆ। ਉਹ ਸਾਰੇ ਜਿੰਨੇ ਵੀ ਕਹਿ ਲਓ ਕਿ ਹੱਕ ਹੈਗੇ ਉਹ ਸਾਰੇ ਰੈਂਟ ਵਾਲੇ ਦੇ ਹੱਕ ਦੇ ਵਿੱਚ ਹੈਗੇ ਆ। ਮੈਂ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਕਿ ਰੈਂਟ ਵਾਲਿਆਂ ਨਾਲ ਧੱਕਾ ਹੋਵੇ, ਜੇ ਰੈਂਟ ਵਾਲੇ ਨਾਲ ਕਿਤੇ ਧੱਕਾ ਹੁੰਦਾ ਹੈਗਾ ਉਹਦੀ ਵੀ ਸੁਣਵਾਈ ਉਨੀ ਹੋਣੀ ਚਾਹੀਦੀ ਆ। ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਬੰਦੇ ਸਫਰ ਕਰਨ ਜਿਹੜਿਆਂ ਨੇ ਘਰ ਲਏ ਹੋਏ ਹੈਗੇ ਜੇ ਉੱਥੇ ਕੋਈ ਰੈਂਟ ਤੇ ਰਹਿੰਦਾ ਹੈਗਾ। ਬਿਲਕੁਲ ਠੀਕ, ਇਸ ਤਰ੍ਹਾਂ ਕੋਵਿਡ ਦੇ ਵੇਲੇ ਲੋਕਾਂ ਨੂੰ ਹੋਇਆ ਹੈਗਾ। ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਪੂਨੀਆ ਸਾਹਿਬ, ਥੈਂਕ ਯੂ। ਖੁੱਲੀਆਂ ਗੱਲਾਂ ਸ਼ੁੱਕਰਵਾਰ ਨੂੰ 10:30 ਵਜੇ ਤੁਹਾਡੇ ਲਈ ਹਰਜੀਤ ਸਿੰਘ ਗਿੱਲ ਸ਼ੋਅ 'ਚ ਹੋਇਆ ਕਰਨਗੀਆਂ। ਖੁੱਲੀਆਂ ਗੱਲਾਂ 'ਚ ਕਿਸੇ ਵਿਸ਼ੇ ਤੇ ਤੁਸੀਂ ਗੱਲ ਕਰ ਸਕਦੇ ਹੋ, ਕੋਈ ਤੁਹਾਡੇ ਮਨ ਦੇ ਵਿੱਚ ਮੁੱਦਾ ਹੋਵੇ ਉਸ ਨੂੰ ਵਿਚਾਰ ਸਕਦੇ ਹੋ, ਕੋਈ ਪਿਛਲੇ ਹਫ਼ਤਿਆਂ 'ਚ ਕੋਈ ਗੱਲ ਕਿਸੇ ਮੁੱਦੇ ਤੇ ਕਰਨੀ ਰਹਿ ਗਈ ਹੋਵੇ ਤਾਂ ਵੀ ਕਰ ਸਕਦੇ ਹੋ। ਇੰਦਰ ਜੀ ਤੁਸੀਂ ਏਅਰ ਤੇ ਹੋ, ਲਾਈਨ ਨੰਬਰ 1। ਹਾਂਜੀ ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ ਜੀ, ਮੈਂ ਦੱਸਣਾ ਸੀ ਕਿ ਮੈਂ ਵੀ ਪਾਰਕ ਲਾਈ ਹੋਈ ਸੀ, ਪੇ ਕੀਤੀ ਹੋਈ ਸੀ ਬਾਈ ਫੋਨ ਐਪ ਦੇ ਉੱਤੋਂ ਜੀ। 6 ਮਿੰਟ ਓਵਰ ਹੋ ਗਈ, ਮੈਂ ਐਕਸਟੈਂਡ ਨਹੀਂ ਕਰ ਸਕਿਆ, ਮੈਂ ਬਿਜ਼ੀ ਸੀ ਕੰਮ ਤੇ ਜੀ। ਤੇ ਲਿਆ ਕੇ ਟਿਕਟ ਰੱਖ ਗਏ $78 ਦੀ। ਅੱਛਾ ਜੀ।
ਅੱਛਾ ਜੀ, ਤੇ ਮੈਂ ਫੋਨ ਕੀਤਾ, ਮੈਂ ਕਿਹਾ ਵੀ ਏਦਾਂ ਕਰਕੇ ਵੀ 6 ਮਿੰਟ ਮੈਂ ਤਾਂ ਤੁਹਾਡਾ ਰੈਗੂਲਰ ਹੈਗਾ ਵਾ ਪਾਰਕਿੰਗ ਯੂਜ਼ ਕਰਦਾ। ਕਹਿੰਦੇ ਡਜ਼ਨਟ ਮੈਟਰ, ਵੀ ਤੁਹਾਨੂੰ ਪੇ ਕਰਨੀ ਪੈਣੀ ਹੈ, ਤੁਸੀਂ ਐਕਸਟੈਂਡ ਨਹੀਂ ਕੀਤੀ। ਮੈਂ ਕਿਹਾ ਚਲੋ ਠੀਕ ਆ। ਮੈਂ ਬੈਂਕ ਗਿਆ, ਬੈਂਕ ਵਾਲੇ ਕਹਿੰਦੇ ਅਸੀਂ ਨਹੀਂ ਪੇ ਕਰਦੇ, ਇਹ ਆਨਲਾਈਨ ਕਰੋ। ਸੋ ਤੁਸੀਂ ਹੁਣ ਜਿਵੇਂ ਦੱਸੀ ਆ ਮੈਨੂੰ ਵੀ ਇਹ ਜ਼ਰੂਰਤ ਨਹੀਂ ਪੇ ਕਰਨ ਦੀ। ਬਿਲਕੁਲ, ਮੈਂ ਤੁਹਾਨੂੰ ਪ੍ਰੋਗਰਾਮ CBC ਦਾ ਇੱਕ ਪ੍ਰੋਗਰਾਮ ਹੈ ਉਹਨਾਂ ਦਾ, ਜਿਹਦੇ 'ਚ ਉਹ ਇਹਨਾਂ ਚੀਜ਼ਾਂ ਤੇ ਝਾਤ ਪਾਉਂਦੇ ਆ, ਤੇ ਉਹਨਾਂ ਨੇ ਇਹਦੇ ਤੇ ਮਾਰਕੀਟ ਪਲੇਸ ਤੇ ਲਿਆ ਕੇ ਦੱਸਿਆ ਵੀ ਇਹ ਜਿਹੜੀਆਂ ਪ੍ਰਾਈਵੇਟ ਪਾਰਕਿੰਗ ਕੰਪਨੀਆਂ ਦੀਆਂ ਟਿਕਟਾਂ ਨੇ, ਇਹ ਤੁਹਾਨੂੰ ਨਾ ਕ੍ਰੈਡਿਟ ਤੁਹਾਡੇ ਤੇ ਆ ਸਕਦਾ ਹੈ। ਜੇ ਕ੍ਰੈਡਿਟ ਤੇ ਤੁਹਾਨੂੰ ਕਲੈਕਸ਼ਨ ਤੁਹਾਡੇ ਲਈ ਕਰਨੀ ਆ ਤਾਂ ਤੁਹਾਨੂੰ ਸਮਾਲ ਕੋਰਟ 'ਚ ਉਹਨਾਂ ਨੂੰ ਜਾਣਾ ਪੈਣਾ। ਸਮਾਲ ਕੋਰਟ ਦੇ ਵਿੱਚ ਉਹ ਕੰਮ ਕਰਨਗੇ, ਉਹਦੇ ਤੇ $100 ਲੱਗਦਾ ਤੇ $17 ਦੀ ਤੁਹਾਡੀ ਟਿਕਟ ਹੈ। ਜੇ ਤੁਸੀਂ ਪੇ ਨਹੀਂ ਕਰਨੀ ਚਾਹੁੰਦੇ, ਉਹ ਤਾਂ ਜਿਹੜਾ ਉਹਨਾਂ ਦਾ ਵਕੀਲ ਹੈ, ਟੋਰਾਂਟੋ ਦਾ ਲਾਇਰ ਹੈ ਜਿਹੜਾ ਜੌਨ ਵੀਨਗਸਟ, ਉਹ ਕਹਿੰਦਾ ਇਹਨੂੰ ਪਾੜ ਕੇ ਕੂੜੇਦਾਨ 'ਚ ਸਿੱਟੋ ਉਸੇ ਸਮੇਂ, ਇਹਦੇ ਨਾਲ ਕੁਛ ਨਹੀਂ ਹੋ ਸਕਦਾ। ਜੇ ਤੁਸੀਂ ਪੇ ਕੀਤੀਆਂ ਨੇ ਤਾਂ ਬਾਕੀ ਤੁਹਾਡੀ ਮਰਜ਼ੀ ਆ। ਕਰਦੇ ਹੁੰਦੇ ਆ ਕਲੈਕਸ਼ਨ ਦੀ ਕਰਦੇ ਹੁੰਦੇ, ਹਾਂਜੀ ਕਰਦੇ ਆ, ਪਰ ਉਦੋਂ ਪਹਿਲਾਂ ਉਹ ਸਿੱਧੀ ਜਿਹੜੀਆਂ ਉਹ ਸਿੱਧੀ ਨਹੀਂ ਲਿਆ ਕੇ ਤੁਹਾਨੂੰ ਕਾਲ ਕਰਾ ਸਕਦੇ। ਸਿੱਧਾ ਉਹ ਤਾਂ ਲਿਆਉਣਗੇ ਜੇ ਸਮਾਲ ਕੋਰਟ ਕਲੇਮ 'ਚ ਤੁਹਾਡੇ ਅਗੇਂਸਟ ਉੱਥੋਂ ਰੂਲਿੰਗ ਲੈ ਕੇ ਆਉਣਗੇ, ਫਿਰ ਤੁਹਾਡੇ ਕ੍ਰੈਡਿਟ ਤੇ ਜਾ ਸਕਦਾ। ਮਿਹਰਬਾਨੀ ਜੀ, ਬਹੁਤ ਧੰਨਵਾਦ ਜੀ, ਧੰਨਵਾਦ ਬਹੁਤ। ਮੈਂ ਨਿੱਜੀ ਤੌਰ ਤੇ ਪੜ ਸਿੱਟੀਆਂ ਨੇ, ਮੈਨੂੰ ਤਾਂ ਨਹੀਂ ਕਿਸੇ ਦਾ ਫੋਨ ਆਇਆ, ਕਿਉਂਕਿ ਉਹਨਾਂ ਨੂੰ ਲੋੜ ਨਹੀਂ ਹੈ, ਉਹ ਬਹੁਤ ਕੰਮ ਹੈ ਸਮਾਲ ਕੋਰਟ ਕਲੇਮ 'ਚ ਜਾਣ ਦੀ। ਮੈਂ ਤੁਹਾਨੂੰ ਇੱਕ ਇਹਦੇ ਤੇ ਪੂਰੀ ਖਬਰ ਹੈ CBC ਦੀ, ਅਨਫੇਅਰ ਪਾਰਕਿੰਗ ਫੀ ਔਨ ਪ੍ਰਾਈਵੇਟ ਲੋਟਸ ਆਰ ਇਨ ਟਿਕਟਸ ਸੋ ਯੂ ਡੋਂਟ ਨੀਡ ਟੂ ਪੇ ਦੈਮ, ਐਕਸਪਰਟ ਸੇਜ਼। ਨਵੰਬਰ 19 2016, ਉਹਦੇ ਬਾਅਦ 18 'ਚ ਅਪਡੇਟ ਹੋਈ, 19 'ਚ ਅਪਡੇਟ ਹੋਈ, ਪਰ ਫਿਰ ਵੀ ਡਿਸੀਜ਼ਨ ਤੁਹਾਡਾ, ਮਰਜ਼ੀ ਤੁਹਾਡੀ ਹੈ, ਤੁਸੀਂ ਪੇ ਕਰਨੀ ਹੈ ਨਹੀਂ ਕਰਨੀ। ਪਰ ਮੈਂ ਤੁਹਾਨੂੰ ਦੱਸਦਾ ਵੀ ਇਹ ਧੱਕਾ ਕਿਵੇਂ ਕਰਦੇ ਆ। $600 ਮਿਲੀਅਨ ਦਾ ਸਾਲਾਨਾ ਦਾ ਬਜਟ ਹੈ। ਅਸਲ ਤਾਂ ਇਹ ਇਸ ਚੋਣਾਂ 'ਚ ਮੁੱਦਾ ਚਾਹੀਦਾ ਸੀ ਵੀ BC ਦੇ ਵਿੱਚ ਕੋਈ ਵੀ ਪੇਡ ਪਾਰਕਿੰਗ ਨਹੀਂ ਚਾਹੀਦੀ। ਦਫ਼ਤਰਾਂ ਦੇ ਵਿੱਚ ਪੇਡ ਪਾਰਕਿੰਗ, ਇੱਥੇ ਹਸਪਤਾਲਾਂ 'ਚ। ਸਰੀ ਦੇ ਵਿੱਚ ਮੇਅਰ ਡਗ ਮਕੱਲਮ ਨੇ ਵਾਅਦਾ ਕੀਤਾ ਸੀ ਕਿ ਅੰਦਰ ਜਿਹੜੀ ਹੈ ਕੋਈ ਉੱਥੇ ਟਿਕਟ ਨਹੀਂ, ਔਰ ਨਹੀਂ ਹੈਗੀ। ਉੱਥੋਂ ਆਲੇ ਦੁਆਲੇ ਦੀਆਂ ਸਟਰੀਟਾਂ ਤੇ ਹਲੇ ਹੈਗੀ ਆ ਸ਼ਹਿਰ ਦੀ ਜਿਹੜੀ ਅੰਦਰ ਹੈਗੀ ਆ ਸ਼ਹਿਰ ਦੀਆਂ ਸਟਰੀਟਾਂ ਤੇ, ਜਿੱਥੇ ਉਹਨਾਂ ਦੀਆਂ ਕੰਪਨੀਆਂ ਜਿਹੜੀਆਂ ਸ਼ਹਿਰ ਦੀ ਜਿਹੜੀ ਇਨਫੋਰਸਮੈਂਟ ਸੀ ਉਹਨਾਂ ਨੇ ਬੰਦ ਕਰ ਦਿੱਤੀ। ਇਹ ਬੰਦ ਹੋਣੀ ਚਾਹੀਦੀ ਆ। ਕਾਹਦੇ ਲਈ? ਕਿਹੜੇ ਯੁੱਗ ਦੇ ਵਿੱਚ ਗੁਲਾਮੀ ਹੈ ਇਹ? ਦਿਹਾੜੀ ਦੇ ਬੰਦਾ ਬਿਮਾਰ ਪਿਆ ਤੇ $30 $40 ਦੀਆਂ ਪਾਰਕਿੰਗ। ਇਸ ਚੋਣਾਂ 'ਚ ਮੁੱਦਾ ਚਾਹੀਦਾ ਸੀ, ਇਹ ਮੁੱਦਾ ਗਾਇਬ ਰਿਹਾ। ਲਾਈਨ ਨੰਬਰ 1 ਤੁਸੀਂ ਏਅਰ ਤੇ ਹੋ ਜੀ। ਹੈਲੋ, ਸੁਰਿੰਦਰ ਸਿੰਘ ਮਾਂਗੜ ਜੀ, ਤੁਸੀਂ ਏਅਰ ਤੇ ਹੋ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ, ਗੱਲ ਸਾਹਿਬ ਮੈਂ ਧਿਆਨ 'ਚ ਲਿਆਉਣਾ ਚਾਹੁੰਦਾ ਸੀਗਾ ਮਸਲਾ ਤੁਹਾਡੇ ਬੀਇੰਗ, ਮਤਲਬ ਉਬਰ ਚਲਾਉਂਦੇ ਮੈਂ ਫੇਸ ਕੀਤਾ, ਆਮ ਬੰਦੇ ਵੀ ਫੇਸ ਕਰਦੇ ਹੋਣਗੇ। ਦੱਸੋ ਜੀ। ਸਪੈਸ਼ਲੀ ਆਪਣੇ ਜਿੱਥੇ ਕਿਤੇ ਵੀ ਸਰੀ ਦੇ ਵਿੱਚ ਨਾ ਵਾਸ਼ਰੂਮ ਕਰਨ ਜਾਈਦਾ, ਕਿਸੇ ਵੀ ਰੈਸਟੋਰੈਂਟ 'ਚ ਕਿਤੇ ਵੀ ਆਪਾਂ ਯੂਜ਼ ਕਰਦੇ ਹਾਂ। ਕਿਉਂਕਿ ਇੱਕ ਦਿਨ ਇੱਥੇ ਗੱਲ ਉੱਠੀ ਸੀ, ਇੱਕ ਬਜ਼ੁਰਗਾਂ ਦੀ ਗੱਲ ਕਰਦਾ ਸੀ ਤੇ ਬੰਦਾ ਕਹਿੰਦਾ ਨਿਊਟਨ ਉੱਥੇ ਐਕਸਚੇਂਜ ਕੋਲੇ ਵਾਸ਼ਰੂਮ ਕਰਦਾ ਸੀ ਕੋਈ ਬਜ਼ੁਰਗ। ਉਸ ਏਰੀਏ 'ਚ ਮੈਂ ਇੱਕ ਦਿਨ ਘੱਟੋ ਘੱਟ 5-6 ਬਿਜ਼ਨਸ ਦੇ ਵਿੱਚ ਗਿਆ ਕਿ ਵਾਸ਼ਰੂਮ ਯੂਜ਼ ਕਰ ਸਕਦਾ। ਵਾਸ਼ਰੂਮ ਉਹ ਮੂਹਰੇ ਡੋਰੂ ਵਾਂਗੂ ਸਿਰ ਹਿਲਾ ਦਿੰਦੇ ਨੇ ਕੰਪੈਰੇਟਿਵਲੀ। ਉਹ ਪਤਾ ਕੀ ਕਹਿੰਦੇ ਨੇ, ਆਊਟ ਆਫ ਸਰਵਿਸ ਆ ਜੀ, ਸਾਡਾ ਖਰਾਬ ਆ ਜੀ, ਦਿਸ ਐਂਡ ਦੈਟ। ਇਹਦੇ ਜੇ ਕੰਪੈਰੇਟਿਵਲੀ ਆਪਾਂ ਹੋਰ ਵੈਨਕੂਵਰ ਜਾਂਦਾ ਰਹਿਣਾ, ਲੈਂਗਲੀ 'ਚ ਬਿਜ਼ਨਸ ਨੇ, ਹੋਰ ਜਿਹੜੇ ਗੋਰਿਆਂ ਦੇ ਬਿਜ਼ਨਸ ਨੇ, ਉਹਨਾਂ ਦੇ ਵਿੱਚ ਆਪਾਂ ਚਾਹੇ ਸਿੱਧਾ ਜਾ ਕੇ ਕਾਊਂਟਰ ਤੇ ਬਾਹਰੋਂ ਜਾਂਦੇ ਆ, ਪਤਾ ਵੀ ਬੰਦਾ ਵਾਸ਼ਰੂਮ ਯੂਜ਼ ਕਰ ਰਿਹਾ, ਉਹ ਕਦੇ ਨਾ ਨਹੀਂ ਕਰਦੇ। ਇਵੇਂ ਕਿੰਗ ਜਾਰਜ ਤੇ 1-2 ਤੇ ਦੇਖਿਆ, ਇਹ ਜਦੋਂ ਸਿਟੀ ਇਹਨਾਂ ਨੂੰ ਲਾਇਸੈਂਸ ਦਿੰਦੀ ਆ, ਇਹਨਾਂ ਦਾ ਫਰਜ਼ ਨਹੀਂ ਬਣਦਾ ਵਾਸ਼ਰੂਮ ਪ੍ਰੋਵਾਈਡ ਕਰਾਉਣੇ। ਇਹ ਬੜੀ ਸਮੱਸਿਆ ਆਪਣੇ ਸਰੀ ਦੇ ਵਿੱਚ, ਇਹਦੇ ਵੱਲ ਧਿਆਨ ਦੇਣਾ ਚਾਹੀਦਾ। ਜਿਹੜਿਆਂ ਬਿਜ਼ਨਸ ਦੇ ਵਿੱਚ ਵਾਸ਼ਰੂਮ ਅਵੇਲੇਬਲ ਨੇ, ਲੋਕਾਂ ਨੂੰ ਯੂਜ਼ ਕਰਨ ਦੀ ਪਰਮਿਸ਼ਨ ਹੋਣੀ ਚਾਹੀਦੀ ਆ। ਕਿਉਂ ਲਿਖ ਕੇ ਲਾਇਆ ਉਹਨਾਂ ਨੇ ਵੀ ਬੰਦ ਨੇ? ਇਹ ਕੋਵਿਡ ਦਾ ਉੱਥੋਂ ਕੋਵਿਡ ਫੈਲਦਾ ਕਿਤੇ। ਬਿਲਕੁਲ ਠੀਕ ਆ ਜੀ, ਬਿਲਕੁਲ। ਇਹ ਬਹੁਤ ਵੱਡੀ ਸਮੱਸਿਆ, ਲੋਕ ਕਿੱਥੇ ਜਾਣਗੇ ਸਰ? ਜੀ, ਥੈਂਕ ਯੂ ਜੀ, ਧੰਨਵਾਦ ਜੀ। ਵੈਸੇ ਵੀ ਮੈਂ ਨਿੱਜੀ ਤੌਰ ਤੇ ਦੇਖਾਂ ਤਾਂ $100 $200 ਮਿਲੀਅਨ ਦੇ ਪਲਾਜ਼ੇ ਬਣੇ ਹੋਏ ਨੇ ਸਰੀ ਦੇ ਵਿੱਚ। ਕਸਟਮਰ ਲਈ ਕੋਈ ਵਾਸ਼ਰੂਮ ਨਹੀਂ ਹੈ। ਤੁਸੀਂ
ਧੱਕੇ ਖਾਈ ਚੱਲੋ ਕਿਸੇ ਦੇ, ਕੋਈ ਸਟੋਰ 'ਚ ਤੁਹਾਨੂੰ ਬਣਨ ਦੇਵੇ ਨਾ ਬਣਨ ਦੇਵੇ। ਸਾਂਝਿਆਂ ਦਫ਼ਤਰਾਂ ਦੇ ਵੀ, ਸਾਂਝੇ ਦਫ਼ਤਰਾਂ ਦਾ ਤੁਸੀਂ ਵਾਸ਼ਰੂਮ ਜਾ ਕੇ ਵੇਖਿਓ ਵੀ ਉੱਥੇ ਹਾਲ ਕੀ ਹੈ, ਕਿਉਂਕਿ ਸਕੁਅਰ ਫੁੱਟ ਵਿਕਦਾ ਹੈ। ਉਹ ਕਹਿੰਦੇ ਵੀ ਇੰਨੇ ਸਕੁਅਰ ਫੁੱਟ ਦੇ ਵਾਸ਼ਰੂਮ ਜਦ ਹਾਬੜਾ ਪੈਂਦਾ ਨਾ ਬੰਦੇ ਨੂੰ, ਉਹਨੂੰ ਮਿਲੀਅਨ ਵੀ ਘੱਟ ਲੱਗਦੇ ਆ। ਸੋਨੇ ਦੀਆਂ ਰੋਟੀਆਂ ਤਾਂ ਨਹੀਂ ਖਾਣੀਆਂ, ਖਾਣੀ ਤਾਂ ਕਣਕ ਦੀ ਉਹ ਰੋਟੀ ਹੈ। ਜਿੰਨਾ ਮਰਜ਼ੀ ਭੱਜ ਲਓ, ਜਿਹੜਾ ਕੁਝ ਮਰਜ਼ੀ ਕਰ ਲਓ, ਅਖੀਰ ਇੱਥੇ ਛੱਡ ਕੇ ਜਾਣਾ ਕੁਛ। ਤੁਸੀਂ ਕੋਈ ਫੈਸਿਲਿਟੀ ਬਣਾ ਰਹੇ ਹੋ, ਤੁਸੀਂ ਕੋਈ ਪਲਾਜ਼ਾ ਬਣਾ ਰਹੇ ਹੋ, ਯਾਰ ਉੱਥੇ ਘੱਟੋ ਘੱਟ ਵਾਸ਼ਰੂਮ ਤੁਸੀਂ ਜਾ ਕੇ ਦੇਖੋ। ਵੱਡੀਆਂ ਮੌਲਾਂ ਨੇ ਜਿਹੜੀਆਂ, ਹੁਣ ਮੌਲਾਂ ਤੋਂ ਘੱਟ ਨੇ ਸਾਡੇ ਜਿਹੜੇ ਸ਼ੋਰੂਮ, ਜਿਹੜੇ ਸਾਡੇ ਪਲਾਜ਼ੇ ਬਣੇ ਹੋਏ ਨੇ ਸਰੀ 'ਚ। ਤੁਸੀਂ ਲਿਆਓ ਵਾਸ਼ਰੂਮ, ਦੱਸਿਓ ਕੋਈ ਮੇਨ ਫਲੋਰ 'ਤੇ ਕਿਤੇ ਵਾਸ਼ਰੂਮ ਹੈ? ਕਿਹਦੇ ਤੁਸੀਂ ਅੰਦਰ ਵੜ ਕੇ ਵਾਸ਼ਰੂਮ ਜਾਓ? ਦਫ਼ਤਰਾਂ ਦਾ 30 ਦਫ਼ਤਰਾਂ ਨੂੰ, 25 ਦਫ਼ਤਰਾਂ ਨੂੰ ਇੱਕ ਮਾੜਾ ਜਿਹਾ 10 ਬਾਈ 10 ਦਾ ਇੱਕ ਵਾਸ਼ਰੂਮ ਹੈ। ਉੱਥੇ 2 ਬੰਦੇ ਇਕੱਠੇ ਵੜ ਜਾਣ, ਇੱਕ ਦੂਜੇ ਤੋਂ ਸ਼ਰਮ ਕਰੀ ਜਾਂਦੀ ਹੈ। ਮਤਲਬ ਇਹ ਆ ਵੀ ਤੁਸੀਂ ਬਾਲ ਦੀ ਖੱਲ ਲਾ ਲਓ, ਤੁਸੀਂ ਪੈਸਾ ਨਾ ਛੱਡ ਦਿਓ ਕਿਸੇ ਦੀ ਜੇਬ ਦੇ ਵਿੱਚ। ਇਹ ਜਿਹੜੀ ਧਾਰਨਾ ਹੈ, ਘੱਟੋ ਘੱਟ ਤੁਸੀਂ ਕੋਈ ਫੈਸਿਲਿਟੀ ਬਣਾਉਂਦੇ ਹੋ, ਕੋਈ ਮਾਲ ਬਣਾਉਂਦੇ ਹੋ, ਕੋਈ ਪਲਾਜ਼ਾ ਬਣਾਉਂਦੇ ਹੋ, ਮਾਲ ਹੀ ਆ ਪਲਾਜ਼ਾ ਜਾਂ ਤੁਸੀਂ ਬਣਾਇਆ ਹੋਇਆ, ਏਡੇ ਏਡੇ ਵੱਡੇ ਪਲਾਜ਼ੇ ਸਰੀ 'ਚ ਬਣੇ ਨੇ, ਤੁਸੀਂ ਵਾਸ਼ਰੂਮ ਲੱਭ ਸਕਦੇ ਹੋ ਕਸਟਮਰ ਲਈ, ਜਿਹੜਾ ਕੋਈ ਵਾਸ਼ਰੂਮ ਹੈ ਕਿਤੇ। ਕਿਹਨੇ ਪਾਸ ਕਰਤੇ ਉਹ ਪਾਰਕਿੰਗਾਂ ਵਿੱਚ? ਗੱਡੀ ਖੜਾ ਲਾ ਤਾਂ ਦਰਵਾਜ਼ਾ ਨਹੀਂ ਤੁਸੀਂ ਖੋਲ੍ਹ ਸਕਦੇ, ਉਹ ਪਾਰਕਿੰਗਾਂ ਬਣੀਆਂ ਨੇ। ਸੋ ਇਹ ਸਾਡਾ ਚਿਹਰਾ ਮੋਹਰਾ ਬਾਹਰ ਲੈ ਕੇ ਜਾਂਦੀਆਂ ਨੇ। ਅਸੀਂ ਕੀ ਸੋਚਦੇ ਹਾਂ, ਕਿਵੇਂ ਸੋਚਦੇ ਹਾਂ, ਕੀ ਕਰਦੇ ਹਾਂ? ਪੈਸਾ 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 ਪੈਸਾ। ਔਰ ਇਹ ਸਰੀ ਦੇ ਵਿੱਚ ਜ਼ੋਰ ਐਡੀ ਚੀਜ਼ ਦਾ ਵੱਧ ਗਿਆ ਕਿ ਪੈਸੇ ਦਾ ਜ਼ੋਰ ਹੈ ਜੀ। ਕਮਾਲ ਹੋ ਗਈ ਯਾਰ, ਹਰੇਕ ਬੰਦਾ ਹੀ ਮੇਰੇ ਕੋਲ ਪੈਸਾ, ਮੇਰੇ ਕੋਲ ਪੈਸਾ, ਮੇਰੇ ਕੋਲ ਪੈਸਾ, ਮੇਰੇ ਕੋਲ। ਕੀ ਕਰ ਲਓਗੇ ਪੈਸੇ ਨਾਲ? ਕਿਸੇ ਕੋਲ ਜੇਬ 'ਚ ਕਿਸੇ ਦੇ ਕੋਲ ਆ। ਕਿਉਂ ਵਡਿਆਉਂਦੇ ਹੋ ਕਿਸੇ ਦੇ ਪੈਸੇ ਨੂੰ ਤੁਸੀਂ? ਟਾਈਲ ਮਾਰਟ 4 ਲੋਕੇਸ਼ਨਾਂ ਨੇ, 604 427 84 53 ਨੰਬਰ ਹੈ। 6245 202 ਸਟਰੀਟ ਲੈਂਗਲੀ 'ਚ, 129 90 80 ਐਵਨਿਊ ਨੰਬਰ 5 ਯੂਨਿਟ ਸਰੀ 'ਚ, 34 252 ਮਾਲਸਟਰ ਰੋਡ ਨੰਬਰ 3 ਐਬਸਫੋਰਡ 'ਚ, 3903 99 ਸਟਰੀਟ ਨਾਰਥ ਵੈਸਟ ਯੂਨਿਟ 100 ਐਡਮਿੰਟਨ 'ਚ। ਟਾਈਲਾਂ, ਕਾਊਂਟਰ ਟਾਪ, ਹਾਰਡਬੋਰਡ, ਵਾਈਨਲ ਤੇ ਹੋਰ ਸਾਰੇ ਪ੍ਰੋਡਕਟ ਜਿਹੜੇ ਨੇ ਤੁਸੀਂ ਫਲੋਰ ਕਵਰਿੰਗ ਦੇ, ਕਾਰਪੇਟ ਤੋਂ ਬਿਨਾਂ ਲੈ ਸਕਦੇ ਹੋ। ਤੇ ਟਾਈਲਾਂ ਦੀ ਸਿਲੈਕਸ਼ਨ ਬਹੁਤ ਵੱਡੀ ਹੈ, ਹਰ ਕਿਸਮ ਦੀ ਟਾਈਲ, ਹਰ ਪ੍ਰਾਈਸ ਰੇਂਜ ਦੇ ਵਿੱਚ। ਟਾਈਲ ਮਾਰਟ ਟਾਈਲਾਂ ਦਾ ਸੁਪਰ ਸਟੋਰ ਹੈ। 604 427 84 53। ਸਟਾਰ ਹਰਜੀਤ ਸਿੰਘ ਕਹਿਲੇ ਜੀ, ਕਹਿਲੇ ਜੀ। ਹੈਲੋ, ਸਤਿ ਸ਼੍ਰੀ ਅਕਾਲ ਹਰਜੀਤ ਸਿੰਘ। ਸਤਿ ਸ਼੍ਰੀ ਅਕਾਲ ਵੀਰ ਜੀ। ਹਰਜੀਤ ਸਿੰਘ, ਮੈਂ ਤੁਹਾਨੂੰ ਧੰਨਵਾਦ ਦੇਣਾ ਚਾਹੁੰਦਾ ਤੁਹਾਡੇ ਮੀਡੀਆ ਨੂੰ। ਤੁਸੀਂ ਬਹੁਤ ਵਧੀਆ ਪਹਿਲ ਇਸ ਵਾਰੀ ਇਲੈਕਸ਼ਨ ਦੇ ਵਿੱਚ ਸਾਰਿਆਂ ਨੂੰ ਮੌਕਾ ਦਿੱਤਾ ਤੇ ਸਾਰਿਆਂ ਨੂੰ ਗੱਲ ਕਹਿਣ ਦਾ ਮੌਕਾ ਦਿੱਤਾ ਤੇ ਬਹੁਤ ਵਧੀਆ ਤੁਸੀਂ ਕੰਮ ਕੀਤਾ। ਪਰ ਮੈਂ ਕਈ ਵਾਰ ਬਹੁਤ ਦੁੱਖ ਹੁੰਦਾ, ਕਈ ਵਾਰ ਨਾ ਚਲੋ ਕਿਸੇ ਨੂੰ ਮਾਧਿਅਮ ਮਿਲ ਜਾਂਦਾ ਜਾਂ ਮਾਈਕ ਮਿਲ ਜਾਂਦਾ, ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਮੀਡੀਆ ਦਾ, ਪਰ ਉਹ ਇਸ ਤਰ੍ਹਾਂ ਦਾ ਡੱਫ ਨਹੀਂ ਵਜਾਉਣੀ ਚਾਹੀਦੀ, ਉਹ ਬੜਾ ਭੈੜਾ ਲੱਗਦਾ। ਭਾਵੇਂ ਇਸ ਤਰ੍ਹਾਂ ਕਰਦੇ ਜਿਵੇਂ ਮਤਲਬ ਪੱਕਾ ਹੀ ਨਾ ਕੋਈ ਕੰਮ ਦਾ ਆਪਾਂ ਠੇਕਾ ਦਿੰਦੇ ਵੀ ਕਿ ਫਲਾਣੀ ਪਾਰਟੀ ਨੇ ਆਹ ਠੇਕਾ ਦਿੱਤਾ, ਉਹਨਾਂ ਦਾ ਹੀ ਕੰਮ ਕਰਨਾ ਉਹਨਾਂ ਨੇ। ਇਹ ਬੜੀ ਭੈੜੀ ਗੱਲ ਲੱਗਦੀ ਹੈ ਤੇ ਮਤਲਬ ਲੋਕਾਂ ਨੇ ਬਹੁਤ ਬੁਰਾ ਮਨਾਇਆ ਇਸ ਗੱਲ ਦਾ। ਬੈਲੈਂਸ ਗੱਲ ਹੋਣੀ ਚਾਹੀਦੀ ਹੈ ਥੋੜ੍ਹੀ ਜਿਹੀ। ਤੁਸੀਂ ਵੀ ਇਲੈਕਸ਼ਨ ਦੇ ਵਿੱਚ ਖੜੇ ਸੀ, ਉਹ ਇੰਨਾ ਜ਼ਿਆਦਾ ਕੀਤਾ ਵੀ ਮੈਂ ਵੀਡੀਓ ਦੇਖਿਆ, ਉਹਦੇ ਵਿੱਚ ਮਤਲਬ ਪੂਰਾ ਸਟਾਫ ਉਹਨਾਂ ਨੇ ਇਸੇ ਕੰਮ ਤੇ ਲਾਇਆ ਸੀ। ਰੋਟੀ ਪਾਣੀ ਵੀ ਉਹਨਾਂ ਦਾ ਉੱਥੇ ਹੀ ਆਉਣਾ ਸੀ, ਮਤਲਬ ਸਾਰੀ ਸਵੇਰ ਤੋਂ ਸ਼ਾਮ ਤੱਕ ਇਹੀ ਕੰਮ ਹੁੰਦਾ ਸੀ ਉੱਥੇ ਉਹਨਾਂ ਦਾ ਵੀ। ਮਤਲਬ ਇਲੈਕਸ਼ਨ ਕੈਨੇਡਾ ਦੀ ਸੀ, ਐਂ ਲੱਗਦਾ ਵੀ ਯੂਟਿਊਬ ਵਾਸਤੇ ਹੀ ਉਹ ਸਾਰਾ ਪ੍ਰਚਾਰ ਕਰ ਰਹੇ। ਧੰਨਵਾਦ ਬਾਈ ਜੀ, ਧੰਨਵਾਦ, ਥੈਂਕ ਯੂ। ਬਿਲਕੁਲ ਸਾਨੂੰ ਆਪਣਾ ਕੰਮ ਕਰਨਾ ਚਾਹੀਦਾ ਜੀ, ਬਰਾਬਰਤਾ ਦਾ। ਤੇ ਹੁਣ ਜਿੱਥੇ ਕੋਈ ਮੈਨੇਜਰ ਹੈ ਨਹੀਂ, ਕੋਈ ਡੰਡਾ ਹੀ ਨਹੀਂ ਸਿਰ 'ਤੇ, ਤਾਂ ਉੱਥੇ ਆਪ ਹੀ ਆਪ ਆ ਸਾਰਾ ਕੁਝ। ਉੱਥੇ ਕਿਹਨੇ ਪੁੱਛਣਾ? ਜਿਹੜੀ ਕੋਈ ਮਰਜ਼ੀ ਕੋਈ ਗੱਲਬਾਤ ਕਰੀ ਚੱਲੇ। ਟਾਂਡੀ ਜੀ, ਲਾਈਨ ਨੰਬਰ 2। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਵੀ ਇਲੈਕਸ਼ਨ ਤੇ ਗੱਲ ਕਰਨੀ ਆ। ਕਰੋ ਜੀ। ਦੇਖੋ ਜੀ, ਇੱਕ ਪਹਿਲੀਆਂ 'ਚ ਹੁੰਦਾ ਸੀ ਨੋਮੀਨੇਸ਼ਨ, ਜਦੋਂ ਹੁੰਦੀ ਸੀ, ਹੁਣ ਤਾਂ ਮੈਨੂੰ ਪਤਾ ਨਹੀਂ। ਉਹ ਠੇਕੇਦਾਰਾਂ ਨੂੰ ਫਾਰਮ ਦੇ ਦਿੰਦੇ ਸੀ। ਠੇਕੇਦਾਰ ਗਾਂ ਜਿਹੜੇ ਫਾਰਮਰ ਠੇਕੇਦਾਰ ਆ, ਉਹ ਠੇਕੇਦਾਰਾਂ ਦੇ ਗਾਂ ਫਾਰਮ ਦੇ ਕੇ ਤਾਂ ਬੰਦੇ ਨੂੰ ਪਤਾ ਨਹੀਂ, ਠੇਕੇਦਾਰ ਕਹਿੰਦੇ ਇੱਥੇ ਸਾਈਨ ਕਰ ਦੋ, ਉਹ ਨੋਮੀਨੇਸ਼ਨ 'ਚ ਬੰਦਾ ਜਿੱਤ ਜਾਂਦਾ ਸੀ। ਹੁਣ ਆਹ ਵੋਟਾਂ 'ਚ ਇਹ ਧਾਂਦਲੀ ਸਾਹਮਣੇ ਆ ਰਹੀ ਆ। ਵੋਟ ਪਾਉਣ ਜਾਂਦੇ ਇੱਕ ਤਾਂ ਬੰਦਾ ਆਪ ਨਿਸ਼ਾਨੀ ਲਵਾ ਸਕਦਾ ਜਿਹੜੀ ਮਰਜ਼ੀ ਪਾਰਟੀ ਨੂੰ। ਦੂਜੀ ਗੱਲ ਇਹ ਆ ਕਿ 2 ਦੇਖਦੇ ਆ, ਜਿੱਦਾਂ ਡੈਂਟੀਆਂ, BCID ਲੈ ਜਾਓ ਜਾਂ ਲਾਇਸੈਂਸ ਲੈ ਜਾਓ। ਜਿਹੜਾ ਕਾਰਡ ਜਿਹਾ ਆਇਆ ਹੁੰਦਾ ਉਹ ਵੀ। ਤੇ ਇਹਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਆਏ ਆ, ਜਿਹੜੇ ਨਹੀਂ ਸਿਟੀਜ਼ਨ,
ਉਹ ਵੋਟਾਂ ਪਾ ਸਕਦੇ ਆ। ਜਿੱਦਾਂ ਕਹ ਲਓ ਉਹ ਜੇ 150 ਜਿੰਨੀ ਵੀ ਵੋਟ ਪੋਲੀਟੀਸ਼ੀਅਨ ਅੱਜ ਕੱਲ ਇਹ ਕਰ ਰਹੇ ਆ ਵੀ 200 ਪਵਾ ਲਈ ਜਾਂ 400 ਪਵਾ ਲਈ, ਤੇ ਉਹ ਤਾਂ ਫਿਰ ਚੋਣ ਜਿੱਤ ਜਾਊਗਾ। ਇਹ ਧਾਂਦਲੀ ਦੇ ਵਿੱਚ ਉੱਥੇ ਇਹ ਹੋਣਾ ਚਾਹੀਦਾ ਪੂਲ ਬੂਥ ਤੇ ਕਿ ਉਹ ਸਿਟੀਜ਼ਨ ਦੇਖਣ ਅਗਲੇ ਦੀ, ਜਾਂ ਪਾਸਪੋਰਟ ਸਿਟੀਜ਼ਨ ਦੇਖਣ। ਦੂਜਾ ਪਾਸਪੋਰਟ ਉਹ ਦੇਖਦੇ ਨਹੀਂ, ਉਹ 2 ਡੰਡੀਆਂ ਇਹ ਦੇਖਦੇ, ਡਰੈਸ ਦੇਖਦੇ ਆ। ਇਹ ਬਹੁਤ ਵੱਡੀ ਧਾਂਦਲੀ ਜਿਹੜੀ ਆ ਉਹ ਸਾਹਮਣੇ ਆ ਰਹੀ ਆ, ਤੇ ਇਹ 'ਚ ਇਨਕੁਆਇਰੀ ਹੋਣੀ ਚਾਹੀਦੀ। ਮੀਡੀਆ ਨੂੰ ਵੀ ਕੁਛ ਨਾ ਕੁਛ ਅਜੇ ਵੋਟਾਂ ਜੇ ਇੱਕ ਦਿਨ ਰਹਿੰਦਾ ਜੀ ਤਾਂ ਉਹ ਤੁਸੀਂ ਕਰ ਸਕਦੇ ਆ। ਤੇ ਬਾਕੀ NDP ਦਾ ਜਿਹੜਾ ਮੀਡੀਆ ਆ, ਜਿੱਦਾਂ ਹੁਣ ਮੀਡੀਆ ਦੇ ਜੋ ਰਿਪੋਰਟਾਂ ਗੋਰੇ ਦੇ ਰਹੇ ਆ ਉੱਦਾਂ ਵੀ ਤੇ ਫਰਕ ਰਹਿ ਗਿਆ, ਫਰਕ ਮਿਟਣਾ ਨਹੀਂ। 11-12% ਦਾ ਫਰਕ ਰਹਿ ਗਿਆ ਲਿਬਰਲ ਪਾਰਟੀ ਦਾ ਜੀ। ਕਹਿੰਦੇ ਆ ਵੀ 52 ਤੋਂ 55 ਜਿਹੜੀਆਂ ਸੀਟਾਂ ਆ ਉਹ NDP ਲੈ ਜਾਊਗੀ। ਠੀਕ ਹੈ। ਤੇ ਜਿਹੜੀ ਆ ਸਾਡੀ ਕਮੇਟੀ ਬੜੀ ਉਤਸ਼ਾਹ ਜਿਹੀ ਆ ਵੀ ਆਪਾਂ ਡਿਵਾਈਡ ਹੋ ਜਾਂਦੇ ਲਿਬਰਲ ਪਾਰਟੀ ਵੱਲ ਤੇ NDP ਵੱਲ। ਤੇ ਕਹਿੰਦੇ 30 ਲੱਖ ਤੋਂ ਉੱਪਰ ਵੋਟ ਆ ਤੇ ਆਪਾਂ ਤਾਂ ਆਟੇ 'ਚ ਲੂਣ ਦੇ ਬਰਾਬਰ ਆ। ਜਿੱਦਾਂ ਕਹਿ ਲਓ ਵੀ ਸਾਡੇ ਨਿਆਣਿਆਂ ਨੂੰ ਵੀ ਨਹੀਂ ਪੁਸ਼ ਕਰਨਾ ਚਾਹੀਦਾ। ਜੇ ਹੁਣ ਟਰੱਕ ਚਲਾਉਂਦਾ ਕੋਈ, ਉਹ ਫਾਰਮਾਂ ਦੇ ਮਾਂ ਪਿਓ ਕੰਮ ਕਰਦੇ ਆ ਤੇ ਉਹਨਾਂ ਨੂੰ ਪੁਸ਼ ਕਰਨਾ ਕਿ ਲੇਬਰ ਨੂੰ ਵੋਟ, ਉਹਨਾਂ ਦਾ ਦਿਲ ਕਰਦਾ ਅੰਦਰੋਂ ਬਜ਼ੁਰਗਾਂ ਦਾ ਆਪਾਂ NDP ਨੂੰ ਵੋਟ ਪਾਈਏ। NDP ਬਹੁਤ ਸੁੱਖ ਸਹੂਲਤ ਦਿੰਦੀ ਆ, ਪੈਨਸ਼ਨੀਆਂ ਨੂੰ ਵੀ, ਵਰਕਰਾਂ ਨੂੰ ਵੀ, ਤੇ ਇਹ ਜਿੱਦਾਂ ਬਈ ਪੇ ਵੀ ਦਿੰਦੀ, ਮਿਨੀਮਮ ਪੇ ਵੀ ਵਧੀਆ ਇਹਨੇ ਕਰ ਦਿੱਤੀ ਆ। ਤੇ ਉਹ ਏਦਾਂ ਦੇ ਜਿਹੜੇ ਢਕੁੰਜਬਾਜ਼ੀ ਆ ਉਹ ਨਿਆਣੇ ਬੱਚੇ ਨਾ ਕਰਨ। ਜਿੱਥੇ ਅਗਲੇ ਦੇ ਚਾਹਿਆ ਮਨ ਉੱਥੇ ਵੋਟ ਅਗਲੇ ਨੂੰ ਪਾਉਣ ਦੇਣ। ਮੇਰੇ ਤੇ ਇੰਨੇ ਵਿਚਾਰ। ਧੰਨਵਾਦ ਵੀਰ ਜੀ, ਧੰਨਵਾਦ। ਸਿਮਰਨ ਸਿੰਘ ਜੀ ਲਾਈਨ ਨੰਬਰ 1, ਤੁਸੀਂ ਏਅਰ ਤੇ ਹੋ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਵੀਰ ਜੀ। 2 ਵਿਸ਼ਿਆਂ ਦੀ ਗੱਲ ਕਰਨੀ ਹੈ ਜੀ। ਪਹਿਲਾਂ ਜਿਹੜਾ ਤੁਸੀਂ ਗੱਲ ਕੀਤੀ ਆ ਪਾਰਕਿੰਗ ਟਿਕਟ ਦੀ, ਪਾਰਕਿੰਗ ਟਿਕਟ ਮੇਰੇ ਨਾਲ 2-3 ਵਾਰੀ ਹੋਇਆ ਜੀ। 5 ਸਾਲ ਪਹਿਲਾਂ ਹਰੀਮੋਲ ਹਸਪੀਟਲ ਦੇ ਵਿੱਚ ਰੀਬੋਰਨ ਹੋਇਆ ਸੀ ਮੇਰੇ। ਅਚਾਨਕ ਉਹ ਡਾਕਟਰ ਕਹਿੰਦਾ ਵੀ ਵਾਈਫ ਜ਼ਿਆਦਾ ਸਿੱਕ ਹੋ ਗਏ ਤੇ ਉਹ ਅਪੈਂਡਿਕਸ ਰੈਪਚਰ ਹੋ ਗਈ ਮੇਰੀ। ਅੱਛਾ ਜੀ। ਤੇ ਮੈਂ ਉੱਥੇ ਟਿਕਟ ਬੰਦਾ ਹੋਏ ਇੰਨੇ ਟੈਨਸ਼ਨ 'ਚ ਭੁੱਲ ਜਾਂਦਾ ਵੀ ਲੈ ਕੇ ਤਾਂ ਆਏ ਸੀਗੇ। ਤੇ ਮੁੜ ਕੇ ਜੀ ਟਿਕਟ ਜਦੋਂ ਟਿਕਟ ਤੇ ਚਲੇ ਗਏ ਤੇ ਉਹ ਮੈਂ ਦਿਮਾਗ 'ਚੋਂ ਨਿਕਲ ਗਈ। ਤੇ ਹਫ਼ਤੇ ਕੁ ਬਾਅਦ ਮੈਂ ਫੋਨ ਕਰਿਆ ਜੀ, ਮੈਂ ਕਿਹਾ ਵੀ ਉਹ ਕਹਿੰਦੇ ਵੀ 15 ਦਿਨ ਤੇਰੇ ਨਿੰਘ ਗਏ, ਤੇਰੇ ਹੁਣ ਇੰਨੇ ਹੋ ਗਏ। ਮੈਂ ਕਿਹਾ ਯਾਰ ਵੀ ਤੁਸੀਂ ਪੈਸੇ ਦੀ ਗੱਲ ਨਹੀਂ, ਵੀ ਤੁਸੀਂ ਮਾੜਾ ਮੋਟਾ ਦੇਖਿਆ ਤਾਂ ਕਰੋ ਵੀ ਐਮਰਜੈਂਸੀ ਬੰਦਾ ਕਿਹੜਾ ਕਿਸੇ ਖੁਸ਼ੀ ਨੂੰ ਜਾਂਦਾ, ਵੀ ਤੁਸੀਂ ਆਪਣਾ ਮਾੜਾ ਮੋਟਾ ਲੁੱਟ ਖੁੱਟ ਦਾ ਬੰਦ ਕਰੋ। ਤੁਸੀਂ ਆਪਦੀ ਜੇ ਬੰਦੇ ਨੇ ਟਿਕਟ ਲਈ ਆ ਤਾਂ ਮਤਲਬ ਜੇ ਬੰਦੇ ਦਾ ਟਾਈਮ ਉੱਪਰ ਲੰਘ ਗਿਆ ਤਾਂ ਬੰਦੇ ਨੇ ਟਿਕਟ ਤਾਂ ਲਈ ਆ, ਕੋਈ ਇਮਾਨਦਾਰ ਤਾਂ ਦਿਖਾਈ ਆ। ਚਲੋ ਜੀ ਮੈਂ ਉੱਥੇ ਪੇ ਕਰਤੀ ਤੇ ਮੁੜ ਕੇ ਮੈਨੂੰ ਕਹਿੰਦੇ ਤੇ ਨਾ ਪੇ ਕੀਤੀ ਸੀ, ਕਲੈਕਸ਼ਨ ਡਿਪਾਰਟਮੈਂਟ ਨੂੰ ਭੇਜ, ਮੈਂ ਪੇ ਕਰਤੀ ਜੀ। ਦੂਜੀ ਵਾਰੀ ਆ 5-6 ਮਹੀਨੇ ਪਹਿਲਾਂ ਮੈਂ ਸਕੂਲ ਮੁੰਡੇ ਨੂੰ ਡਰੋਪ ਕਰਨ ਗਿਆ। ਉੱਥੇ ਜਗ੍ਹਾ ਬਣੀ ਹੋਈ ਆ ਪਾਰਕਿੰਗ ਦੀ, ਪਰ ਸਿਟੀ ਦਾ ਹੈਰਾਨ ਆ ਮੈਂ, ਉਸ ਪਾਰਕਿੰਗ ਦੇ ਨੋ ਪਾਰਕਿੰਗ ਦੇ ਸਾਈਨ ਲਾਏ ਹੋਏ ਆ ਪਰ ਜਗ੍ਹਾ ਹੈਗੀ। 2 ਮਿੰਟ 5 ਮਿੰਟ ਬਾਅਦ ਦਾ ਬੱਚਾ ਡਰੋਪ ਕਰਕੇ ਮਾਪੇ ਮੋਸਟਲੀ ਸਕੂਲਾਂ ਤੇ ਡਰੋਪ ਕਰਕੇ ਭੱਜਦੇ ਆ ਕੰਮਾਂ ਨੂੰ, ਸ਼ੀਸ਼ੇ ਦੀ ਬੱਚਾ ਡਰੋਪ ਕਰੀਏ ਤੇ ਕੰਮਾਂ ਨੂੰ ਜਾਈਏ। 2 ਮਿੰਟ ਦੀ ਕਾਰ ਪਾਰਕ ਕੀਤੀ, ਪਾਰਕਿੰਗ ਸੀਗੀ, ਕਿਸੇ ਨੂੰ ਇੰਟਰਪਟ ਨਹੀਂ ਕਰ ਰਹੀ ਸੀ। ਮੈਨੂੰ ਉੱਥੇ $75 ਦੀ ਪਾਰਕਿੰਗ ਦਾ ਟਿਕਟ ਦੇ ਕੇ ਚਲੇ ਗਏ। ਮੈਂ ਫੋਨ ਕਰਿਆ, ਮੈਨੂੰ ਕੋਈ ਉੱਚਾ ਨਹੀਂ ਵਾਚਿਆ, ਕਹਿੰਦੇ ਪੇ ਕਰਨੀ ਪੈਣੀਆਂ, ਨਹੀਂ ਅਸੀਂ ਇਹ ਤੈਨੂੰ ਆਪਣਾ ਤੇਰਾ ਫਾਈਨ ਵੱਧ ਜਾਣਾ। ਸਮਾਂ ਮੇਰੇ ਕੋਲ ਸਿਮਰਨ ਜੀ ਘਟ ਗਿਆ, ਸੌਰੀ। ਤੇ ਬਿਲਕੁਲ ਇਹ ਪਾਰਕਿੰਗ ਹੋਣੀ ਓ ਨਹੀਂ ਚਾਹੀਦੀ। ਮੈਂ ਤਾਂ ਇਹ ਚਾਹੁੰਦਾ ਸ਼ਹਿਰ ਦੇ ਵਿੱਚ ਪਾਰਕਿੰਗ ਕਾਹਦੇ ਲਈ ਹੋਵੇ। ਕਸ਼ਮੀਰ ਸਿੰਘ ਜੀ 30 ਸੈਕਿੰਡ। ਗਿੱਲ ਸਾਹਿਬ ਜਿਹੜੀ ਅਸੀਂ ਪਾਰਕਿੰਗ ਦੀ ਗੱਲ ਕਰਦੇ, ਸਤਿ ਸ੍ਰੀ ਅਕਾਲ ਜੀ। ਮੇਰੇ ਨਾਲ ਵੀ ਇਦਾਂ ਹੀ ਹੋਈ ਸਰੀ ਦੇ ਵਿੱਚ 148 ਤੇ 67 ਤੇ। ਮੈਂ ਗੱਲ ਕਰਾਂ ਬੰਦੇ ਨਾਲ, ਗੱਲ ਕਰਦੇ ਕਰਦੇ ਮੇਰੇ ਟਿਕਟ ਰੱਖ ਗਿਆ। ਮੈਂ ਉਹਨੂੰ ਕਿਹਾ ਮੈਂ ਤਾਂ ਖੜਾ ਆ, ਉਹ ਕਹਿੰਦਾ ਨਹੀਂ ਖੜਾ ਜੋ ਮਰਜੀ ਆ ਟਿਕਟ। ਮੈਂ ਕਿਹਾ ਸਾਹਮਣੇ ਗੱਡੀ ਤੇ ਮੈਂ ਖੜਾ ਆ, ਉਹ ਟਿਕਟ ਰੱਖ ਗਿਆ ਜੀ ਉਹ ਬੰਦਾ ਜੋ ਜਿੰਨੀ ਬਣਦੀ ਆ। ਗਿਆ ਤਾਂ ਇੱਕ ਤੁਹਾਨੂੰ ਕਈ ਵਾਰੀ ਮੈਂ ਫੋਨ ਕੀਤਾ ਜੀ, ਚਲੋ ਜੋ ਪਿਆਰ ਕਰਕੇ ਤੁਸੀਂ ਫੋਨ ਨਹੀਂ ਆਨਸਰ ਕਰਦੇ ਆ ਜੀ, ਕਰੂੰਗਾ ਕਰਦੇ ਆ। ਹਾਂ ਓਕੇ ਜੀ, ਥੈਂਕ ਯੂ। ਇਹੀ ਬੇਨਤੀ ਆ ਜੀ, ਇੱਕ ਤਾਂ ਵੋਟਾਂ ਜ਼ਰੂਰ ਪਾਉਣ ਜਾਇਓ, ਵੋਟਾਂ ਨਾ ਰਹਿ ਜਾਣ ਹਰ ਹਾਲ ਦੇ ਵਿੱਚ। ਤੇ ਬਾਕੀ ਸੋਮਵਾਰ ਨੂੰ ਤੁਹਾਡੀ ਸੇਵਾ 'ਚ ਹਾਜ਼ਰ ਹੋਣਾ। ਇਹ ਸੀ ਅੱਜ ਦਾ ਪ੍ਰੋਗਰਾਮ ਜੀ, ਸ਼ੁੱਕਰਵਾਰ ਦਾ ਦਿਨ। ਸੋਮਵਾਰ ਤੁਹਾਡੀ ਸੇਵਾ 'ਚ ਹਾਜ਼ਰ ਹੋਣਾ ਤੇ ਜਦ ਤੱਕ ਵੋਟਾਂ ਦਾ ਰਿਜ਼ਲਟ ਵੀ ਆ ਜਾਣਾ। ਤੇ ਚੜ੍ਹਦੀ ਕਲਾ, ਆਪਣਾ ਖਿਆਲ ਰੱਖੋ, ਪਰ ਵੋਟਾਂ ਜ਼ਰੂਰ ਪਾ ਦਿਓ। ਰੱਬ ਰਾਖਾ।